I think we are live. We are Yes, it says meeting is live. now streaming Yes, live yes, on. yes, we are live. All हाँ, right. ਵਜੂਦ ਨਾਲ ਜੁੜੇ ਸਾਰੇ ਦੋਸਤਾਂ ਦਾ ਇਸ ਚਰਚਾ 'ਚ ਬਹੁਤ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਮੀਨਾ ਟਾਂਡਾ ਜੋ ਗੱਲ ਕਰਨਗੇ ਜਾਤ ਵਿਵਸਥਾ ਤੇ ਔਰਤ ਮੁਕਤੀ ਤੇ। ਇਸ ਤੋਂ ਪਹਿਲਾਂ ਕਿ ਮੈਂ ਡਾਕਟਰ ਟਾਂਡਾ ਦੀ ਇੰਟਰੋਡਕਸ਼ਨ ਦੇਵਾਂ, ਅੱਜ ਦਾ ਵਿਸ਼ਾ ਅਸੀਂ ਇਸ ਕਰਕੇ ਚੂਜ਼ ਕੀਤਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਦੋਂ ਦਾ ਲਾਕਡਾਊਨ ਹੋਇਆ, ਡਿਊਰਿੰਗ ਲਾਕਡਾਊਨ ਪੰਜਾਬ ਦੀਆਂ ਬਹੁਤ ਸਟਰਕਚਰਲ ਢਾਂਚਾਗਤ ਸਮੱਸਿਆਵਾਂ ਐਕਸਪੋਜ਼ ਹੋਈਆਂ ਨੇ, ਨੰਗੀਆਂ ਹੋਈਆਂ, ਸਾਹਮਣੇ ਆਈਆਂ ਨੇ। ਉਹਨਾਂ ਵਿੱਚੋਂ ਜਿਹੜੀਆਂ ਦੋ ਸਟਰਕਚਰਲ ਪ੍ਰੋਬਲਮਸ ਨੇ ਉਹ ਸਾਹਮਣੇ ਜਿਹੜੀਆਂ ਉੱਭਰ ਕੇ ਆਈਆਂ ਨੇ ਅਲੱਗ-ਅਲੱਗ ਫਾਰਮਸ 'ਚ, ਉਹ ਇੱਕ ਲਿੰਗ ਦੇ ਆਧਾਰ ਤੇ ਵਿਤਕਰਾ ਤੇ ਦੂਸਰਾ ਜਾਤ ਆਧਾਰਿਤ ਵਿਤਕਰਾ। ਇਹਦੀ ਉਦਾਹਰਨ ਸਾਨੂੰ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਦਲਿਤ ਵਰਗ ਤੇ ਉੱਚ ਜਾਤੀ ਵਰਗ ਦੇ ਵਿੱਚ ਵਿਰੋਧਤਾ ਤੇਜ਼ ਹੋ ਰਹੀ ਹੈ ਉੱਥੋਂ ਦੇਖਣ ਨੂੰ ਮਿਲਦੀ ਹੈ, ਤੇ ਜਿਸ ਤਰ੍ਹਾਂ ਦਲਿਤ ਵਰਗ ਤੇ ਇੱਕ ਤਰ੍ਹਾਂ ਦਾ ਹਮਲਾ ਕੀਤਾ ਜਾ ਰਿਹਾ ਉੱਥੋਂ ਪਤਾ ਲੱਗ ਰਿਹਾ। ਤੇ ਦੂਸਰਾ, ਜੇ ਲਿੰਗ ਆਧਾਰਿਤ ਵਿਤਕਰੇ ਦੀ ਗੱਲ ਕਰਨੀ ਹੋਵੇ ਤਾਂ ਬਹੁਤ ਘਰੇਲੂ ਹਿੰਸਾ ਦੇ ਮਾਮਲੇ ਵੱਧ ਗਏ ਨੇ। ਪੰਜਾਬ ਦੀ ਵੀ ਰਿਪੋਰਟ ਹੈ ਜਿਹਦੇ ਵਿੱਚ 21% ਤੋਂ ਵੱਧ ਇਨਕਰੀਜ਼ ਹੋ ਗਿਆ ਘਰੇਲੂ ਹਿੰਸਾ ਦੇ ਮਾਮਲਿਆਂ ਦਾ, ਤੇ ਇੰਡੀਆ ਲੈਵਲ ਤੇ ਵੀ ਇਹ ਇਨਕਰੀਜ਼ ਹੋ ਗਏ ਨੇ। ਇਸੇ ਤਰ੍ਹਾਂ ਲਿੰਗ ਆਧਾਰਿਤ ਵਿਤਕਰੇ ਵਿੱਚ ਇੰਟਰਕਾਸਟ ਮੈਰਿਜਸ ਬਾਰੇ ਜਿਹੜਾ ਇੱਕ ਤਰ੍ਹਾਂ ਦਾ ਵਿਰੋਧ ਹੈ ਉਹ ਲਗਾਤਾਰ ਹੁੰਦਾ ਹੀ ਰਹਿੰਦਾ। ਡਿਊਰਿੰਗ ਲਾਕਡਾਊਨ ਵੀ ਇੱਕ ਦੋ ਕੇਸਿਸ ਆਏ ਨੇ ਜਿੱਥੇ ਬਹੁਤ ਹਿੰਸਾ, ਬਹੁਤ ਵਾਇਲੈਂਸ ਹੋਈ ਹੈ। ਸੋ ਇਸ ਕਰਕੇ ਅਸੀਂ ਇਹ ਸੋਚਣਾ ਸਟਾਰਟ ਕੀਤਾ ਕਿ ਕਿਉਂ ਜਦੋਂ ਵੀ ਕੋਈ ਲਿੰਗ ਆਧਾਰਿਤ ਵਿਤਕਰੇ ਦੀ ਗੱਲ ਹੁੰਦੀ ਹੈ, ਦਾ ਕੋਈ ਵਿਰੋਧ ਕਰਦਾ ਹੈ ਜਾਂ ਉਹਦੇ ਖਿਲਾਫ ਬੋਲਣਾ ਸ਼ੁਰੂ ਕਰਦਾ ਹੈ, ਤੇ ਦੂਸਰੇ ਪਾਸੇ ਕੋਈ ਜਾਤ ਆਧਾਰਿਤ ਵਿਤਕਰੇ ਤੇ ਗੱਲ ਕਰਨੀ ਸ਼ੁਰੂ ਕਰਦਾ ਹੈ, ਲੜਾਈ ਸ਼ੁਰੂ ਕਰਦਾ ਹੈ, ਤਾਂ ਇੱਕ ਤਰ੍ਹਾਂ ਦੀ ਅਸਹਿਜਤਾ ਕਿਉਂ ਸਮਾਜ ਵਿੱਚ ਆ ਜਾਂਦੀ ਹੈ। ਖਾਸ ਕਰਕੇ ਅਸੀਂ ਕਿਉਂਕਿ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬੀ ਸਮਾਜ ਵਿੱਚ ਆ ਜਾਂਦੀ ਹੈ। ਤੇ ਇਹ ਸੋਚਦੇ ਹੋਏ ਅਸੀਂ ਜਾਤ ਤੇ ਲਿੰਗ ਦੇ ਰਿਸ਼ਤੇ ਬਾਰੇ ਸੋਚਣਾ ਸ਼ੁਰੂ ਕੀਤਾ ਤੇ ਵੀ ਥਾਟ ਕਿ ਇਟਸ ਇੰਪੋਰਟੈਂਟ ਕਿ ਇਸ ਮਸਲੇ ਨੂੰ ਟੋਟੈਲਿਟੀ 'ਚ ਇੱਕ ਤਰ੍ਹਾਂ ਐਡਰੈਸ ਕੀਤਾ ਜਾਵੇ। ਇਸ ਲਈ ਅੱਜ ਸਾਡੇ ਨਾਲ ਇੱਕ ਐਕਸਪਰਟ ਜੁੜੇ ਨੇ, ਡਾਕਟਰ ਮੀਨਾ ਟਾਂਡਾ, ਜੋ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਆਫ ਵੁਲਵਰਹੈਂਪਟਨ 'ਚ ਪੜ੍ਹਾ ਰਹੇ ਨੇ। ਫਿਲਾਸਫੀ ਤੇ ਕਲਚਰਲ ਪੋਲੀਟਿਕਸ ਦੇ ਪ੍ਰੋਫੈਸਰ ਨੇ। ਇਹਨਾਂ ਨੇ ਕਾਸਟ ਲੈਜਿਸਲੇਸ਼ਨ ਇਨ ਯੂਕੇ ਤੇ ਵੀ ਕੰਮ ਕੀਤਾ ਹੈ, ਜਿਹਦੇ ਤੇ ਬਾਅਦ 'ਚੋਂ ਗੱਲ ਕਰਨਗੇ। ਤੇ ਕਾਸਟ ਤੇ ਜਾਤ ਵਿਵਸਥਾ ਤੇ ਅੰਬੇਦਕਰ ਤੇ ਫਿਲੋਸੋਫਿਕਲੀ ਵੀ ਤੇ ਪੋਲੀਟੀਕਲੀ ਵੀ ਸੋਚਦੇ ਨੇ, ਲਿਖਦੇ ਨੇ। ਡਾਕਟਰ ਮੀਨਾ ਟਾਂਡਾ, ਬਹੁਤ ਵੈਲਕਮ ਹੈ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ। ਤੇ ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕਰਨਾ ਚਾਹੁੰਦੀ ਹਾਂ, ਬਿਕਾਜ਼ ਯੂ ਆਰ ਅ ਫਿਲੋਸਫਰ, ਕਿ ਜੇ ਆਪਾਂ ਇਹਨੂੰ ਫਲਸਫੇ ਦੇ ਤੌਰ ਤੇ ਜਾਤ ਦੀ ਵਿਵਸਥਾ ਨੂੰ ਤੇ ਲਿੰਗ ਦੇ ਸਵਾਲ ਨੂੰ ਜੋੜ ਕੇ ਸਮਝਣਾ ਹੋਵੇ ਤਾਂ ਆਪਾਂ ਹਿਸਟੋਰੀਕਲੀ ਇਤਿਹਾਸ ਤੋਂ ਕਿਸ ਤਰ੍ਹਾਂ ਇਸ ਨੂੰ ਸਮਝ ਸਕਦੇ ਹਾਂ, ਕਿਹਦੇ ਥਰੂ ਸਮਝ ਸਕਦੇ ਹਾਂ, ਕਿਉਂਕਿ ਅਸੀਂ ਪਹਿਲੀ ਵਾਰ ਤਾਂ ਇਹ ਗੱਲ ਕਰ ਨਹੀਂ ਰਹੇ, ਇਹ ਗੱਲ ਪਹਿਲਾਂ ਵੀ ਹੁੰਦੀ ਰਹੀ ਹੈ। I was just interested ਕਿ ਅਸੀਂ ਕਿੱਥੋਂ ਡਰਾ ਕਰੀਏ ਇਸ ਰਿਲੇਸ਼ਨਸ਼ਿਪ। ਨਿਕਿਤਾ, ਪਹਿਲੇ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਪਣੇ ਇਹ ਪ੍ਰੋਗਰਾਮ ਵਿੱਚ ਬੁਲਾਇਆ। ਮੈਂ ਜਿਹੜੇ ਵੀ ਲੋਕ ਦੇਖ ਰਹੇ ਉਹਨਾਂ ਨੂੰ ਸ਼ੁਰੂ 'ਚ ਇੱਕ ਦੋ ਗੱਲਾਂ ਕਹਿਣੀਆਂ ਚਾਹੁੰਦੀਆਂ ਐਜ਼ ਹੈਲਥ ਵਾਰਨਿੰਗ। ਮੇਰਾ ਜਿਹੜਾ ਜਾਤ ਔਰ ਔਰਤ ਦੇ ਮਸਲੇ ਨਾਲ ਜੋ ਰਿਸ਼ਤਾ ਹੈ ਉਹ ਬੜਾ ਨਿੱਜੀ ਵੀ ਹੈ, ਬਹੁਤ ਪੁਰਾਣਾ ਹੈ, ਔਰ ਮੈਨੂੰ ਕਿਤਾਬੀ ਤੌਰ ਤੇ ਬਹੁਤ ਲੇਟ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ। ਲੇਕਿਨ ਜਦੋਂ ਮੈਂ PhD ਸ਼ੁਰੂ ਕੀਤੀ ਉਸ ਸਮੇਂ ਤੋਂ ਮੈਂ ਇਹਦੇ ਬਾਰੇ ਸੋਚ ਰਹੀ ਹਾਂ। ਸੋ ਅੱਜ ਤੋਂ 1987 ਚ ਜਦੋਂ ਮੈਂ ਆਕਸਫੋਰਡ ਆਈ ਸੀ ਤਾਂ ਮੈਂ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਸੀ ਤਦ। ਔਰ ਸਭ ਤੋਂ ਪਹਿਲੇ 1993 ਚ ਇੱਕ ਛੋਟਾ ਜਿਹਾ ਆਰਟੀਕਲ ਲਿਖਿਆ ਸੀ ਮੈਂ ਵਿਦ ਰਿਸਪੈਕਟ ਟੂ ਦੀ ਅਨਟੱਚੇਬਲ। ਉਹ ਫ੍ਰੈਂਚ ਵਿੱਚ ਇੱਕ ਜਰਨਲ ਚ ਛਪਿਆ ਸੀ, ਜਿਹੜਾ ਕਿ ਮੈਂ ਆਪ ਨਹੀਂ ਪੜ੍ਹ ਸਕਦੀ ਹੁਣ ਕਿਉਂਕਿ ਮੈਨੂੰ ਆਉਂਦੀ ਨਹੀਂ ਫ੍ਰੈਂਚ, ਕਿਸੇ ਨੇ ਟ੍ਰਾਂਸਲੇਟ ਕਰਕੇ ਛਾਪਿਆ ਸੀ। ਜਿਹੜਾ ਇਹ ਦੋਨੋਂ ਗੱਲਾਂ ਨੂੰ ਜੋੜਨਾ, ਜਾਤ ਨੂੰ ਔਰ ਔਰਤ ਦੇ ਮਸਲੇ ਨੂੰ, ਇਹ ਗੱਲ ਮੈਨੂੰ ਤਦ ਹੀ ਸਮਝ ਆਉਣ ਲੱਗੀ ਜਦੋਂ ਮੈਂ ਬਾਬਾ ਸਾਹਿਬ ਅੰਬੇਦਕਰ ਦੀ ਰਾਈਟਿੰਗਸ ਪੜ੍ਹੀਆਂ, ਔਰ ਉਹ ਕਾਫੀ ਲੇਟ, ਸਮਝ ਲਓ ਅੱਜ ਤੋਂ 10-15 ਸਾਲ ਪਹਿਲੇ। ਔਰ ਜਦੋਂ ਮੈਂ ਇੱਥੇ ਫਿਰ ਹੌਲੀ ਹੌਲੀ ਪੜ੍ਹਾਉਣਾ ਵੀ ਸ਼ੁਰੂ ਕੀਤਾ ਅੰਬੇਦਕਰ, ਔਰ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਹੋਰ ਵੀ ਜ਼ਿਆਦਾ ਸਮਝ ਆਉਣ ਲੱਗੀ ਗੱਲ ਕਿ ਇਹ ਦੋਨੋਂ ਚੀਜ਼ਾਂ ਕਿਉਂ ਜੁੜੀਆਂ ਹੋਈਆਂ। ਉਸ ਤੋਂ ਪਹਿਲੇ ਤਾਂ ਜਿਹੜੀ ਜਾਤ ਦੇ ਖਿਲਾਫ ਜੋ ਵੀ ਮੇਰਾ ਆਪਣਾ ਐਟੀਟਿਊਡ ਕਹਿ ਲਓ, ਜੋ ਮੇਰੀ ਕੋਸ਼ਿਸ਼ ਰਹੀ ਹੈ, ਉਹ ਬਹੁਤ ਕੁਛ ਤਾਂ ਮੇਰੇ ਬਚਪਨ ਤੋਂ ਸੀਗੀ, ਕਿਉਂਕਿ ਮੈਨੂੰ ਜਿਹੜਾ ਮੈਂ ਘਰ 'ਚ ਜਨਮ ਦਿੱਤਾ, ਰਾਧਾ ਸਵਾਮੀ ਘਰ ਵਿੱਚ ਜਨਮ ਦਿੱਤਾ ਸੀ, ਔਰ ਮੈਂ
ਕਦੀ ਵੀ ਜਾਤ ਬਾਰੇ ਉਸ ਤਰ੍ਹਾਂ ਸਾਨੂੰ ਨਹੀਂ ਸਿਖਾਇਆ ਗਿਆ ਸੀ, ਜਾਤ ਤੇ ਵੱਖਰਾ ਰੱਖਣਾ, ਜਾਂ ਇੱਕ ਕਹਿ ਲਓ ਕਿ ਬਰਾਬਰਤਾ ਸਾਡੇ ਘਰ ਵਿੱਚ ਸੀਗੀ ਜਾਤ ਪਾਤ ਦੇ ਮਾਮਲੇ 'ਚ। ਲੇਕਿਨ ਜਿਹੜਾ ਪੰਜਾਬ ਦਾ ਵੈਸੇ ਜਾਂ ਮਿਡਲ ਕਲਾਸ ਘਰ ਦਾ ਮਾਹੌਲ ਟੋਟਲ ਸੀਗਾ, ਉਹਦੇ ਵਿੱਚ ਜਾਤ ਸੀਗੀ। ਇੱਕ ਸਾਡਾ ਇਹ ਪ੍ਰਿਵਿਲੇਜ ਸੀਗਾ, ਅਸੀਂ ਕਿਉਂਕਿ ਸਫ਼ਰ ਨਹੀਂ ਕਰਦੇ ਸੀ, ਸਾਨੂੰ ਨਜ਼ਰ ਨਹੀਂ ਆਉਂਦੀ ਸੀ। ਇਹ ਜਦੋਂ ਅਸੀਂ ਪੜ੍ਹਨ ਲੱਗੇ ਤਾਂ ਅਸੀਂ ਇਹਨੂੰ ਦੇਖਣਾ ਵੀ ਦੂਸਰੇ ਤਰੀਕੇ ਨਾਲ ਸੋਚਿਆ, ਔਰ ਫਿਰ ਜਿਹੜਾ ਆਪਣਾ ਪਾਸਟ ਦੇਖਿਆ ਕਿ ਕਿਵੇਂ ਅਸੀਂ ਜਿਹੜਾ ਸਾਡੇ ਸਾਹਮਣੇ ਜੋ ਕੁਛ ਸੀਗਾ ਅਸੀਂ ਉਹਨੂੰ ਨਹੀਂ ਦੇਖ ਰਹੇ ਸੀ। ਤਾਂ ਇਹ ਐਜ਼ ਅ ਫਿਲੋਸਫਰ ਕਹਿ ਲਓ ਕਿ ਮੈਨੂੰ ਲੱਗਦਾ ਕਿ ਜਿਹੜੀ ਵੀ ਸੋਚ ਹੈ ਉਹ ਆਪਣੇ ਜੋ ਤੁਹਾਡੇ ਤੇ ਬੀਤੀ ਹੁੰਦੀ ਹੈ ਉਹਦੇ ਤੋਂ ਲੰਘ ਕੇ ਨਿਕਲਦੀ ਹੈ, ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਹੈ, ਔਰ ਉਹਦਾ ਜ਼ਿਆਦਾ ਜ਼ੋਰ ਹੁੰਦਾ। ਉਹਦੇ ਵਿੱਚ ਉਹ ਤੁਸੀਂ ਦੂਸਰੇ ਇਨਸਾਨ ਨੂੰ ਜਾਂ ਹੋਰ ਲੋਕ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਉਹਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਸਮਝਾ ਸਕਦੇ। ਪਰ ਜਿਹੜੀ ਸਿਰਫ ਇੱਕ ਕਿਤਾਬੀ ਤੌਰ ਤੇ ਜਿਹੜੀ ਅੰਡਰਸਟੈਂਡਿੰਗ ਹੈ ਕਿਸੇ ਦੀ, ਚਾਹੇ ਉਹ ਕਾਸਟ ਦੀ ਹੈ ਜਾਂ ਔਰਤ ਦੇ ਮਸਲੇ ਤੇ, ਜਿਹੜੇ ਸਿਰਫ ਪੜ੍ਹ ਲਿਖ ਕੇ ਹੀ ਆਈ ਹੈ, ਉਹਦਾ ਮੈਨੂੰ ਲੱਗਦਾ ਹੈ ਕਿ ਇੰਨਾ ਜ਼ਿਆਦਾ ਉਹਦਾ ਨਾ ਉਹ 'ਚ ਜੋਸ਼ ਹੁੰਦਾ, ਨਾ ਉਹਦੇ ਵਿੱਚ ਉਹਦਾ ਕੋਈ ਫਾਇਦਾ ਹੁੰਦਾ, ਕਿਉਂਕਿ ਉਹ ਇਸ ਤਰ੍ਹਾਂ ਕਿ ਉਹ ਬਦਲਦਾ ਰਹਿੰਦਾ ਹੈ। ਉਹ ਅੱਜ ਤੁਹਾਡਾ ਜਿਹੜਾ ਫਰੇਮਵਰਕ ਹੈ ਉਹ ਇੱਕ ਕਿਤਾਬ ਦੇ ਵਿੱਚੋਂ ਨਿਕਲਿਆ, ਕੱਲ ਕਿਸੇ ਹੋਰ ਚੋਂ ਨਿਕਲੇਗਾ, ਔਰ ਫਿਰ 10 ਸਾਲ ਬਾਅਦ ਤੁਸੀਂ ਬੋਰ ਹੋ ਜਾਓਗੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਫਿਰ ਤੁਸੀਂ ਕੁਝ ਹੋਰ ਗੱਲ ਕਰਨ ਲੱਗ ਜਾਓਗੇ। ਤਾਂ ਮੇਰਾ ਇਸ ਤਰ੍ਹਾਂ ਦਾ ਨਹੀਂ ਹੈ ਰਿਲੇਸ਼ਨਸ਼ਿਪ, ਇਹ ਮੈਂ ਕਹਿਣਾ ਚਾਹੁੰਦੀ ਹਾਂ। ਦੂਸਰੀ ਗੱਲ ਇਹ ਕਿ ਮੈਨੂੰ ਈਵਨ ਦੋ ਮੈਂ ਫਿਲੋਸਫਰ ਹਾਂ, ਪਰ ਮੈਨੂੰ ਇਸ ਗੱਲ 'ਚ ਘੱਟ ਇੰਟਰਸਟ ਹੈ ਕਿ ਅਲਟੀਮੇਟਲੀ ਅਸੀਂ ਕਿਹੜੀ ਥਿਊਰੀ ਬਣਾਉਂਦੇ ਹਾਂ ਕਾਸਟ ਦੇ ਬਾਰੇ, ਔਰ ਔਰਤਾਂ ਨੂੰ ਜੋੜ ਕੇ ਕਿਹੜੀ ਥਿਊਰੀ ਬਣਾਉਂਦੇ। ਮੈਨੂੰ ਥਿਊਰੀ ਐਸ ਸੱਚ ਬਣਾਉਣ ਵਿੱਚ ਜ਼ਿਆਦਾ ਕੋਈ ਇੰਟਰਸਟ ਨਹੀਂ ਹੈ, ਲੇਕਿਨ ਇਸ ਗੱਲ 'ਚ ਜ਼ਰੂਰ ਹੈ ਕਿ ਜਿਹੜੇ ਮਸਲੇ ਅਸੀਂ ਫੇਸ ਕਰਦੇ ਹਾਂ ਔਰ ਜਿਹੜੇ ਕਿ ਇੰਨੇ ਸਾਲਾਂ ਤੋਂ ਜਿਹਦਾ ਕੋਈ ਹੱਲ ਨਹੀਂ ਨਿਕਲ ਰਿਹਾ, ਉਹ ਕਿਵੇਂ ਹੱਲ ਕੱਢਿਆ ਜਾ ਸਕਦਾ, ਇਹ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਲੱਗਦੀ ਹੈ ਗੱਲ। ਤਾਂ ਡਾਕਟਰ ਅੰਬੇਦਕਰ ਵੱਲ ਜਦੋਂ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ, ਤਾਂ ਮੈਂ ਦੇਖਿਆ ਕਿ ਜਿਹੜਾ ਉਹਨਾਂ ਦਾ ਸਭ ਤੋਂ ਪਹਿਲੇ 1916 ਵਿੱਚ ਉਹਨਾਂ ਨੇ ਆਰਟੀਕਲ ਲਿਖਿਆ ਸੀ, ਕਾਸਟ ਇਨ ਇੰਡੀਆ ਦਾ ਮੈਕੈਨਿਜ਼ਮ, ਜੈਨੇਸਿਸ ਐਂਡ ਡਿਵੈਲਪਮੈਂਟ। ਉਹ ਮੈਂ ਕੋਸ਼ਿਸ਼ ਕਰ ਰਹੀ ਸੀ ਲੱਭਣ ਦੀ ਕਿ ਸ਼ਾਇਦ ਪੰਜਾਬੀ ਵਿੱਚ ਵੀ ਉਹਦੀ ਟ੍ਰਾਂਸਲੇਸ਼ਨ ਹੈ ਜਾਂ ਨਹੀਂ। ਮੈਂ ਆਪਣੀ ਦੋਸਤ ਰਾਜਮਾਨ ਨੂੰ ਪੁੱਛਿਆ ਵੀ ਸੀ ਔਰ ਉਹਨੂੰ ਲੱਭੀ ਨਹੀਂ ਕੋਈ, ਔਰ ਮੈਨੂੰ ਲੱਗਦਾ ਨਹੀਂ ਕਿ ਹੈ। ਮੇਰਾ ਅੰਦਾਜ਼ਾ ਸੀ ਕਿ ਸ਼ਾਇਦ ਲਾਹੌਰੀ ਰਾਮ ਬਾਲੀ ਉਹਨਾਂ ਨੇ ਬੜਾ ਕੁਝ ਟ੍ਰਾਂਸਲੇਟ ਕੀਤਾ, ਇਹ ਵੀ ਕੀਤਾ ਹੋਏਗਾ। ਔਰ ਜੇ ਕਿਸੇ ਦਰਸ਼ਕ ਨੂੰ ਪਤਾ ਹੈ ਤਾਂ ਜ਼ਰੂਰ ਕਮੈਂਟ 'ਚ ਪਾ ਦੇਣ ਕਿ ਕਾਸਟ ਇਨ ਇੰਡੀਆ ਦੇਅਰ ਮੈਕੈਨਿਜ਼ਮ, ਜੈਨੇਸਿਸ ਔਰ ਡਿਵੈਲਪਮੈਂਟ ਦੀ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਹੈ। ਮਰਾਠੀ 'ਚ ਤਾਂ ਹੈ, ਪਰ ਪੰਜਾਬੀ 'ਚ ਹੈ ਕਿ ਨਹੀਂ ਹੈ। ਔਰ ਜੇ ਹੈ ਤਾਂ ਮੈਂ ਜ਼ਰੂਰ ਦਰਸ਼ਕਾਂ ਨੂੰ ਜੋ ਵੀ ਸੁਣ ਰਹੇ ਆ ਉਹਨਾਂ ਨੂੰ ਕਹਾਂਗੀ ਕਿ ਪੜ੍ਹਨ। ਐਨਾਈਲੇਸ਼ਨ ਆਫ ਕਾਸਟ ਦਾ ਲੋਕਾਂ ਨੇ ਪੜ੍ਹਦੇ ਆ, ਜਿਹੜੇ 1935 ਦਾ ਉਹਨਾਂ ਦਾ ਲੈਕਚਰ ਹੈ ਜਿਹੜਾ ਉਹਨੇ ਜਾਤ ਪਾਤ ਤੋੜਕ ਮੰਡਲ ਨੂੰ ਦਿੱਤਾ ਸੀ, ਉਹ ਤਾਂ ਲੋਕਾਂ ਨੇ ਪੜ੍ਹਿਆ, ਲੇਕਿਨ ਇਹ ਵਾਲਾ ਘੱਟ ਪੜ੍ਹਦੇ। ਹੁਣ ਇਹ ਵਾਲਾ ਜਿਹੜਾ ਐਸੇ ਉਹਨਾਂ ਦਾ ਬੜਾ ਅਰਲੀ ਹੈ, ਉਹਦੇ ਵਿੱਚ ਉਹ ਦਿਖਾਉਣਾ ਚਾਹੁੰਦੇ, ਐਕਸਪਲੇਨ ਕਰਨਾ ਚਾਹੁੰਦੇ ਕਿ ਕਾਸਟ ਕਿਵੇਂ ਸ਼ੁਰੂ ਹੋਈ ਔਰ ਕਿਵੇਂ ਉਸ ਨੂੰ ਸਮਝਿਆ ਜਾ ਸਕਦਾ, ਕਿਵੇਂ ਉਹ ਮਲਟੀਪਲਾਈ ਕਰਦੀ, ਕਿਵੇਂ ਉਹ ਰਹਿੰਦੀ ਹੈ ਸਾਡੇ ਨਾਲ। ਔਰ ਉਹਦੇ ਵਿੱਚ ਉਹ ਦੱਸਦੇ ਹੈ ਕਿ ਸਾਨੂੰ ਇੰਡੀਆ ਦਾ ਜਿਹੜਾ ਸੋਸ਼ਲ ਸਟਰਕਚਰ ਹੈ ਕਿ ਜਿਹੜੇ ਫੈਮਿਲੀ ਦੇ ਰਿਲੇਸ਼ਨ ਹੈ, ਕਿਨਸ਼ਿਪ ਰਿਲੇਸ਼ਨ ਹੈ, ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਪਹਿਲੇ ਸੀਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਐਕਸੋਗੈਮਸ। ਐਕਸੋਗੈਮਸ ਮੀਨਸ ਆਪਣੇ ਸਪਿੰਦ ਔਰ ਜਿਹੜੇ ਆਪਣੇ ਸਗੋਤਰ ਹੈ ਉਹਨਾਂ ਨਾਲ ਵਿਆਹ ਨਹੀਂ ਕਰ ਸਕਦੇ। ਓਰੀਜਨਲੀ ਤਾਂ ਆਹ ਸਿਸਟਮ ਸੀ ਕਿ ਨਾ ਤੁਸੀਂ ਆਪਣੇ, ਇਹ ਹਾਲੇ ਵੀ ਹੈ ਕਿ ਤੁਸੀਂ ਜਿਹੜੇ ਬਿਲਕੁਲ ਆਪਣੇ ਗੋਤਰ ਦੇ ਲੋਕ ਆ ਉਹਨਾਂ ਨਾਲ ਵਿਆਹ ਨਹੀਂ ਕਰ ਸਕਦੇ, ਨਾ ਤੁਸੀਂ ਜਿਹੜੇ ਜਿਨ੍ਹਾਂ ਨਾਲ ਤੁਹਾਡਾ ਬਲੱਡ ਰਿਲੇਸ਼ਨ ਉਹਨਾਂ ਨਾਲ ਵਿਆਹ ਕਰ ਸਕਦੇ। ਤੇ ਜੇ ਤਾਂ ਸਿਰਫ ਇਹੀ ਗੱਲ ਹੁੰਦੀ ਤਾਂ ਹੁਣ ਤੱਕ ਬੜੀ ਸਾਰੀ ਮਿਕਸਿੰਗ ਹੋ ਜਾਣੀ ਸੀ। ਕਿਉਂ ਨਹੀਂ ਹੋਈ? ਜੇ ਸਪੋਜ਼ ਬਾਹਰ ਆਊਟਵਰਡ ਜਾਣਾ ਹੈ, ਆਪਸ 'ਚ ਨਹੀਂ ਕਰਨਾ ਵਿਆਹ, ਤਾਂ ਫਿਰ ਤਾਂ ਬਹੁਤ ਦੂਰ ਦੂਰ ਤੱਕ ਮਿਕਸਿੰਗ ਹੋਣੀ ਸੀ, ਲੇਕਿਨ ਨਹੀਂ ਹੋਈ। ਤੇ ਉਹ ਸਮਝਾਉਂਦੇ ਆ ਕਿ ਇਸ ਦੇ ਉੱਪਰ ਇੱਕ ਹੋਰ ਸਿਸਟਮ ਜਿਹਨੂੰ ਆਪਾਂ ਐਂਡੋਗੈਮੀ ਕਹਿੰਦੇ ਆ, ਉਹ ਉਹਦੇ ਉੱਪਰ ਇੰਪੋਜ਼ ਕੀਤਾ ਗਿਆ ਕਿ ਤੁਸੀਂ ਇਸ ਤੋਂ ਅੰਦਰ ਵਿਆਹ ਨਹੀਂ ਕਰਨਾ, ਲੇਕਿਨ ਉਸ ਤੋਂ ਬਾਹਰ ਵੀ ਨਹੀਂ ਕਰਨਾ। ਉਹ ਜਿਹੜੀ ਉਹ ਵੱਡਾ ਦਾਇਰਾ ਹੈ, ਜਿਹੜਾ ਜਾਤ ਦਾ ਦਾਇਰਾ ਹੈ, ਕਿ ਤੁਸੀਂ ਉਸ ਤੋਂ ਬਾਹਰ ਵੀ ਵਿਆਹ ਨਹੀਂ ਕਰਨਾ। ਲੇਕਿਨ ਉਹਦੀ ਹੁਣ ਇਸ਼ੂ ਹੈਗਾ, ਉਹਦੀ ਪ੍ਰੋਬਲਮ ਹੈ ਕਿ ਜੇ ਇਹ ਨਹੀਂ ਕਰਨਾ ਤਾਂ ਤੁਸੀਂ ਜਦੋਂ ਤੁਸੀਂ ਇਸ ਦਾਇਰੇ ਦੇ ਵਿੱਚ ਦੇਖੋ ਤੇ ਜੇ ਉਹ ਕਹਿੰਦੇ ਕਿ ਜੇ ਇੱਕ ਆਦਮੀ ਦੀ ਮੌਤ ਹੋ ਜਾਂਦੀ ਹੈ, ਇੱਕ ਔਰਤ ਦੀ ਮੌਤ ਹੋ ਜਾਂਦੀ ਹੈ,
ਤਾਂ ਤੁਹਾਨੂੰ ਇੱਕ ਸਰਪਲਸ ਮੈਨ ਜਾਂ ਸਰਪਲਸ ਵੂਮਨ ਰਹਿ ਜਾਂਦਾ ਹੈ। ਤੇ ਜਿਹੜਾ ਵਿਧਵਾ ਹੋ ਗਿਆ ਜਾਂ ਵਿਧਵਾ ਹੋ ਗਈ ਜਿਹੜੀ ਔਰਤ, ਹਾਂ, ਉਹਦਾ ਕੀ ਕਰੋਗੇ ਤੁਸੀਂ? ਤਾਂ ਉਹ ਲਿੰਕ ਕਰਦੇ ਹੈ ਕਿ ਜਾਤ ਨੂੰ ਬਣਾਏ ਰੱਖਣ ਕਰਕੇ ਵਿਡੋ ਰੀਮੈਰਿਜ, ਗਰਲ ਮੈਰਿਜ ਔਰ ਸਤੀ, ਇਹ ਸਭ ਚੀਜ਼ਾਂ ਸਾਡੇ ਸਮਾਜ ਵਿੱਚ ਆਈਆਂ। ਸੋ ਇੱਥੋਂ ਤੁਹਾਨੂੰ ਲੱਗਦਾ ਹੈ ਪਤਾ ਕਿ ਇਹ ਜਿਹੜੀਆਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਔਰਤਾਂ ਦੇ ਖਿਲਾਫ ਜਿਹੜੀਆਂ ਪ੍ਰੈਕਟਿਸਿਸ ਸੀਗੀਆਂ, ਕਿ ਯੰਗ ਕੁੜੀ ਨੂੰ ਉਹਦੇ ਹੋਸ਼ ਆਉਣ ਤੋਂ ਪਹਿਲੇ ਹੀ ਕਿਸੇ ਨਾਲ ਵਿਆਹ ਕਰ ਦੇਣਾ, ਔਰ ਜਾਂ ਫਿਰ ਇੱਕ ਔਰਤ ਨੂੰ ਕਹਿਣਾ ਕਿ ਜਾਂ ਤਾਂ ਤੂੰ ਸੜ ਕੇ ਮਰ ਜਾ ਜਾਂ ਫਿਰ ਐਜ਼ ਏ ਵਿਡੋ ਤੂੰ ਰਹਿ ਕੇ ਕਿਸੇ ਨਾਲ ਤੇਰਾ ਲੈਣਾ ਦੇਣਾ ਨਹੀਂ, ਤੂੰ ਤੇ ਆਪਣੀ ਲੇਬਰ ਸਾਨੂੰ ਦੇ, ਤੇਰੇ ਤੋਂ ਕੰਮ ਕਰਾਵਾਂਗੇ ਲੇਕਿਨ ਤੈਨੂੰ ਉਹਦੇ ਬਦਲੇ 'ਚ ਖਾਣਾ ਪੀਣਾ ਦੇਵਾਂਗੇ, ਪਰ ਤੂੰ ਹੋਰ ਕੁਛ ਨਾ ਕਰ, ਠੀਕ ਹੈ। ਇਹ ਸਾਰੀਆਂ ਐਂਟੀ ਵਿਮਨ ਜਿਹੜੀਆਂ ਪ੍ਰੈਕਟਿਸਿਸ ਹੈ, ਇਹਨਾਂ ਦਾ ਜਾਤ ਨੂੰ ਬਣਾ ਕੇ ਰੱਖਣ ਨਾਲ ਕਿੰਨਾ ਗਹਿਰਾ ਲਿੰਕ ਹੈ। ਇਹ ਗੱਲ ਮੈਨੂੰ ਇਹ ਪੜ੍ਹ ਕੇ ਸਮਝ ਆਈ। ਤੇ ਇਸ ਤੋਂ ਮੈਨੂੰ ਲੱਗਦਾ ਹੈ ਕਿ ਜੇ ਥਿਓਰੇਟਿਕਲੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੈ, ਜੁੜੀਆਂ ਹੋਈਆਂ, ਇਹਦਾ ਮਤਲਬ ਇਹ ਹੈ ਕਿ ਅਸੀਂ ਜੇ ਜਾਤ ਪਾਤ ਨੂੰ ਤੋੜਨਾ ਚਾਹੁੰਦੇ ਹਾਂ ਤਾਂ ਸਾਨੂੰ ਔਰਤ ਦੀ ਵਿਵਸਥਾ ਨੂੰ ਬਿਹਤਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨੀ ਪਏਗੀ। ਹੁਣ ਲੋਕੀ ਕਹਿਣਗੇ ਕਿ ਹੁਣ ਤਾਂ ਕੋਈ ਜੀ ਹੈ ਨਹੀਂ ਹੈ ਜੀ ਵਿਧਵਾ ਦੇ ਏਦਾਂ ਉਹ ਏਦਾਂ, ਇਹ ਗੱਲ ਸਹੀ ਨਹੀਂ ਹੈ। ਸਾਡੇ ਘਰ ਵਿੱਚ ਵਿਧਵਾ ਹੈਗੀਆਂ, ਉਹਨਾਂ ਦੀ ਵੀ ਓਦਾਂ ਸਿਚੁਏਸ਼ਨ ਠੀਕ ਹੈ ਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਲੋਕ ਟਰੀਟ ਕਰਦੇ ਆ, ਪਰ ਇੰਨਾ ਆਸਾਨ ਨਹੀਂ ਹੈ ਕਿ ਇੱਕ ਵਿਧਵਾ ਮੁੜ ਕੇ ਦੁਬਾਰਾ ਵਿਆਹ ਕਰਾ ਦੇ। ਇੰਨਾ ਆਸਾਨ ਨਹੀਂ ਹੈ। ਇੱਕ ਆਦਮੀ ਵਾਸਤੇ ਸ਼ਾਇਦ ਹੋ ਸਕਦਾ ਹੈ, ਪਰ ਔਰਤਾਂ ਦੇ ਹਾਲੇ ਵੀ ਨਹੀਂ ਹੈ ਆਸਾਨ ਨਹੀਂ ਹੈ। ਤਾਂ ਜਿਹੜੀ ਔਰਤ ਦੀ ਸਿਚੁਏਸ਼ਨ ਹੈ ਉਹ ਹਾਲੇ ਵੀ, ਜੇ ਉਹ ਨੀਵੀਂ ਰਹਿੰਦੀ ਹੈ ਜਾਂ ਫਿਰ ਜੇ ਉਹਨੂੰ ਆਦਮੀ ਦੀ ਗੱਲ ਮੰਨ ਕੇ ਹੀ ਚੱਲਣਾ ਪੈਂਦਾ, ਉਹਦਾ ਰਿਸ਼ਤਾ ਕਾਸਟ ਨੂੰ ਬਣਾਏ ਰੱਖਣ ਨਾਲ ਹੈ। ਇਹ ਗੱਲ ਤਾਂ ਜਿਹੜੀ ਪਹਿਲੀ ਗੱਲ ਹੈ ਜਿਹੜੀ ਆਈ ਥਿੰਕ ਆਪਾਂ ਨੂੰ ਸੋਚਣੀ ਚਾਹੀਦੀ ਹੈ। ਦੂਜਾ ਇਹੀ ਜਿਹੜਾ ਐਸੇ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਇਹ ਵੀ ਸਮਝਾਇਆ ਕਿ ਕਾਸਟ ਨੂੰ ਇਕੱਲੇ ਵਿੱਚ ਨਹੀਂ ਦੇਖਣਾ ਚਾਹੀਦਾ। ਇੱਕ ਕਾਸਟ ਦਾ ਰਿਸ਼ਤਾ ਇੱਕ ਦੂਸਰੀ ਕਾਸਟ ਨਾਲ ਵੀ ਹੈ। ਇਹ ਪੂਰਾ ਸਿਸਟਮ ਹੈ ਜਿਹਦੇ ਵਿੱਚ ਉਹ ਲੇਟਰ ਔਨ ਗ੍ਰੇਡਡ ਇਨਇਕੁਆਲਿਟੀ ਦਾ ਆਈਡੀਆ ਯੂਜ਼ ਕਰਦੇ हैं ਕਿ ਹਰ ਇੱਕ ਜਾਤ ਵਿੱਚ ਇਨਸਾਨ ਜਿਹੜਾ ਆਪਣੀ ਜਾਤ ਤੋਂ ਨੀਵੇਂ ਨੂੰ ਦੇਖਦਾ ਹੈ ਕਿ ਮੈਂ ਉਹਨਾਂ ਨੀਵਾਂ ਨਹੀਂ ਹੋਣਾ। ਸੋ ਇਸ ਕਰਕੇ ਇਹ ਨਹੀਂ ਸਿਰਫ ਕਿ ਮੇਰੇ ਤੋਂ ਉੱਪਰ ਲੋਕ ਹੈ, ਮੇਰੇ ਤੋਂ ਥੱਲੇ ਮੈਂ ਦਿਖਾਣਾ ਚਾਹੁੰਦੇ ਹਾਂ ਇਸ ਲਈ ਕਿ ਵੀ ਮੈਂ ਉਹਨਾਂ ਨੀਵਾਂ ਨਹੀਂ ਹੈ। ਤੇ ਇਹ ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਸੀਗੀ ਗ੍ਰੇਡਡ ਇਨਇਕੁਆਲਿਟੀ ਦੀ, ਇਹ ਵੀ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਸਮਝਣ ਲਈ ਕਿ ਕਿਉਂ ਕਾਸਟ ਦਾ ਢਾਂਚਾ ਨਹੀਂ ਟੁੱਟਦਾ। ਕਿਉਂਕਿ ਅਲੱਗ-ਅਲੱਗ ਜਾਤੀਆਂ ਦੇ ਲੋਕ ਇਕੱਠੇ ਹੋਣ ਚ ਇਸ ਕਰਕੇ ਨਹੀਂ, ਉਹਨਾਂ ਨੂੰ ਇਸ ਕਰਕੇ ਮੁਸ਼ਕਲ ਲੱਗਦੀ ਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਕਿਸੇ ਹੋਰ ਨਾਲੋਂ ਉੱਪਰ ਰਹਿਣ ਦੀ ਜਿਹੜੀ ਸਟੇਟਸ ਹੈ ਉਹ ਖਤਮ ਹੋ ਜਾਏਗਾ। ਜੇ ਸਾਰਾ ਢਾਂਚਾ ਟੁੱਟੇਗਾ ਤਾਂ ਤੁਸੀਂ ਕਿਸੇ ਤੋਂ ਵੀ ਉੱਪਰ ਨਹੀਂ ਰਹੋਗੇ, ਕੋਈ ਵੀ ਕਿਸੇ ਤੋਂ ਉੱਪਰ ਨਹੀਂ ਰਹੇਗਾ। ਇਸ ਕਰਕੇ ਹਰ ਇੱਕ ਜਿਹੜਾ ਗਰੁੱਪ ਹੈ ਉਹਨੂੰ ਲੱਗਦਾ ਮੇਰਾ ਤਾਂ ਨੁਕਸਾਨ ਹੋਏਗਾ। ਉਹਨੂੰ ਉੱਪਰ ਵਾਲੇ ਤੋਂ ਤਾਂ ਉਹ ਨਹੀਂ ਚੇਂਜ ਕਰ ਸਕਦੇ, ਪਰ ਜਿਹੜਾ ਉਹਨਾਂ ਨੂੰ ਥੱਲੇ ਬਣਾ ਕੇ ਰੱਖਣ ਦਾ ਜਿਹੜਾ ਉਹਨਾਂ ਨੂੰ ਮਿਲਦਾ ਫਾਇਦਾ ਉਹ ਚਲੇ ਜਾਏਗਾ। ਇਸ ਕਰਕੇ ਇਹ ਜਿਹੜਾ ਕਾਸਟ ਦਾ ਢਾਂਚਾ ਤੋੜਨ ਦੀ ਇਹ ਬੜੀ ਵੱਡੀ ਮੁਸ਼ਕਲ ਹੈ। ਹੁਣ ਇਸੇ ਵਿੱਚ ਫਿਰ ਦੁਬਾਰਾ ਤੋਂ ਔਰਤ ਦਾ ਰੋਲ ਆ ਜਾਂਦਾ ਹੈ ਕਿ ਜੇ ਔਰਤ ਨੂੰ ਆਪਣੀ ਅਹਿਮੀਅਤ ਸਿਰਫ ਆਪਣੇ ਘਰ, ਆਪਣੇ ਰਿਸ਼ਤੇਦਾਰਾਂ ਔਰ ਆਪਣੇ ਜਿਹੜੀ ਉਹਦੀ ਰਿਲੇਸ਼ਨਸ਼ਿਪ ਆ ਉਹਦੇ ਵਿੱਚੋਂ ਹੀ ਮਿਲਦੀ ਹੈ, ਤਾਂ ਉਹਦਾ ਵੀ ਇੰਟਰਸਟ ਹੈ ਇਸ 'ਚ ਕਿ ਨਾ ਟੁੱਟੇ ਕਾਸਟ ਦਾ। ਇਸ ਕਰਕੇ ਇਹਨੂੰ ਇਹ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਅਸੀਂ ਔਰਤ ਦੀ ਆਜ਼ਾਦੀ ਦੀ ਗੱਲ ਇਸ ਤਰ੍ਹਾਂ ਕਰੀਏ ਕਿ ਉਹ ਇੱਕ ਔਰਤ ਨੂੰ ਇਹ ਗੱਲ ਸਮਝ ਆਵੇ ਕਿ ਉਹਦੀ ਆਪਣੀ ਆਜ਼ਾਦੀ ਕਾਸਟ ਦੇ ਢਾਂਚਾ ਤੋੜ ਕੇ ਹੀ ਹੋਏਗੀ। ਇਸ ਸਟ੍ਰੇਟ ਗੱਲ ਇੱਕਦਮ ਨਹੀਂ ਸਮਝ ਆਉਂਦੀ ਗੱਲ, ਪਰ ਇਹ ਹੈ ਜੁੜੀਆਂ ਹੋਈਆਂ ਗੱਲਾਂ। ਤਾਂ ਜਦੋਂ ਉਹ ਰੌਲਾ ਪਾਉਂਦੀ ਹੈ ਕਿ ਵੀ ਮੈਂ ਤਾਂ ਆਪਣੀ ਧੀ ਦਾ ਵਿਆਹ ਇੱਥੇ ਨਹੀਂ ਕਰਾਉਣਾ ਜਾਂ ਉਹ ਨਹੀਂ ਕਰਾਉਣਾ, ਇੱਥੇ ਨਹੀਂ ਕਰਾਉਣਾ, ਤਾਂ ਉਹਨੂੰ ਸੋਚਣਾ ਚਾਹੀਦਾ ਹੈ ਕਿ ਲੌਂਗ ਰਨ ਵਿੱਚ ਉਹ ਕਿਸੇ ਵੀ ਔਰਤ ਦੇ ਹੱਕ ਵਿੱਚ ਇਹ ਗੱਲ ਨਹੀਂ ਹੈ। ਉਹਨੂੰ ਇਸ ਤੋਂ ਇਹ ਜਿਹੜੀ ਜਾਤ ਨੂੰ ਬਣਾ ਕੇ ਰੱਖਣ ਦੀ ਜਿਹੜੀ ਗੱਲ ਹੈ ਉਹਨੂੰ ਛੱਡਣਾ ਚਾਹੀਦਾ। ਸੋ ਆਈ ਥਿੰਕ ਆਈ'll pause here। ਥੈਂਕ ਯੂ। ਇਹ ਤਾਂ ਹੈ ਹੀ ਕਿ ਅਸੀਂ ਵਿਚਾਰ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਮੈਂ ਲੈਕਚਰ ਨਹੀਂ ਦੇ ਰਹੀ। ਇਟਸ ਕਲੀਅਰ। ਠੀਕ ਹੈ, ਤੁਸੀਂ ਆਪਣਾ ਅਗਲਾ ਸਵਾਲ ਪੁੱਛੋ, ਮੈਂ ਫਿਰ ਹੋਰ ਅੱਗੇ ਗੱਲ ਕਰਾਂਗੀ। ਨਹੀਂ, ਬਿਲਕੁਲ। ਇੱਕ ਚੀਜ਼ ਜਿਹੜੀ ਮੈਨੂੰ ਤੁਹਾਡੀ ਗੱਲਬਾਤ 'ਚ ਇੰਟਰਸਟਿੰਗ ਲੱਗੀ ਉਹ ਸੀਗੀ ਸਰਪਲਸ ਲੇਬਰ ਦਾ ਜਿਹੜਾ ਕਨਸੈਪਟ ਹੈ, ਇਹਦਾ ਕ੍ਰੀਏਟ ਹੋ ਜਾਣਾ, ਚਾਹੇ ਉਹ ਔਰਤ ਦੇ ਰੂਪ 'ਚ ਹੋਵੇ ਜਾਂ ਚਾਹੇ ਉਹ ਇੱਕ ਤਰ੍ਹਾਂ ਦਲਿਤ ਮਜ਼ਦੂਰ ਦੇ ਰੂਪ 'ਚ ਹੋਵੇ। ਤੇ ਮੈਂ ਪੰਜਾਬ ਦੇ ਕੰਟੈਕਸਟ 'ਚ ਸੋਚ ਰਹੀ ਸੀ ਕਿ ਪਿਛਲੇ ਟਾਈਮ 'ਚ ਇੱਕ ਮੇਨ ਡਿਮਾਂਡ ਜਿਹੜੀ ਪੰਜਾਬ 'ਚ ਉੱਠੀ ਹੈ ਉਹ ਹੈ ਪੰਚਾਇਤੀ ਜ਼ਮੀਨ ਦੀ ਡਿਮਾਂਡ। ਤੇ
ਪੰਚਾਇਤੀ ਜ਼ਮੀਨ ਦੀ ਹਾਂ ਡਿਮਾਂਡ, ਜਿੱਥੇ ਹਾਂ ਦਲਿਤਾਂ ਦਾ ਰਾਈਟ ਹੋਣਾ ਚਾਹੀਦਾ ਉਸ ਜ਼ਮੀਨ ਤੇ ਖੇਤੀ ਹਮ ਕਰਨ ਦਾ। ਹਮ ਤੇ ਉਹਦੇ ਵਿੱਚ ਆਬਵੀਅਸਲੀ ਜਿਹੜੀ ਕੰਟਰਡਿਕਸ਼ਨ ਹੈ, ਵਿਰੋਧਤਾ ਹੈ, ਉਹ ਵੀ ਬਹੁਤ ਤਿੱਖੀ ਹੋਈ ਹੈ, ਹਮਲੇ ਹੋਏ ਨੇ, ਸੋਸ਼ਲ ਬਾਈਕਾਟ ਵੀ ਹੋਏ ਨੇ। ਇੱਕ ਲੈਵਲ ਤੱਕ ਇਹ ਆਰਗੇਨਾਈਜੇਸ਼ਨਲੀ ਵੀ ਤੇ ਪੋਲੀਟੀਕਲੀ ਵੀ ਡਿਮਾਂਡ ਥੋੜੀ ਸ਼ਾਰਪ ਹੋਈ ਹੈ, ਇਹਦੀ ਨਿਊਜ਼ ਕਵਰੇਜ ਵੀ ਹੋਈ ਹੈ ਤੇ ਇਹ ਐਡਰੈਸ ਵੀ ਹੋਈ ਹੈ। ਲੀਗਲੀ ਤਾਂ ਰਾਈਟ ਇਹ ਹੈਗਾ ਹੀ ਹੈ। ਐਟ ਦ ਸੇਮ ਟਾਈਮ ਜਿਹੜੀ ਦੂਸਰੀ ਡਿਮਾਂਡ ਰੇਜ਼ ਹੋ ਰਹੀ ਹੈ, ਇਫ ਨਾਟ ਗਰਾਊਂਡ ਤੇ ਦੈਨ ਐਟਲੀਸਟ ਕੁਝ ਸੋਸ਼ਲ ਮੀਡੀਆ ਸਪੇਸਿਸ ਤੇ, ਉਹ ਇਹ ਹੈ ਕਿ ਔਰਤਾਂ ਕੋਲ ਵੀ ਜ਼ਮੀਨ ਦਾ ਰਾਈਟ ਹੋਣਾ ਚਾਹੀਦਾ ਹੈ। ਤੇ ਕਿਤੇ ਕਿਤੇ ਕਿਸੇ ਔਰਤ ਨੇ ਵੀ ਇਹ ਰਾਈਟ ਐਜ਼ਰਟ ਵੀ ਕੀਤਾ ਹੈ, ਜ਼ਮੀਨ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ, ਤੇ ਫਿਰ ਉਹਨੂੰ ਬਹੁਤ ਕੁਝ ਸੁਣਨਾ ਪਿਆ, ਉਹਦੇ ਸਾਰੀ ਫੈਮਿਲੀ ਉਹਨੂੰ ਛੱਡ ਗਈ, ਰਿਸ਼ਤੇ ਟੁੱਟ ਗਏ, ਤੇ ਉਹ ਸਾਰਾ ਉਹਨੂੰ ਇੱਕ ਤਰ੍ਹਾਂ ਦਾ ਜਿਹੜਾ ਪਰਸਨਲ ਟਰਾਮਾ ਸਹਿਣਾ ਪਿਆ। ਆਈ ਐਮ ਜਸਟ ਥਿੰਕਿੰਗ ਕਿ ਕਿਉਂ ਇੱਕ ਲੈਵਲ ਤੇ ਇਹ ਐਕਸੈਪਟੇਬਲ ਹੋ ਜਾਂਦਾ ਹੈ ਕਿ, ਹਾਲਾਂਕਿ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਐਕਸੈਪਟੇਬਲ ਸਮਾਜਿਕ ਪੱਧਰ ਤੇ ਹੈ, ਪਰ ਮੈਂ ਇਹ ਕਹਿ ਰਹੀ ਹਾਂ ਕਿ ਇਹ ਕਿਸੇ ਪਰਟੀਕੂਲਰ ਸੈਕਸ਼ਨ ਲਈ ਜਾਂ ਆਪਣੇ ਵਰਗੇ ਲੋਕਾਂ ਲਈ ਸੁਣਨਾ, ਡਿਮਾਂਡ ਕਰਨਾ ਇੱਕ ਲੈਵਲ ਤੱਕ ਸਮਝ ਆਉਣ ਲੱਗ ਜਾਂਦਾ ਕਿ ਹਾਂ ਸਾਰਿਆਂ ਕੋਲ ਜ਼ਮੀਨ ਦੀ ਵੰਡ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪਰ ਜਦੋਂ ਹੀ ਇਹ ਗੱਲ ਕੋਈ ਔਰਤ ਕਰਦੀ ਹੈ ਤਾਂ ਫਿਰ ਵਿਰੋਧ ਇੱਕ ਸਪੈਸੀਫਿਕ ਤਰੀਕੇ ਦਾ ਆਉਂਦਾ ਹੈ। ਉਹਦੇ ਵਿੱਚ ਇੱਕ ਜਿਹੜਾ ਵਿਰੋਧ ਹੈ ਉਹ ਸੈਕਸ਼ੁਅਲਿਟੀ ਦੇ ਪੱਖੋਂ ਆਉਂਦਾ ਹੈ, ਕਿਉਂਕਿ ਜਿਵੇਂ ਤੁਸੀਂ ਵੀ ਆਪਣੀ ਗੱਲ 'ਚ ਕਹਿ ਰਹੇ ਸੀ ਕਿ ਇੱਕ ਔਰਤ ਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਜਾਤ ਉਹਦੇ ਖਿਲਾਫ ਹੀ ਭੁਗਤੇਗੀ, ਕਿਉਂਕਿ ਜਾਤ ਦੀ ਵਿਵਸਥਾ 'ਚ ਰਹਿੰਦੇ ਹੋਏ ਉਹ ਹਮੇਸ਼ਾ ਹੀ ਆਪਣੀ ਸੈਕਸ਼ੁਅਲਿਟੀ ਨੂੰ, ਆਪਣੀ ਹੋਂਦ ਨੂੰ ਇੱਕ ਤਰ੍ਹਾਂ ਸੀਮਿਤ ਕਰਕੇ ਰੱਖੇਗੀ। ਉਹਦੇ ਆਸ-ਪਾਸ ਬਹੁਤ ਬੰਧਨ ਹੋਣਗੇ, ਸੀਮਿਤਾਵਾਂ ਜਿਹੜੀਆਂ ਨੇ ਉਹ ਲਿਮਿਟਸ ਲਗਾਈਆਂ ਜਾਣਗੀਆਂ। ਸੋ ਆਈ ਐਮ ਜਸਟ ਥਿੰਕਿੰਗ ਕਿ ਹਾਊ ਡੂ ਵੀ ਐਡਰੈਸ ਦਿਸ ਪਰਟੀਕੂਲਰ ਫਾਰਮ ਆਫ ਵਿਰੋਧ ਜਿਹੜਾ ਆ ਰਿਹਾ, ਇਹਨੂੰ ਅਸੀਂ ਕਿਵੇਂ ਐਡਰੈਸ ਕਰ ਸਕਦੇ ਹਾਂ? ਇਹ 'ਚ ਬੜੇ ਸਾਰੇ ਸਵਾਲ ਹੈ ਐਕਚੁਅਲੀ। ਇੱਕ ਤਾਂ ਸਿੱਧਾ ਹੀ ਹੈ ਹੱਕ, ਕਿ ਤੁਹਾਨੂੰ ਪ੍ਰਾਪਰਟੀ ਦਾ ਜਿਹੜਾ ਹੱਕ ਹੈ, ਪ੍ਰਾਪਰਟੀ ਕਲਾਸਾਂ ਦਾ ਸਵਾਲ ਹੈ। ਜਿਨ੍ਹਾਂ ਕੋਲ ਜ਼ਮੀਨ ਹੈ ਉਹਨਾਂ ਦਾ ਸਵਾਲ ਹੈ ਕਿ ਸਾਨੂੰ ਜ਼ਮੀਨ 'ਚ ਲੈਣ ਦਾ ਹੱਕ ਹੋਣਾ ਚਾਹੀਦਾ ਕਿ ਨਹੀਂ। ਜਿਹੜਾ ਤੁਸੀਂ ਕਾਮਨ ਲੈਂਡ ਦੀ ਗੱਲ ਕਰ ਰਹੇ ਹੋ ਉਹ ਵੱਖਰਾ ਸਵਾਲ ਹੈ, ਜਿਹੜੇ ਕਿ ਇਹ ਮਤਲਬ ਕਿ ਜ਼ਬਰਦਸਤੀ ਜਿਹੜੇ ਅਪਰ ਕਾਸਟ ਲੋਕ ਹੈਗੇ ਉਹਨਾਂ ਨੇ ਕਈ ਜਗ੍ਹਾ ਜ਼ਮੀਨ, ਜਿਹੜੀ ਕਾਮਨ ਜ਼ਮੀਨ ਹੈ ਉੱਤੇ ਕਬਜ਼ਾ ਕੀਤਾ ਹੋਇਆ ਹੈ। ਉਹ ਕਿਤੇ ਕਿਤੇ ਹੁਣ ਪਿੱਛੇ ਮੈਂ ਪੜਿਆ ਸੀਗਾ ਕਿ ਛੋਟੇ ਕਿਸਾਨ ਔਰ ਦਲਿਤਾਂ ਨੇ ਮਿਲ ਕੇ ਵੀ ਕਈ ਜਗ੍ਹਾ ਪੋਰਸ਼ਨ ਕਾਮਨ ਲੈਂਡ ਦਾ ਅੱਜ ਕੱਲ੍ਹ ਦੇ ਦਿਨਾਂ ਵਿੱਚ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਜੋ ਮੈਨੂੰ ਲੱਗਦਾ ਕਿ ਬੜੀ ਪੋਜ਼ਿਟਿਵ ਗੱਲ ਹੈ। ਲੇਕਿਨ ਡਿਟੇਲ ਕੀ ਹੈ ਮੈਨੂੰ ਨਹੀਂ ਪਤਾ, ਜਦੋਂ ਤੱਕ ਤੁਸੀਂ ਉਹਨਾਂ ਲੋਕਾਂ ਨਾਲ ਰਲ ਕੇ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਦੇਖਦੇ, ਨਹੀਂ ਕਿਹਾ ਜਾ ਸਕਦਾ ਹੈ ਨਾ। ਡਿਸਟੈਂਸ ਜਿਹੜੀ ਜੋ ਕੁਝ ਰਿਪੋਰਟ ਹੁੰਦੀ, ਗੱਲ ਕਦੀ ਵੀ ਪੂਰੀ ਗੱਲ ਨਹੀਂ ਰਿਪੋਰਟ ਹੁੰਦੀ, ਤਾਂ ਉਹਦੇ ਬੇਸਿਸ ਤੇ ਮੈਂ ਤਾਂ ਨਹੀਂ ਕਹਿ ਸਕਦੀ। ਲੇਕਿਨ ਐਜ਼ ਐਨ ਆਈਡੀਆ ਕਿ ਇਹ ਜਿਹੜੇ ਛੋਟੇ ਕਿਸਾਨ ਹੈ ਔਰ ਜਿਹੜੇ ਦਲਿਤੋਂ ਮਿਲ ਕੇ ਜਿਹੜੀ ਜ਼ਮੀਨ ਹੈ ਉਹਦਾ ਉਹ ਤੇ ਕੰਮ ਕਰਨ, ਬੜੀ ਵਧੀਆ ਗੱਲ ਲੱਗਦੀ ਮੈਨੂੰ। ਇੱਕ ਤਰ੍ਹਾਂ ਦੇ ਕੋਆਪਰੇਟਿਵਸ ਬਣਾਉਣ ਵਾਲੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਲੇਕਿਨ ਫਿਰ ਵੀ ਜਿਹੜਾ ਵੱਡਾ ਹਿੱਸਾ ਜ਼ਮੀਨ ਦਾ ਕਾਮਨ ਲੈਂਡ ਦਾ, ਉਹ ਹਾਲੇ ਵੀ ਜਿਹੜੇ ਵੱਡੇ ਜ਼ਿਮੀਂਦਾਰ ਹੈ ਉਹ ਹੀ ਕੰਟਰੋਲ ਰੱਖਦੇ ਆ, ਔਰ ਕਈ ਜਗ੍ਹਾ ਕਾਮਨ ਲੈਂਡ ਨਹੀਂ ਦੇਣਾ ਚਾਹੁੰਦੇ, ਤਾਂ ਉਹ ਤਾਂ ਪ੍ਰੋਬਲਮ ਹੈ। ਇਹਦੇ ਵਿੱਚ ਸਪੈਸੀਫਿਕਲੀ ਔਰਤ ਦਾ ਐਜ਼ ਏ ਮਾਲਕ ਤਾਂ ਕੋਈ ਇਸ਼ੂ ਨਹੀਂ ਹੈ, ਲੇਕਿਨ ਜਿਹੜੀ ਔਰਤ ਕੰਮ ਕਰਦੀ ਜ਼ਮੀਨ ਤੇ ਉਹਦੇ ਵਾਸਤੇ ਤਾਂ ਹੈ ਇਸ਼ੂ। ਜਿਹੜੀ ਔਰਤ ਨੂੰ ਇੱਕ ਦਲਿਤ ਪਰਿਵਾਰ ਦੀ ਔਰਤ ਜਿਹੜੀ ਹੈਗੀ ਹੈ, ਉਸ ਨੂੰ ਜੇ ਆਪਣੇ ਪਰਿਵਾਰ ਨਾਲ ਇਹ ਕਾਮਨ ਲੈਂਡ ਤੇ ਕੰਮ ਕਰਕੇ ਉਹਦੇ ਵਿੱਚੋਂ ਕਮਾਈ ਕਰਨ ਦਾ ਮੌਕਾ ਮਿਲੇ ਤਾਂ ਇੱਕ ਤਰ੍ਹਾਂ ਓਨਰ ਬਣ ਜਾਂਦੀ ਹੈ, ਔਰ ਜਿਹੜੇ ਕੋਲ ਕੋਈ ਜ਼ਮੀਨ ਨਹੀਂ ਹੈ। ਸੋ ਜਿਹੜਾ ਇਹ ਫਾਇਦਾ ਹੈਗਾ ਕਾਮਨ ਲੈਂਡ ਤੇ ਕੰਮ ਕਰਨ ਦਾ, ਇਹ ਇੱਕ ਤਰ੍ਹਾਂ ਦੀ ਓਨਰਸ਼ਿਪ ਹੈ। ਇਹ ਅੱਜ ਦੇ ਦਿਨ ਵਿੱਚ ਔਰਤ ਔਰ ਆਦਮੀ ਦੋਨੋਂ ਦਲਿਤ ਆਦਮੀ ਔਰ ਦਲਿਤ ਔਰਤ ਦੋਨਾਂ ਨੂੰ ਮਿਲ ਸਕਦੀ, ਠੀਕ ਹੈ। ਪਰ ਐਸ ਸੱਚ ਜਿਹੜੀਆਂ ਪ੍ਰਾਪਰਟੀ ਔਰਤਾਂ ਜਿਨ੍ਹਾਂ ਦੀ ਇਸ਼ੂ ਹੈਗਾ ਕਿ ਉਹ ਇੱਕ ਘਰ 'ਚ ਪੈਦਾ ਹੁੰਦੀਆਂ, ਉਹਨਾਂ ਨੂੰ ਆਪਣੇ ਮਾਪਿਓ ਦੀ ਪ੍ਰਾਪਰਟੀ 'ਚੋਂ ਹਿੱਸਾ ਮਿਲਣਾ ਚਾਹੀਦਾ, ਨਹੀਂ ਮਿਲਦਾ, ਫਿਰ ਉਹਨਾਂ ਦਾ ਵਿਆਹ ਹੋ ਜਾਂਦਾ, ਫਿਰ ਉਹ ਵਿਆਹ ਕਰਕੇ ਇਹੀ ਸੋਚਦੀਆਂ ਕਿ ਜਿਹੜੇ ਘਰ 'ਚ ਵਿਆਹ ਹੁੰਦਾ ਉੱਥੇ ਉਹਨਾਂ ਨੂੰ ਪ੍ਰਾਪਰਟੀ ਮਿਲਣਾ ਚਾਹੀਦਾ। ਹੁਣ ਇਹ ਇਨਹੈਰੀਟੈਂਸ ਦਾ ਜਿਹੜਾ ਸਵਾਲ ਹੈ ਹਾਲੇ ਤੱਕ ਹੋਇਆ ਹੀ ਨਹੀਂ ਸੋਲਵ। ਮਤਲਬ ਫੈਮਿਨਿਸਟ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਆ, ਮੈਂ ਲੈਣਾ ਨਹੀਂ ਚਾਹੁੰਦੀ ਨਾ, ਏਦਾਂ ਕੋਈ ਮੂਵਮੈਂਟ ਤਾਂ ਹੈ ਵੀ ਨਹੀਂ ਹੈ, ਲੇਕਿਨ ਜਿਹੜੇ ਔਰਤਾਂ ਦੇ ਹੱਕ ਵਿੱਚ ਜਿਹੜੇ ਲੋਕਾਂ ਨੇ ਗੱਲ ਕੀਤੀ, ਉਹਨਾਂ ਨੇ ਇਸ ਹੱਕ ਤੇ ਕਦੀ ਕੋਈ ਲੜਾਈ ਨਹੀਂ ਹੋਈ। ਔਰਤਾਂ ਨੇ ਕਦੀ ਵੀ ਰਲ ਕੇ, ਤਾਂ ਇੱਕ ਸਵਾਲ ਹੀ ਨਹੀਂ ਉੱਠਦਾ ਕਿ ਔਰਤਾਂ ਰਲ ਕੇ ਇਸ ਗੱਲ, ਬਿਕੋਜ਼ ਉਹਨਾਂ ਦੀ ਆਪਣੀਆਂ ਫੈਮਲੀਆਂ ਵਿੱਚ ਇਹ ਸਾਰਾ ਕੁਝ ਡਿਵਾਈਡਡ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੇ ਔਰਤ ਕਹਿੰਦੀ ਕਿ ਮੈਂ ਆਪਣੇ ਮਾਪਿਓ ਤੋਂ ਜ਼ਮੀਨ ਮੰਗੂਗੀ ਤਾਂ ਕੱਲ ਮੇਰੀ ਨਨਾਣ ਮੰਗੂਗੀ, ਔਰ ਕੱਲ ਫਿਰ ਉਹ ਮੇਰੀ
ਬੱਚਿਆਂ ਦੇ ਅੱਗੇ ਮੇਰੀਆਂ ਕੁੜੀਆਂ ਮੰਗਣੀਆਂ, ਕੁੜੀਆਂ ਨੇ ਵਿਆਹ ਕੇ ਕਿਤੇ ਹੋਰ ਚਲੇ ਜਾਣਾ। ਪਰ ਇਹ ਸਾਰਾ ਕੁਝ ਸੋਚਣ ਦੀ ਗੱਲ ਹੈ ਕਿ ਇਹ ਜਿਹੜਾ ਪ੍ਰਾਪਰਟੀ ਦਾ ਮਾਮਲਾ ਹੈ ਇਹ ਇੰਡੀਵਿਜੂਅਲ ਨਾਲ, ਵੈਸੇ ਤਾਂ ਪ੍ਰਾਪਰਟੀ ਇੰਡੀਵਿਜੂਅਲ ਦੀ ਹੁੰਦੀ ਹੈ, ਇੰਡੀਵਿਜੂਅਲ ਨੂੰ ਸਾਈਨ ਕਰਨੇ ਪੈਂਦੇ ਹੈ ਕਿ ਮੈਂ ਜ਼ਮੀਨ ਦੇਤੀ, ਲੇਕਿਨ ਜਿਸ ਤਰ੍ਹਾਂ ਕਿਸਾਨੀ ਵਿੱਚ ਰੱਖੀ ਜਾਂਦੀ ਹੈ ਇਹ ਕਲੈਕਟਿਵਲੀ ਰੱਖੀ ਜਾਂਦੀ ਹੈ, ਫੈਮਿਲੀ ਦੀ ਪ੍ਰਾਪਰਟੀ ਮੰਨੀ ਜਾਂਦੀ ਹੈ, ਲੋਕੀ ਬੜੀਆਂ ਕਿਸਮ ਦੀਆਂ ਐਡਜਸਟਮੈਂਟਸ ਕਰਦੇ ਆ। ਤਾਂ ਇਹਨੂੰ ਇਸ ਤਰ੍ਹਾਂ ਵੀ ਸੋਚਿਆ ਜਾ ਸਕਦਾ ਹੈ ਕਿ ਕੋਈ ਹੋਰ ਤਰੀਕਾ ਕਲੈਕਟਿਵ ਓਨਰਸ਼ਿਪ ਦਾ ਸੋਚਿਆ ਜਾ ਸਕਦਾ ਹੈ, ਕਿ ਜ਼ਰੂਰੀ ਤਾਂ ਨਹੀਂ ਕਿ ਇਹਨੂੰ ਇੰਡੀਵਿਜੂਅਲ ਦੇ ਪੁਆਇੰਟ ਆਫ ਵਿਊ ਤੋਂ ਹੀ ਦੇਖਿਆ ਜਾਏ, ਕਿਉਂਕਿ ਐਸਾ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੱਕ ਇਨਸਾਨ ਇੱਕ ਇੰਡੀਵਿਜੂਅਲ ਇਨਸਾਨ ਦੇ ਨਾਂ ਕੁਝ ਹੋਣਾ ਚਾਹੀਦਾ। ਇਹ ਜਿਹੜਾ ਸਾਰਾ ਸਿਸਟਮ ਹੈ ਇੱਕ ਇੰਡੀਵਿਜੂਅਲ, ਫਿਰ ਇਹ ਲੜਾਈ ਹੋ ਜਾਂਦੀ ਹੈ ਭੈਣਾਂ ਔਰ ਭਰਾ, ਇੱਕ ਭੈਣ ਦੀ ਭਰਾ ਦੀ, ਇੱਕ ਵਾਈਫ ਦੀ, ਇੱਕ ਹਸਬੈਂਡ ਦੀ। ਕੋਈ ਜ਼ਰੂਰੀ ਤਾਂ ਨਹੀਂ ਕਿ ਇਸ ਤਰ੍ਹਾਂ ਹੋਣਾ ਚਾਹੀਦਾ। ਜਦੋਂ ਆਪਾਂ ਜਿਹੜੀ ਐਗਰੀਕਲਚਰਲ ਫੈਮਿਲੀ ਔਰ ਲੈਂਡ ਬਾਰੇ ਸੋਚ ਰਹੇ ਹਾਂ, ਜਾਂ ਈਵਨ ਬਿਜ਼ਨਸ ਫੈਮਿਲੀ ਮੈਂ ਸੋਚਦੀ ਹਾਂ, ਸੋਚ ਰਹੇ ਹਾਂ, ਤਾਂ ਸਾਨੂੰ ਸੋਚ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਢਾਂਚਾ ਹੋਏ ਕਿ ਕਲੈਕਟਿਵ ਓਨਰਸ਼ਿਪ ਦਾ ਕੋਈ ਤਰੀਕਾ ਹੋਵੇ। ਠੀਕ ਹੈ, ਕਲੈਕਟਿਵ ਓਨਰਸ਼ਿਪ ਦਾ ਇੱਥੇ ਤਾਂ ਹੁੰਦੇ ਆ, ਮਤਲਬ ਆਮ ਹੀ ਹੁੰਦੇ ਆ ਕਿ ਅਸੀਂ ਇੱਥੇ ਘਰ ਹੈ ਜਿਹੜਾ ਹਸਬੈਂਡ ਵਾਈਫ ਫਰੈਂਡਸ ਫੈਮਿਲੀ ਬੜੇ ਸਾਰੇ ਲੋਕ ਜੁਆਇੰਟਲੀ ਓਨ ਕਰਦੇ ਆ। ਇਹ ਕੋਈ ਜ਼ਰੂਰੀ ਵੀ ਨਹੀਂ ਕਿ ਉਹਨਾਂ ਦਾ ਕੋਈ ਰਿਸ਼ਤਾ ਇਸ ਤਰ੍ਹਾਂ ਹੋਣਾ ਚਾਹੀਦਾ, ਆਪਣੇ ਆਪਸ ਵਿੱਚ ਫੈਮਿਲੀ ਦਾ ਰਿਸ਼ਤਾ, ਇਹ ਵੀ ਕੋਈ ਜ਼ਰੂਰੀ ਨਹੀਂ ਹੈ। ਤਾਂ ਅਸੀਂ ਪ੍ਰਾਪਰਟੀ ਦੇ ਡਿਫਰੈਂਟ ਤਰੀਕੇ ਸੋਚ ਸਕਦੇ ਹਾਂ, ਲੇਕਿਨ ਇਹ ਸੋਚਣਾ ਜ਼ਰੂਰੀ ਹੈ ਕਿ ਔਰਤ ਦੇ ਕੋਲ ਰਿਸੋਰਸ ਇਹ ਹੋਣਾ ਚਾਹੀਦਾ ਹੈ ਤਾਂ ਕਿ ਉਹਦੀ ਜਿਹੜੀ ਇੱਜ਼ਤ ਬਣੀ ਹੋਈ ਹੈ ਰਿਸੋਰਸ ਹੋਣਾ ਔਰ ਪ੍ਰਾਪਰਟੀ ਔਰ ਪੈਸਾ ਹੋਣ ਦੇ ਨਾਲ, ਉਹਦੀ ਜਿਹੜੀ ਬਾਰਗੇਨਿੰਗ ਪਾਵਰ ਹੈਗੀ ਹੈ ਉਹ ਉੱਥੋਂ ਹੀ ਆਉਂਦੀ ਹੈ। ਔਰ ਕਿਉਂਕਿ ਔਰਤ ਕੋਲ ਇਸ ਤਰ੍ਹਾਂ ਦੀ ਜਿਸ ਔਰਤ ਕੋਲ ਕੋਈ ਆਪਣੇ ਰਿਸੋਰਸ ਨਹੀਂ ਹੈ ਉਹਨੂੰ ਹਮੇਸ਼ਾ ਹੀ ਕੰਪਰੋਮਾਈਜ਼ ਕਰਨਾ ਪੈਂਦਾ ਹੈ। ਹਮੇਸ਼ਾ ਉਹਨੂੰ ਆਪਣੀ ਸੇਫਟੀ ਵਾਸਤੇ ਕਹਿ ਲਓ, ਆਪਣੇ ਫਿਊਚਰ ਵਾਸਤੇ, ਆਪਣੇ ਅੱਗੇ ਆਉਣ ਵਾਲੇ ਗਰੀਬੀ ਦੇ ਬੁਢਾਪੇ ਦੇ ਦਿਨਾਂ ਵਾਸਤੇ, ਕਿੰਨੀਆਂ ਚੀਜ਼ਾਂ ਵਾਸਤੇ ਉਹਨੂੰ ਕਰਨਾ ਪੈਂਦਾ। ਇਸੇ ਕਰਕੇ ਮਾਵਾਂ ਵੀ ਆਪਣੇ ਪੁੱਤਾਂ ਵੱਲ ਜ਼ਿਆਦਾ ਉਹ ਧਿਆਨ ਦਿੰਦੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਪੁੱਤ ਹੀ ਤੁਹਾਡਾ ਬੁਢਾਪੇ ਵਿੱਚ ਦੇਖੇਗਾ। ਹਾਲਾਂਕਿ ਬਹੁਤ ਚੇਂਜ ਹੋ ਰਿਹਾ, ਬੜੀਆਂ ਸਾਰੀਆਂ ਫੈਮਿਲੀ ਵਿੱਚ ਜਿੱਥੇ ਕੁੜੀਆਂ ਹੀ ਆਪਣੇ ਮਾਪਿਓ ਦੀ ਦੇਖਭਾਲ ਕਰਨੀਆਂ, ਉੱਥੇ ਮਾਪਿਓ ਕੁੜੀਆਂ ਦੀ ਸਪੋਰਟ ਕਰਦੇ ਆ ਔਰ ਰਿਟਰਨ ਵਿੱਚ ਕੁੜੀਆਂ ਉਹਨਾਂ ਦੀ ਸਪੋਰਟ ਕਰਦੀਆਂ। ਇਹ ਵੀ ਹੋ ਰਿਹਾ। ਠੀਕ ਹੈ, ਸੋ ਮੇਰਾ ਇਹਦੇ ਬਾਰੇ ਕਿ ਇਹਨੂੰ ਬਹੁਤ ਕ੍ਰੀਏਟਿਵਲੀ ਸੋਚਣ ਦੀ ਗੱਲ ਹੈ ਕਿ ਸਿੰਪਲ ਮਾਮਲਾ ਨਹੀਂ ਹੈ ਇਹ ਵੀ ਮਾਮਲਾ ਨਹੀਂ, ਕਿ ਗਿਵਨ ਕਿ ਇੰਡੀਆ ਦੇ ਕੰਟੈਕਸਟ 'ਚ ਦੇਖੀਏ ਕਿ ਕੋਰਟ ਕਚਹਿਰੀ 'ਚ ਜਾ ਕੇ ਕਰਨ ਵਾਲਾ ਨਹੀਂ ਹੈ ਕਿ ਤੁਸੀਂ ਅਸਰਟ ਕਰੋ ਆਪਣਾ ਕਿ ਮੇਰਾ ਕੁਝ ਕੇਸਿਸ 'ਚ ਹੋ ਸਕਦਾ ਹੈ ਕਿ ਸ਼ੁਰੂ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲ ਰਹੇ, ਤੁਸੀਂ ਕਹਿ ਰਹੇ ਸ਼ੁਰੂ ਤੋਂ ਉਹਨਾਂ ਨੂੰ ਸਮਝਾ ਰਹੇ ਹੈ ਕਿ ਵੀ ਜਿਹੜੀ ਮੇਰੀ ਘਰ ਹੈ, ਮੇਰਾ ਜ਼ਮੀਨ ਮੈਂ ਬਰਾਬਰ ਦੇਣਾ, ਤੁਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਪ੍ਰਿਪੇਅਰ ਕਰ ਰਹੇ, ਫਿਰ ਤਾਂ ਹੋਰ ਗੱਲ ਹੈ। ਕਈ ਫੈਮਿਲੀ 'ਚ ਹੁੰਦਾ ਏਦਾਂ, ਹੈ ਨਾ, ਲੇਕਿਨ ਬਹੁਤੀਆਂ ਸਾਰੀਆਂ ਫੈਮਿਲੀ 'ਚ ਹੋ ਨਹੀਂ ਸਕਦਾ, ਪ੍ਰੈਕਟੀਕਲੀ ਨਹੀਂ ਹੋ ਸਕਦਾ। ਔਰ ਜਿੰਨਾ ਤੁਸੀਂ ਦੇਖੋ ਕਿ ਜਿੰਨੀ ਲੈਂਡ ਔਰ ਇਨਕਮ ਘੱਟ ਹੈਗੀ, ਡਿਸਪੋਜ਼ੇਬਲ ਯੂਨਿਟਸ ਘੱਟ ਹੈ, ਜਿੰਨਾ ਕੱਟੀ ਜਾਣਗੇ ਉਨਾ ਹੀ ਔਖਾ ਹੋਏਗਾ। ਫਿਰ ਲੋਕੀ ਇਹਨੂੰ ਇਸ ਸਵਾਲ ਨੂੰ ਥੋੜਾ ਡਿਫਰੈਂਟ ਤਰੀਕੇ ਨਾਲ ਵੀ ਦੇਖਦੇ ਆ। ਜਿਹੜੇ ਮੈਂ ਇੱਕ ਬਹੁਤ ਅੱਛੇ ਮੈਂ ਅਸੀਂ ਸ਼ਾਇਦ ਉਹਨਾਂ ਬਾਰੇ ਕਦੀ ਗੱਲ ਕਰਾਂਗੇ ਅੱਗੇ, ਦਸ਼ਨਦਤਨ ਰਾਵਣ ਹੈਗੇ ਆ, ਉਹਨਾਂ ਦੀ ਇੱਕ ਕਿਤਾਬ ਹੈ ਬਹੁਤ ਅੱਛੀ ਕਿਤਾਬ, ਜਿਹਦੇ ਬਾਰੇ ਮੈਂ ਮੈਂਸ਼ਨ ਵੀ ਕਰਨਾ ਚਾਹਾਂਗੀ ਲੇਟਰ, ਅੰਬੇਦਕਰ ਸੇ ਵਿਮੁਖ ਸਫਾਈ ਕਰਮਚਾਰ ਸਮਾਜ ਤੇ 2010 ਲਿਖਿਆ। ਉਹ ਬਹੁਤ ਕੁਝ ਉਹ ਐਜੂਕੇਸ਼ਨ ਨੂੰ, ਲੜਕੀਆਂ ਦੀ ਐਜੂਕੇਸ਼ਨ ਨੂੰ ਐਜ਼ ਅ ਰਿਸੋਰਸ ਦੱਸਦੇ ਆ ਕਿ ਤੁਸੀਂ ਕੁੜੀ ਨੂੰ ਤਾਕਤ ਦੇਣੀ ਹੈ ਜਾਂ ਤੁਸੀਂ ਉਸ ਨੂੰ ਤਾਕਤਵਰ ਬਣਾਉਣਾ, ਉਹਨੂੰ ਅਮੀਰ ਬਣਾਉਣਾ, ਕਿਸੇ ਬੱਚੀ ਨੂੰ ਉਸ ਨੂੰ ਐਜੂਕੇਸ਼ਨ ਦੇਣਾ, ਸਭ ਕੁਝ ਛੱਡ ਕੇ ਤੁਸੀਂ ਉਹਨੂੰ ਪੜ੍ਹਾਓ ਲਿਖਾਓ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇ। ਹੁਣ ਇਹ ਵੀ ਕੁਝ ਲੋਕ ਸਮਝਦੇ ਆ ਔਰ ਕੁਝ ਲੋਕਾਂ ਨੇ ਕੀਤਾ, ਫੈਮਿਲੀ ਵਿੱਚੋਂ ਕੁੜੀਆਂ ਨੂੰ ਐਜੂਕੇਟ ਕਰਦੇ ਆ, ਪਰ ਬਹੁਤ ਸਾਰੇ ਲੋਕ, ਬਹੁਤ ਸਾਰੀਆਂ ਕੁੜੀਆਂ ਸ਼ਾਇਦ ਉਹ ਉਸੇ ਚੱਕਰ ਵਿੱਚ ਹੀ ਹੈਗੀਆਂ ਕਿ ਉਹਨਾਂ ਨੂੰ ਵਧੀਆ ਘਰ 'ਚ ਵਿਆਹ ਹੋਵੇ ਤਾਂ ਉਹਨਾਂ ਨੂੰ ਵਧੀਆ ਆਪਣੇ ਘਰ ਨਹੀਂ, ਆਪਣੇ ਘਰ ਤੋਂ ਮਿਲਣਾ ਨਹੀਂ ਕੁਝ, ਤਾਂ ਫਿਰ ਜਿਸ ਘਰ 'ਚ ਜਾਣਗੀਆਂ ਉੱਥੋਂ ਉਹਨਾਂ ਨੂੰ ਜ਼ਮੀਨ ਮਿਲੇ, ਉੱਥੇ ਉਹਨਾਂ ਨੂੰ ਘਰ ਮਿਲੇ, ਕਾਰ ਮਿਲੇ, whatever। ਠੀਕ ਹੈ, I don't know if I've answered your question। ਹਾਂ, ਰਾਈਟ। ਇਹਦੇ ਵਿੱਚ ਵੀ ਮੈਨੂੰ ਇੱਕ ਚੀਜ਼ ਜਿਹੜੀ ਇੰਟਰਸਟਿੰਗ ਲੱਗੀ ਜਦੋਂ ਅਸੀਂ ਟੱਚ ਕੀਤੀ, ਜਿਹਦੇ ਤੇ ਗੱਲ ਹੋ ਵੀ ਰਹੀ ਹੈ ਥੋੜੀ, ਉਹ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਕੁਝ ਛੋਟੀ ਕਿਸਾਨੀ ਤੇ ਦਲਿਤ ਵਰਗ ਦੇ ਜਿਹੜੇ ਲੋਕ ਨੇ ਉਹ ਮਿਲ ਕੇ ਕੋਆਪਰੇਟਿਵ ਫਾਰਮਿੰਗ ਕਰ ਰਹੇ ਨੇ, ਐਂਡ ਐਜ਼ ਯੂ ਵਰ ਸੇਇੰਗ ਕਿ ਨਵੇਂ ਫਾਰਮਸ ਖੇਤੀ ਦੇ ਓਨਰਸ਼ਿਪ ਦੇ ਇਮੈਜਿਨ ਕਰਨ ਦੀ ਲੋੜ ਹੈ। ਨਾਓ ਆਈ ਐਗਰੀ ਕਿ ਨਵੇਂ ਫਾਰਮਸ ਇਮੈਜਿਨ ਕਰਨ ਦੀ ਲੋੜ ਹੈ,
ਬਟ ਐਟ ਦ ਸੇਮ ਟਾਈਮ ਮੈਨੂੰ ਇਹ ਵੀ ਲੱਗਦਾ ਕਈ ਵਾਰ ਕਿ ਜਿਹੜੀ ਇਹ ਸਾਂਝੀਵਾਲਤਾ ਦੀ ਦਲੀਲ ਹੈ, ਇਹ ਯੂਜ਼ ਕੀਤੀ ਜਾਂਦੀ ਹੈ ਇੱਕ ਤਰ੍ਹਾਂ ਕਿ ਕਾਸਟ ਦੇ ਜਾਤ ਦੇ ਸਵਾਲ ਨੂੰ ਐਡਰੈਸ ਕਰਨ ਦੀ ਲੋੜ ਹੀ ਨਾ ਪਵੇ। ਜਿਵੇਂ ਪੰਜਾਬ 'ਚ ਇਹ ਬਹੁਤ ਆਮ ਕਿਹਾ ਜਾਂਦਾ ਹੈ ਕਿ ਜੱਟ ਸੀਰੀ ਦੀ ਸਾਂਝ ਹੈ, ਕਿ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ, ਇਸ ਤਰ੍ਹਾਂ ਦਾ ਮੁਹਾਵਰਾ ਵੀ ਚੱਲਦਾ ਹੈ, ਗੀਤ ਵੀ ਲਿਖੇ ਜਾਂਦੇ ਨੇ। ਤੇ ਪਿੱਛੇ ਜੇ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਡਾਕਟਰ ਜਤਿੰਦਰ, ਉਹਨਾਂ ਨੇ ਇਹਦੇ ਤੇ ਆਰਟੀਕਲ ਵੀ ਲਿਖਿਆ ਸੀਗਾ, ਐਂਡ ਦੈਨ ਉਹਦੀ ਕੰਟੀਨਿਊਟੀ 'ਚ ਇੱਕ ਤਰ੍ਹਾਂ ਮੈਂ ਵੀ ਪੰਜਾਬੀ ਟ੍ਰਿਬਿਊਨ 'ਚ ਕਾਸਟ ਐਂਡ ਜੈਂਡਰ ਦੇ ਕੰਟੈਕਸਟ 'ਚ ਲਿਖਿਆ ਸੀ, ਉੱਥੇ ਵੀ ਮੈਂ ਇਹੀ ਗੱਲ ਕਰ ਰਹੀ ਸੀ ਕਿ ਇਸ ਤਰ੍ਹਾਂ ਦੀ ਦੋ ਇੰਡੀਵਿਜੂਅਲ ਦੀ ਸਾਂਝੀਵਾਲਤਾ ਬਣ ਜਾਣ ਨਾਲ, ਜਾਂ ਇੱਕ ਤਰ੍ਹਾਂ ਦਾ ਰਿਸ਼ਤਾ ਬਣ ਜਾਣਾ, ਜਿਵੇਂ ਪੰਜਾਬ 'ਚ ਕਹਿ ਦਿੰਦੇ ਕਿ ਅਸੀਂ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਬਰਤਨਾਂ 'ਚ ਬਹਿ ਕੇ ਰੋਟੀ ਖਾਂਦੇ ਹਾਂ, ਕਹਿੰਦੇ ਵੀ ਅਪਰ ਕਾਸਟ ਹੀ ਨੇ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕਦੇ ਕੋਈ ਲੋਅਰ ਕਾਸਟ ਵੱਲੋਂ ਇਹ ਗੱਲ ਨਹੀਂ ਸੁਣਨ ਨੂੰ ਆਉਂਦੀ ਕਿ ਅਸੀਂ ਤਾਂ ਜੱਟਾਂ ਨਾਲ ਵੀ ਜੀ ਰੋਟੀ ਖਾ ਲੈਂਦੇ ਹਾਂ ਬਹਿ ਕੇ, ਤੇ ਤੁਸੀਂ ਸਾਡੇ ਤੇ ਹੁਣ ਸਾਨੂੰ ਮੈਡਲ ਪਹਿਨਾਓ, ਸਾਡੀ ਤਾਰੀਫ ਕਰੋ। ਪਰ ਦੂਜੇ ਪਾਸੇ ਉੱਚ ਜਾਤੀ ਵੱਲੋਂ ਇਹ ਹਮੇਸ਼ਾ ਗੱਲ ਆਉਂਦੀ ਹੈ ਕਿ ਅਸੀਂ ਤਾਂ ਉਹਨਾਂ ਨੂੰ ਘਰ 'ਚ ਬਿਠਾਉਂਦੇ ਹਾਂ, ਸਾਡੇ ਬੈੱਡ ਤੇ ਵੀ ਬਹਿ ਜਾਂਦੇ ਆ, ਸਾਡੇ ਉੱਥੇ ਸੋਫੇ ਤੇ ਵੀ ਬਹਿ ਜਾਂਦੇ ਆ, ਐਂਡ ਆਲ ਆਫ ਦੈਟ। ਉਹਦੇ ਵਿੱਚ ਮੈਨੂੰ ਲੱਗਦਾ ਇਹੋ ਜਿਹੀਆਂ ਐਗਜ਼ਾਮਪਲਸ ਕਈ ਵਾਰ ਜਿਹੜੀ ਬਣਤਰ 'ਚ ਪਈ ਹੈ, ਇੱਕ ਤਰ੍ਹਾਂ ਦੀ ਡਿਵੀਜ਼ਨ ਜਿਹੜੀ ਵੰਡ ਹੈ, ਉਹ ਐਡਰੈਸ ਨਹੀਂ ਹੋ ਰਹੀ। ਹੁਣ ਗੱਲ ਤਾਂ ਇਹੀ ਹੈ ਕਿ ਜਿਹੜੀ ਲੈਂਡ ਦੀ ਡਿਵੀਜ਼ਨ ਹੈ, ਉਹਦੇ ਵਿੱਚ ਬਰਾਬਰਤਾ ਨਹੀਂ ਹੈ। ਜੇ ਕਿਸੇ ਇੱਕ ਪਿੰਡ 'ਚ ਇੱਕ ਦਲਿਤ ਨੇ ਤੇ ਇੱਕ ਉੱਚ ਜਾਤੀ ਨੇ, ਜੱਟ ਨੇ ਮਿਲ ਕੇ ਕਿਤੇ ਇੱਕ ਜਗ੍ਹਾ ਫਾਰਮਿੰਗ ਕਰ ਵੀ ਲਈ, ਇੱਕ ਤਰ੍ਹਾਂ ਉਹ ਐਗਜ਼ਾਮਪਲ ਦੀ ਤਰ੍ਹਾਂ ਯੂਜ਼ ਹੋ ਜਾਂਦੀ ਹੈ, ਫਿਰ ਵੀ ਬਣਤਰ ਦਾ ਸਵਾਲ ਨਹੀਂ ਹੱਲ ਹੋਇਆ। ਤੇ ਉੱਥੇ ਹੁੰਦੇ ਹੋਏ ਵੀ, ਉਹ ਸਾਂਝ ਹੁੰਦੇ ਹੋਏ ਵੀ, ਜਿਵੇਂ ਅੰਬੇਦਕਰ ਦੀ ਗੱਲ ਤੇ ਵਾਪਸ ਜਾ ਰਹੇ ਹਾਂ ਆਪਾਂ ਹੁਣ, ਕਿ ਉਹ ਹੁੰਦੇ ਹੋਏ ਵੀ ਮੈਰਿਜ ਦਾ ਸਿਸਟਮ ਕੀ ਹੈ, ਉਹ ਹਾਲੇ ਵੀ ਇਹੀ ਹੈ ਕਿ ਉਹ ਅਪਰ ਕਾਸਟ ਕਿਸੇ ਲੋਅਰ ਕਾਸਟ ਆਪਣੀ ਬੇਟੀ ਦਾ ਵਿਆਹ ਨਹੀਂ ਕਰੇਗਾ। ਉਹ ਉੱਥੇ ਵੀ ਇਸੇ ਤਰ੍ਹਾਂ ਹੀ ਐਡਰੈਸ ਉਹਨੂੰ ਕਰੇਗਾ ਕਿ ਉਹ ਇੱਕ ਤਰ੍ਹਾਂ ਦੀ ਇਕਨੋਮਿਕ ਸਾਂਝੀਵਾਲਤਾ ਹੋ ਜਾਂਦੀ ਹੈ ਕਿ ਠੀਕ ਹੈ, ਸਾਡੀ ਆਰਥਿਕਤਾ ਹੁਣ ਸਾਨੂੰ ਮਜਬੂਰ ਕਰ ਰਹੀ ਹੈ, ਤੇ ਉਹ ਇੱਕ ਤਰ੍ਹਾਂ ਦੀ ਪੂੰਜੀਵਾਦੀ ਡਿਵੈਲਪਮੈਂਟ ਨਾਲ ਬਹੁਤ ਸਾਰੇ ਚੇਂਜਸ ਖੇਤੀ 'ਚ ਤਾਂ ਇੰਡੀਆ 'ਚ ਵੈਸੇ ਵੀ ਆ ਰਹੇ ਨੇ, ਉਹ ਇਸ ਕਰਕੇ ਇੱਕ ਮਜਬੂਰੀ ਹੋ ਸਕਦੀ ਹੈ। ਪਰ ਨਾ ਤਾਂ ਆਰਥਿਕ ਬਣਤਰ ਦੇ ਪੱਧਰ ਤੇ ਨਾ ਹੀ ਸਮਾਜ ਦੇ ਪੱਧਰ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਂਝੀਵਾਲਤਾ ਕੋਈ ਨਵਾਂ ਰਾਹ ਦਿਖਾ ਪਾ ਰਹੀ ਹੈ। ਮੈਂ ਗਲਤ ਹੋ ਸਕਦੀ ਹਾਂ, ਪਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ। ਠੀਕ ਹੈ। ਇਹ 'ਚ ਵੀ ਹੁਣ ਬੜੇ ਸਾਰੇ ਸਵਾਲ ਛੁਪੇ ਹੋਏ ਆ ਜਿਹੜੀ ਤੁਸੀਂ ਗੱਲ ਕੀਤੀ ਹੈ। ਇੱਕ ਤਾਂ ਇਹ ਹੈ ਕਿ ਜੇ ਤੁਸੀਂ ਬਣਤਰ ਕਹਿ ਰਹੇ, ਸਟਰਕਚਰਲ ਲੈਵਲ ਤੇ ਇਹ ਬਹੁਤ ਜ਼ਰੂਰੀ ਹੈ ਕਿ ਹਾਲੇ ਵੀ ਜੋ ਦਲਿਤ ਵਰਗ ਦਾ ਗੈਪ ਹੈਗਾ ਓਨਰਸ਼ਿਪ ਵਿੱਚ, ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਇਹ ਛੋਟੀਆਂ 1 2 ਜਾਂ 4 ਜਾਂ 10 ਜਾਂ ਹਰ ਰੋਜ਼ ਵੀ ਜੇ ਕੋਈ ਕਹਾਣੀ ਆਵੇ, ਇਹਦੇ ਨਾਲ ਤੁਸੀਂ ਜਿਹੜੀ ਬੇਸਿਕ ਹੈਗੀ ਆ ਇਕਨੋਮਿਕ ਸਿਚੁਏਸ਼ਨ, ਉਸ ਨੂੰ ਨਹੀਂ ਭੁਲਾ ਸਕਦੇ, ਹੈ ਨਾ। ਸੋ ਜਸਟ ਅ ਰਿਮਾਈਂਡਰ, ਫॉर एग्जांपल, ਸੋ 2011 ਦੇ ਸੈਂਸਸ ਦੇ ਹਿਸਾਬ ਨਾਲ 77% ਲੋਕ ਐਸੀ ਲੋਕ ਪਿੰਡਾਂ 'ਚ ਰਹਿੰਦੇ ਹੈ, 26.27% ਲੋਕ ਰਹਿੰਦੇ ਆ ਸ਼ਹਿਰਾਂ ਵਿੱਚ। ਔਰ ਜੇ ਦੇਖਿਆ ਜਾਏ ਕਿ ਲੈਂਡ ਹੋਲਡਿੰਗਸ ਕਿੰਨੀ ਹੈ ਐਸਸੀਜ਼, ਸ਼ੈਡਿਊਲ ਕਾਸਟ ਦੀਆਂ ਲੈਂਡ ਹੋਲਡਿੰਗਸ ਹੈਗੀਆਂ 63,480, ਔਰ ਉਹ ਬਣਦਾ ਹੈ 6.2% of the total land holdings of the state, ਸਾਰੀ ਸਟੇਟ ਪੰਜਾਬ ਸਟੇਟ ਚੋਂ। ਤਾਂ ਇਟਸ ਔਰ ਬਲਕ ਆਫ ਥੀਸ ਜਿਹੜੀਆਂ ਹੈਗੀਆਂ ਵੀ ਆ ਲੈਂਡ ਹੋਲਡਿੰਗਸ, 85% ਤੋਂ ਉੱਪਰ ਇਹ ਲੈਂਡ ਹੋਲਡਿੰਗਸ ਹੈ ਅਨਵਾਇਬਲ ਹੈ, 5 ਹੈਕਟੇਅਰ ਤੋਂ ਘੱਟ ਹੈ, ਠੀਕ ਹੈ। ਸੋ ਦੈਟ ਇਜ਼, ਇਹ ਪਤਾ ਹੀ ਹੈ ਸਾਨੂੰ ਇਹਦੀ ਬੈਕਗਰਾਊਂਡ ਹਿਸਟਰੀ, ਮੈਂ ਹਿਸਟੋਰੀਅਨ ਤਾਂ ਨਹੀਂ ਹੈ, ਪਰ ਸਾਨੂੰ ਪਤਾ ਹੈ ਲੈਂਡ ਏਲੀਨੇਸ਼ਨ ਐਕਟ ਸੀਗਾ, ਸਾਨੂੰ ਪਤਾ ਹੈ ਕਿ ਦਲਿਤਾਂ ਨੂੰ ਜ਼ਮੀਨ ਓਨ ਕਰਨ ਦੀ ਹੱਕ ਹੀ ਨਹੀਂ ਸੀਗਾ, ਠੀਕ ਹੈ। ਤਾਂ ਬਹੁਤ ਥੋੜੀ ਜਗ੍ਹਾ, ਬਹੁਤ ਥੋੜੇ ਲੋਕ ਹੈਗੇ ਜਿਨ੍ਹਾਂ ਕੋਲ ਇਹ ਜ਼ਮੀਨ ਹੈਗੀ ਹੈ। ਸੋ ਇਹ ਤਾਂ ਕੋਈ ਵੀ ਨਹੀਂ ਡਿਨਾਈ ਕਰੇਗਾ ਕਿ ਸਟਰਕਚਰਲੀ ਤਾਂ ਨਹੀਂ ਹੈ। ਸੋ ਇਸ ਨੂੰ ਜੇ ਚੇਂਜ ਕਰਨਾ ਤਾਂ ਜਿਹੜੀ ਮੈਂ ਕਹਿ ਰਹੀ ਹਾਂ ਕਿ ਫਾਰਮ ਸਾਨੂੰ ਸੋਚਣਾ ਚਾਹੀਦਾ, ਕਲੈਕਟਿਵ ਫਾਰਮ ਆਫ ਓਨਰਸ਼ਿਪ ਸੋਚਣਾ ਚਾਹੀਦਾ। ਇਹ ਤਾਂ ਬਹੁਤ ਵੱਡੇ ਲੈਵਲ ਤੇ ਗੱਲ ਹੈਗੀ ਹੈ ਕਿ ਕਿਸ ਤਰ੍ਹਾਂ ਉਹ ਚੇਂਜ ਹੋਏਗਾ, ਕਿਵੇਂ ਹੋਏਗਾ। ਮੇ ਬੀ ਇਨਹੈਰੀਟੈਂਸ ਦਾ ਰੂਲ ਚੇਂਜ ਹੋਣਾ ਚਾਹੀਦਾ, ਮੇ ਬੀ ਇਹ ਨਹੀਂ ਹੋਣਾ ਚਾਹੀਦਾ ਕਿ ਵੱਡਾ ਜ਼ਮੀਂਦਾਰ ਮਰ ਗਿਆ ਤਾਂ ਉਹਦੀ ਜ਼ਮੀਨ ਉਹਦੇ ਬੱਚਿਆਂ ਨੂੰ ਮਿਲੇ, ਮੇ ਬੀ ਇਹ ਚੇਂਜ ਹੋਣਾ ਚਾਹੀਦਾ, ਹੈ ਨਾ। ਕਿਸੇ ਲਾਈਫ 'ਚ ਕਿਸੇ ਦੁਨੀਆ 'ਚ ਹੋਏਗਾ ਬੱਚਿਆਂ ਨੇ ਕੀ ਕੀਤਾ ਕਿ ਉਹਨੂੰ ਬੈਠੇ ਬਿਠਾਏ ਮਿਲ ਗਈ ਜ਼ਮੀਨ, ਏਦਾਂ ਨਹੀਂ ਹੋਣਾ ਚਾਹੀਦਾ। ਬਸ ਮੇ ਬੀ ਜੋ ਕੁਝ ਵੀ ਜਦੋਂ ਇਨਸਾਨ ਮਰਦਾ ਉਹਦੀ ਸਾਰੀ ਪ੍ਰਾਪਰਟੀ ਸਟੇਟ ਕੋਲ ਜਾਣੀ ਚਾਹੀਦੀ, ਫਿਰ ਹੀ ਡਿਸਟ੍ਰੀਬਿਊਟ ਹੋਣੀ ਚਾਹੀਦੀ ਹੈ। ਕੁਝ ਵੀ ਹੋ ਸਕਦਾ ਹੈ, ਹੋਰ ਤਰ੍ਹਾਂ ਦੇ ਤਰੀਕੇ ਸੋਚੇ ਜਾ ਸਕਦੇ ਆ, ਪਰ ਸਟਰਕਚਰਲੀ ਚੇਂਜ ਕਰਨ ਦੀ ਲੋੜ ਹੈਗੀ ਹੈ। ਲੇਕਿਨ ਹੁਣ ਗੱਲ ਇਹ ਹੈ ਕਿ ਜਿਹੜੀ ਪਰਸਨਲ ਐਗਜ਼ਾਮਪਲ ਦਿੰਦੇ ਆ
ਕਿ ਮੇਰਾ ਰਿਸ਼ਤਾ ਇਹਦੇ ਨਾਲ, ਇਹ ਹਰ ਇੱਕ ਜਗ੍ਹਾ ਦੁਨੀਆ ਭਰ 'ਚ ਏਦਾਂ ਹੁੰਦਾ ਹੈ। ਜਦੋਂ ਰੇਸਿਜ਼ਮ ਦਾ ਸਵਾਲ ਹੁੰਦਾ ਹੈ, ਲੋਕੀ ਕਹਿੰਦੇ ਆ ਕਿ ਨਹੀਂ ਮੇਰੇ ਤਾਂ ਬਲੈਕ ਫਰੈਂਡਸ ਹੈਗੇ ਆ, ਹੈ ਜੋ ਜੇ ਗੇ ਬੈਸ਼ਿੰਗ ਦਾ ਸਵਾਲ ਹੁੰਦਾ, ਕਹਿੰਦੇ ਨਹੀਂ ਜੀ ਮੇਰੇ ਤਾਂ ਗੇ ਫਰੈਂਡਸ ਹੈਗੇ ਆ। ਲੋਕ ਇਹ ਜਿਹੜਾ ਤਰੀਕਾ ਹੈਗਾ ਐਗਜ਼ਾਮਪਲ, ਕਾਊਂਟਰ ਐਗਜ਼ਾਮਪਲ ਦੇਣ ਦਾ, ਇਹ ਬੜੀ ਜਗ੍ਹਾ ਯੂਜ਼ ਹੁੰਦਾ ਹੈ। ਪਰਸਨਲ ਲੋਕੀ ਆਪਣੀ ਲਾਈਫ 'ਚ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਇਸ ਤਰ੍ਹਾਂ ਦੱਸਦੇ ਆ ਐਜ਼ ਇਫ ਕਿ ਜਿਹੜੀ ਜਨਰਲਾਈਜੇਸ਼ਨ ਹੋਈ ਆ ਉਹਦੀ ਤੁਹਾਨੂੰ ਫਾਲਸੀਫਿਕੇਸ਼ਨ ਮਿਲ ਗਈ ਹੈ ਤਾਂ ਝੂਠ ਹੈ ਜੀ, ਏਦਾਂ ਨਹੀਂ ਹੁੰਦਾ ਸਾਡੇ ਨਾਲ, ਤਾਂ ਅਸੀਂ ਤੁਹਾਨੂੰ ਐਗਜ਼ਾਮਪਲ ਦਿੰਦੇ ਆ। ਪਰ ਇਹ ਦੇਖਿਆ ਜਾਏ ਤਾਂ ਇਹ ਅੰਡਰਸਟੈਂਡ ਕਰਨ ਦਾ ਤਰੀਕਾ ਕਿੰਨਾ ਗਲਤ ਹੈ। ਤੁਹਾਡੀ ਆਪਣੀ ਲਾਈਫ ਜਾਂ ਆਪਣੀ ਐਗਜ਼ਾਮਪਲ, ਆਪਣਾ ਐਕਸਪੀਰੀਅੰਸ ਕਿੰਨਾ ਹੀ ਲਿਮਿਟਿਡ ਹੈ। ਤੁਹਾਡਾ ਜਿਹੜੀ ਤੁਹਾਡੀ ਲਾਈਫ ਹੈ ਉਹ ਕਿੰਨੀ ਥੋੜੀ ਲਿਮਿਟਿਡ ਹੈ। ਤੁਹਾਨੂੰ ਬਹੁਤ ਥੋੜਾ ਕੁਝ ਹੀ ਪਤਾ ਹੈ। ਤੁਹਾਡੀ ਲਾਈਫ ਔਰ ਤੁਹਾਡੇ ਐਕਸਪੀਰੀਅੰਸ ਦਾ ਕਨੈਕਸ਼ਨ ਹੋਰਾਂ ਲੋਕਾਂ ਦੇ ਐਕਸਪੀਰੀਅੰਸ ਨਾਲ ਕੀ ਕਨੈਕਸ਼ਨ ਹੈ ਇਹ, ਔਰ ਜਿੰਨੇ ਤੁਸੀਂ ਆਪਣਾ ਸਰਕਲ ਵਧਾਈ ਜਾਓ ਤਾਂ ਤੁਹਾਡੀ ਅਹਿਮੀਅਤ ਉਨੀ ਘਟੀ ਜਾਊਗੀ। ਤੇ ਤੁਹਾਨੂੰ ਤਾਂ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਇਹ ਮੇਰਾ ਐਕਸਪੀਰੀਅੰਸ ਹੋ ਸਕਦਾ, ਤੁਹਾਨੂੰ ਉਹ ਐਕਸਪੀਰੀਅੰਸ ਹੈ ਜਿਹੜਾ ਉਹ ਤੁਹਾਨੂੰ ਵੈਲਿਊ ਵੀ ਕਰਨਾ ਚਾਹੀਦਾ, ਚੰਗੀ ਗੱਲ ਹੈ, ਠੀਕ ਹੈ ਜੇ ਐਕਸਪੀਰੀਅੰਸ ਹੈ। ਔਰ ਜਿਹੜੀ ਅਸੀਂ ਟੋਟਲ ਪਿਕਚਰ ਬਣਾ ਰਹੇ ਹਾਂ ਉਹ ਜ਼ਿਆਦਾ ਕੰਪਲੈਕਸ ਹੋਊਗੀ ਜਦੋਂ ਆਪਾਂ ਕਵਾਂਗੇ ਕਿ ਦੇਖੋ ਜੀ ਜ਼ਿਆਦਾਤਰ ਤੇ ਦਲਿਤ ਔਰ ਨੌਨ ਦਲਿਤ ਚ ਤਾਂ ਰਿਸ਼ਤਾ ਨਹੀਂ ਹੁੰਦਾ, ਪਰ ਕੁਝ ਜਗ੍ਹਾ ਹੁੰਦਾ ਹੈ ਤੇ ਕੰਪਲੈਕਸ ਸਟੋਰੀ ਹੈ। ਤਾਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਕੰਪਲੈਕਸਿਟੀਜ਼ ਜਿਹੜੀ, ਲੇਕਿਨ ਇਹ ਆਪਣਾ ਐਗਜ਼ਾਮਪਲ ਦੇ ਕੇ ਸਾਨੂੰ ਜਿਹੜੀ ਵੱਡੀ ਪਿਕਚਰ ਹੈ ਉਹ ਨਹੀਂ ਭੁੱਲਣੀ ਚਾਹੀਦੀ। ਇਹ ਐਜ਼ ਅ ਸੋਸ਼ਲ ਸਾਇੰਟਿਸਟ ਕਹਿ ਲਓ, ਐਜ਼ ਅ ਐਕਟਿਵਿਸਟ ਕਹਿ ਲਓ, ਕਿਸੇ ਵੀ ਪੁਆਇੰਟ ਆਫ ਵਿਊ ਤੋਂ ਇਹ ਇੱਕ ਸੋਚ ਹੈ ਜਿਹੜੀ ਇਹ ਇਨਸਫੀਸ਼ੀਐਂਟ ਹੈ। ਇਹ ਪੂਰੀ ਨਹੀਂ ਆਉਂਦੀ ਸਹੀ ਤਰ੍ਹਾਂ, ਤੁਹਾਡੀ ਅੰਡਰਸਟੈਂਡਿੰਗ ਕਦੀ ਵੀ ਸਹੀ ਨਹੀਂ ਹੋਊਗੀ ਜੇ ਤੁਸੀਂ ਆਪਣੀ ਹੀ ਐਕਸਪੀਰੀਅੰਸ ਲੈ ਕੇ ਦੌੜੋਗੇ ਕਿ ਮੇਰਾ ਤਾਂ ਐਕਸਪੀਰੀਅੰਸ ਹੈ, ਠੀਕ ਹੈ। ਲੇਕਿਨ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਕਿ ਇਮੋਸ਼ਨਲ ਲਾਈਫ ਹੈ ਜਿਹੜੀ, ਉਹਨੂੰ ਸਮਝਣ ਲਈ ਇਹ ਵੀ ਦੇਖਣਾ ਚਾਹੀਦਾ ਕਿ ਇਮੋਸ਼ਨਲ ਲਾਈਫ ਚ ਕੁਝ ਏਰੀਆਜ਼ ਐਸੇ ਹੁੰਦੇ ਹਨ ਜਿਹਦੇ ਵਿੱਚ ਸਮਾਜ ਦੇ ਬੰਧਨ ਔਰ ਸਮਾਜ ਦੇ ਰੂਲ ਐਕਸਪੈਕਟੇਸ਼ਨ ਉਨੇ ਹੀ ਕੰਮ ਕਰਦੀ। ਸੈਕਸ਼ੁਅਲਿਟੀ ਇੱਕ ਹੀ ਐਸਾ ਏਰੀਆ ਹੈ ਜਿੱਥੇ ਬਹੁਤ ਸਾਰੇ ਲੋਕ ਇਸ ਦਾਇਰੇ ਵਿੱਚ ਆ ਕੇ ਬਹੁਤ ਸਾਰੇ ਰੂਲਸ ਰੈਗੂਲੇਸ਼ਨਸ ਭੁੱਲ ਜਾਂਦੇ ਹੈ। ਇਹ ਹੁੰਦਾ ਹੈ, ਪਰ ਦੇਖਣਾ ਇਹ ਹੈ ਕਿ ਕਿੰਨੀ ਦੇਰ ਲਈ ਭੁੱਲਦੇ ਆ। ਤੁਸੀਂ ਬਹੁਤ ਥੋੜੇ ਤੁਹਾਡੇ ਐਕਸਪੀਰੀਅੰਸਸ ਦਾ ਹੋ ਸਕਦੇ ਆ ਕਿ ਤੁਸੀਂ ਕਿਸੇ ਨਾਲ ਚਾਹ ਪੀ ਕੇ, ਤੁਹਾਡਾ ਕੋਈ ਪਿੰਡ ਵਿੱਚ ਹੈਗਾ ਬੰਦਾ, ਉਹ ਬੜੇ ਚੰਗੇ ਜੋਕ ਸੁਣਾਉਂਦਾ, ਉਹ ਤੁਸੀਂ ਉਹਦੇ ਨਾਲ ਬੈਠ ਕੇ ਬੜਾ ਖੁਸ਼ ਰਹਿੰਦੇ ਆ, ਤੁਸੀਂ ਜਾਣਦੇ ਆ, ਤੁਸੀਂ ਗੱਲਾਂ ਕਰਦੇ ਆ, ਖੁਸ਼ ਹੁੰਦੇ, ਹੱਸਦੇ ਆ। ਲੇਕਿਨ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਹਾਸਾ ਔਰ ਉਹ ਜਿਹੜਾ ਤੁਹਾਡਾ ਮੇਲ ਉਸ ਬੰਦੇ ਨਾਲ ਹੈ, ਉਹ ਕੱਲ ਜਦੋਂ ਤੁਹਾਡੀ ਗੱਲ ਆਊਗੀ ਕਿ ਤੁਹਾਡੇ ਕੋਲ ਉਸ ਬੰਦੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਸੇ ਚੀਜ਼ ਦੀ, ਔਰ ਤੁਹਾਡੇ ਕੋਲ ਤੁਸੀਂ ਸੋਚਣਾ ਹੈ ਕਿ ਤਾਂ ਮੇਰੇ ਕੋਲ ਇੰਨੇ ਪੈਸੇ ਆ, ਮੈਂ ਆਪਣੇ ਭਰਾ ਨੂੰ ਦੇ ਸਕਦਾ, ਮੈਂ ਉਹਨੂੰ ਦੇ ਸਕਦਾ, ਤੁਸੀਂ ਉਸ ਬੰਦੇ ਬਾਰੇ ਨਹੀਂ ਸੋਚੋਗੇ, ਤੁਸੀਂ ਆਪਣੇ ਭਰਾ ਬਾਰੇ ਹੀ ਸੋਚੋਗੇ। ਜਦੋਂ ਇਹ ਜਿਹੜੇ ਰਿਸ਼ਤਿਆਂ ਦੀ ਜਿਹੜੀ ਕਲੋਸਨੈਸ ਹੈ, ਜਿਹੜੀ ਹਰ ਇੱਕ ਇਨਸਾਨ ਆਪਣੀ ਲਾਈਫ ਵਿੱਚ ਐਕਸਪੀਰੀਅੰਸ ਕਰਦਾ ਹੈ, ਉਹ ਜਿਹੜੇ ਸੋਸ਼ਲ ਦਾਇਰੇ ਤੋਂ ਕਹਿ ਲਓ ਬਾਹਰ ਹੈ, ਹਰ ਇੱਕ ਇਨਸਾਨ ਦੇ ਲਾਈਫ 'ਚ ਇਦਾਂ ਦੇ ਹੁੰਦੇ ਐਕਸਪੀਰੀਅੰਸ। ਉਹਨਾਂ ਦਾ ਕਨੈਕਸ਼ਨ ਜਿਹੜੇ ਰੈਗੂਲਰ ਨਾਰਮਲ ਤੁਹਾਡੇ ਕਿਨਸ਼ਿਪ ਰਿਲੇਸ਼ਨ ਹੈ, ਜਿਨ੍ਹਾਂ 'ਚ ਤੁਹਾਡੀ ਜ਼ਮੀਨ ਨਾਲ, ਤੁਹਾਡੇ ਕੰਮ ਨਾਲ, ਤੁਹਾਡੀ ਰਿਸ਼ਤੇਦਾਰੀਆਂ ਨਾਲ, ਉਹਨਾਂ ਸਾਰਿਆਂ ਉਹ ਜਿਹੜੇ ਤੁਹਾਡੇ ਰਿਸ਼ਤੇ ਉਹਨਾਂ ਨਾਲ ਕੀ ਕਨੈਕਸ਼ਨ ਹੈ, ਇਹ ਯਾਦ ਰੱਖਣਾ ਚਾਹੀਦਾ ਹੈ, ਠੀਕ ਹੈ। ਇਹ ਐਕਸਪੀਰੀਅੰਸਸ ਹੋਰ ਵੀ ਹੁੰਦੇ ਆ। ਮੌਤ ਇੱਕ ਐਕਸਪੀਰੀਅੰਸ ਹੈ, ਮਮਤਾ ਦਾ ਐਕਸਪੀਰੀਅੰਸ ਹੈ। ਬੜੇ ਸਾਰੇ ਲੋਕ ਇਹ ਕਾਸਟ ਬਾਰਡਰ ਕ੍ਰਾਸ ਕਰਦੇ ਆ, ਰਿਲੀਜਨ ਦਾ ਵੀ ਕ੍ਰਾਸ ਕਰਦੇ ਆ, ਹੈ ਨਾ। ਤੁਸੀਂ ਤੁਹਾਡੀ ਮਮਤਾ ਲੋਕੀ ਦਿਖਾਉਂਦੇ ਹੈ, ਉਹ ਕਿਸੇ ਦੇ ਵੀ ਬੱਚੇ ਨੂੰ ਉਹ ਬਹੁਤ ਪਿਆਰ ਨਾਲ ਉਸ ਬੱਚੇ ਦਾ ਦੇਖਭਾਲ ਕਰ ਸਕਦੇ। ਮੈਂ ਤੁਹਾਨੂੰ ਮੈਂਸ਼ਨ ਕਰ ਰਹੀ ਸੀ ਪਰਬੀਰ ਮਾਧੋਪੁਰੀ ਦੀ ਕਿਤਾਬ ਛਾਂਗਿਆ ਰੁੱਖ, ਉਹਦੇ ਵਿੱਚ ਐਗਜ਼ਾਮਪਲ ਉਹ ਦਿੰਦੇ ਆ ਕਿ ਜੱਟ ਔਰਤ ਹੈਗੀ ਹੈ ਜਿਹੜੀ, ਉਹ ਛੋਟੇ ਜਿਹੇ ਬੱਚੇ ਉਹਦੀ ਜਾ ਕੇ ਬਿਸਤਰੇ 'ਚ ਵੜ ਜਾਂਦੇ ਸੀ। ਚਲੋ ਏਦਾਂ ਦੇ ਐਕਸਪੀਰੀਅੰਸਸ ਹੁੰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਕਾਸਟ ਦਾ ਢਾਂਚਾ ਹੈਗਾ, ਜਾਂ ਇਸੇ ਤਰ੍ਹਾਂ ਜੇ ਆਪਾਂ ਜੈਂਡਰ ਦਾ ਐਗਜ਼ਾਮਪਲ ਲੈ ਲਈਏ, ਜਿਹੜਾ ਉਹ ਢਾਂਚਾ ਹੈ ਉਹ ਬਦਲ ਗਿਆ, ਉਹ ਸਿਰਫ ਜ਼ਿਆਦਾ ਕੰਪਲੈਕਸ ਹੈ, ਮਤਲਬ ਉਹਨੂੰ ਉਸ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਸੋ ਇਸ ਕਰਕੇ ਜਿਹੜੇ ਰੂਲਸ ਹੈ, ਇੱਕ ਜਿਹੜੇ ਰੂਲ ਹੁੰਦੀ ਹੈ, ਇੱਕ ਚੀਜ਼ ਹੁੰਦੀ ਹੈ ਕਿ ਉਹ ਬਾਰ-ਬਾਰ ਰਿਪੀਟ ਹੁੰਦੇ ਆ, ਉਹਨਾਂ ਨੂੰ ਤੋੜਨ ਦੀ ਸਜ਼ਾ ਹੁੰਦੀ ਹੈ, ਉਹ ਸਾਰੇ ਰੂਲਸ ਹੁੰਦੇ ਆ, ਉਹ ਚੱਲਦੇ ਰਹਿੰਦੇ ਇੱਕ ਪਾਸੇ। ਔਰ ਇਹ ਕੁਝ
ਮੌਕੇ ਹੁੰਦੇ ਜਦੋਂ ਇਨਸਾਨ ਇਹ ਰੂਲਸ ਤੋਂ ਬਾਹਰ ਨਿਕਲਦਾ ਹੈ। ਕਿੰਨਾ ਬਾਹਰ ਨਿਕਲ ਕੇ ਕਿੰਨਾ ਦੂਰ ਜਾ ਸਕਦਾ ਹੈ, ਇਹ ਸਵਾਲ ਹੈ। ਕੁਝ ਲੋਕ ਇੰਨੇ ਬਾਹਰ ਨਿਕਲ ਜਾਂਦੇ ਕਿ ਫਿਰ ਉਹਨਾਂ ਦੇ ਰੂਲਸ ਦਾ ਕੋਈ ਮਤਲਬ ਨਹੀਂ ਰਹਿੰਦਾ ਉਹਨਾਂ ਵਾਸਤੇ, ਠੀਕ ਹੈ, ਉਹ ਅਲੱਗ ਹੋ ਜਾਂਦੇ, ਏਦਾਂ ਵੀ ਹੁੰਦਾ ਹੈ, ਠੀਕ ਹੈ। ਲੇਕਿਨ ਬਹੁਤ ਸਾਰੇ ਲੋਕਾਂ ਵਾਸਤੇ ਇਹ ਗੱਲਾਂ, ਜਾਓ ਸ਼ਰਾਬ ਪੀ ਕੇ ਜਾਂ ਡਰੱਗਸ ਪੀ ਕੇ ਜਾਂ ਕਿਸੇ ਨਾਲ ਸੈਕਸ ਕਰਕੇ, ਉਹ ਕੁਝ ਸਾਰਾ ਕੁਝ ਕਦੀ ਉਹਨਾਂ ਦੇ ਦਿਮਾਗ ਵਿੱਚ ਇਹ ਹੁੰਦਾ, ਆਉਂਦੀਆਂ ਹੁੰਦੀਆਂ ਉਹਨਾਂ ਦੀ ਲਾਈਫ 'ਚ ਗੱਲਾਂ, ਜਿਨ੍ਹਾਂ ਤੋਂ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਜੀ ਅਸੀਂ ਤਾਂ ਐਜ਼ ਇਫ ਅਸੀਂ ਮੁਕਤ ਹੈ ਸਾਰੀਆਂ ਰੂਲਸ ਤੋਂ। ਹਾਲਾਂਕਿ ਇਹ ਬਿਲਕੁਲ ਝੂਠ ਹੈ, ਇਹ ਆਪਣੇ ਆਪ ਨਾਲ ਝੂਠ ਹੈ, ਦੁਨੀਆ ਵਾਸਤੇ ਵੀ ਝੂਠ ਹੈ, ਠੀਕ ਹੈ। ਬਿਲਕੁਲ, ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਮੇਰੇ ਲਈ, ਐਕਸਪੀਰੀਅੰਸ ਦੀ ਐਗਜ਼ਾਮਪਲ ਦੇ ਕੇ, ਕਿ ਤੁਹਾਡਾ ਆਪਣਾ ਐਕਸਪੀਰੀਅੰਸ ਸਮਾਜਿਕ ਬਣਤਰ ਨੂੰ ਝੁਠਲਾ ਨਹੀਂ ਸਕਦਾ, ਤੇ ਪਰ ਉਹਦੇ ਆਪਣੇ ਐਕਸਪੀਰੀਅੰਸ ਦੀ ਵੀ ਇੱਕ ਲੈਵਲ ਤੇ ਵੈਲਿਊ ਹੁੰਦੀ ਹੈ। ਤੇ ਮੈਂ ਇਸ ਐਕਸਪੀਰੀਅੰਸ ਦੇ ਕੁਐਸਚਨ ਤੋਂ 2 ਕੁਐਸਚਨ ਮੇਰੇ ਦਿਮਾਗ 'ਚ ਆ ਰਹੇ ਨੇ, ਐਂਡ ਆਈ ਮੀਨ ਯੂ ਕੈਨ ਪਿਕ ਐਂਡ ਚੂਜ਼, ਪਰ ਆਪਾਂ ਗੱਲ ਕਰ ਸਕਦੇ ਹਾਂ ਜਿਹਦੇ ਤੇ। ਇੱਕ ਤਾਂ ਆ ਰਿਹਾ ਦਲਿਤ ਐਕਸਪੀਰੀਅੰਸ ਦਾ, ਜਿਹੜਾ ਪਿਛਲੇ ਕੁਝ ਟਾਈਮ 'ਚ ਬਹੁਤ ਐਕਟਿਵਲੀ ਦਲਿਤ ਆਰਗੇਨਾਈਜੇਸ਼ਨਸ ਨੇ, ਜਥੇਬੰਦੀਆਂ ਨੇ, ਫਰੰਟਸ ਨੇ ਅਜ਼ਰਟ ਕੀਤਾ ਕਿ ਜਿਹੜਾ ਤਜਰਬਾ, ਜਿਹੜਾ ਸ਼ੋਸ਼ਣ ਤਸ਼ੱਦਦ ਅਸੀਂ ਸਹਿਆ, ਉਹਦੇ ਵਿੱਚੋਂ ਜਿਸ ਤਰ੍ਹਾਂ ਦਾ ਐਕਸਪੀਰੀਅੰਸ ਡਿਵੈਲਪ ਹੋਇਆ ਤੇ ਜਿਸ ਤਰ੍ਹਾਂ ਦੀ ਡਿਮਾਂਡ ਡਿਵੈਲਪ ਹੋਈ ਹੈ ਕਿ ਸਾਡੀਆਂ ਆਰਗੇਨਾਈਜੇਸ਼ਨਸ 'ਚ ਕੋਈ ਅਪਰ ਕਾਸਟ ਨਹੀਂ ਹੋਣਾ ਚਾਹੀਦਾ, ਜਾਂ ਸਾਡੀਆਂ ਆਰਗੇਨਾਈਜੇਸ਼ਨਸ 'ਚ ਫੈਮਿਨਿਜ਼ਮ ਨਹੀਂ ਲਾਗੂ ਹੁੰਦਾ, ਇੱਕ ਇਹ ਵੀ ਐਕਸਟ੍ਰੀਮ ਪੋਜੀਸ਼ਨ ਆਈ ਹੈ। ਤੇ ਇਹਦੇ 'ਚ ਮੈਨੂੰ ਆਪਣੇ ਆਪ ਵੀ ਤੇ ਐਜ਼ ਅਪਰ ਕਾਸਟ ਕਨਫਿਊਜ਼ਨ ਵੀ ਹੁੰਦੀ ਹੈ ਕਿ ਮੇਰਾ ਜਾਂ ਇੱਕ ਅਪਰ ਕਾਸਟ ਔਰਤ ਦਾ, ਇੱਕ ਅਪਰ ਕਾਸਟ ਐਕਟਿਵਿਸਟ ਦਾ, ਲੇਖਕ ਦਾ ਕੀ ਰੋਲ ਹੋ ਸਕਦਾ ਹੈ ਇਸ ਸਾਰੀ ਕੰਪਲੈਕਸਿਟੀ 'ਚ। ਐਜ਼ ਯੂ ਵਰ ਆਲਸੋ ਟਾਕਿੰਗ ਇਨ ਦ ਬਿਗਨਿੰਗ ਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਉਹ ਜ਼ਿਆਦਾ ਮੈਟਰ ਕਰਦਾ ਹੈ ਐਜ਼ ਕੰਪੇਅਰ ਟੂ ਕੋਈ ਥਿਓਰੈਟੀਕਲ ਆਰਟੀਕੂਲੇਸ਼ਨ, ਕਿਸੇ ਤਰ੍ਹਾਂ ਦੀ ਕੋਈ ਸਿਧਾਂਤਕਾਰੀ ਪੜ੍ਹ ਲੈਣ ਨਾਲੋਂ। ਤੇ ਇੱਕ ਤਾਂ ਇਹ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਹੈ ਕਿ ਇਹ ਐਕਸਪੀਰੀਅੰਸ ਦਾ ਕੁਐਸਚਨ ਹੈ ਜਿਹੜਾ, ਇਸ ਨੂੰ ਕਿਸ ਤਰ੍ਹਾਂ ਕੰਸਟਰਕਟਿਵਲੀ ਮਤਲਬ ਐਡਰੈਸ ਕੀਤਾ ਜਾ ਸਕਦਾ, ਜਿਹਦੇ ਵਿੱਚ ਐਲਾਈਸ਼ਿਪ ਦਾ ਵੀ ਕੋਈ ਇੱਕ ਤਰ੍ਹਾਂ ਦਾ ਕੁਝ ਨਿਕਲ ਪਾਏ ਕਿ ਤੁਸੀਂ ਸਾਥ ਵੀ ਦੇ ਸਕਦੇ ਹੋ, ਸਪੋਰਟ ਵੀ ਕਰ ਸਕਦੇ ਹੋ, ਪਰ ਤੁਸੀਂ ਸਪੇਸ ਵੀ ਨਾ ਲਓ। ਕਿਉਂਕਿ ਬਹੁਤ ਸਾਰੇ ਫਰੰਟਸ 'ਚ ਤਾਂ ਇਹੀ ਦੇਖਣ ਨੂੰ ਮਿਲਦਾ ਹੈ ਕਿ ਗੱਲ ਹੋ ਰਹੀ ਹੈ ਔਰਤਾਂ ਦੀ, ਮਤਲਬ ਮੈਂ ਬਹੁਤ ਐਕਸਟ੍ਰੀਮ ਐਗਜ਼ਾਮਪਲ ਦੇਣੀ ਹੋਵੇ, ਕੱਲ ਪਰਸੋਂ ਦੀ, ਐਕਸਟ੍ਰੀਮ ਨਹੀਂ ਮਤਲਬ ਇੱਕ ਫਨੀ ਐਗਜ਼ਾਮਪਲ ਹੈ, ਤੇ ਕੱਲ ਪਰਸੋਂ ਦੀ ਗੱਲ ਹੈ, JNU ਯੂਨੀਵਰਸਿਟੀ 'ਚ ਜੈਂਡਰ ਡਾਈਵਰਸਿਟੀ ਤੇ ਇੱਕ ਜ਼ੂਮ ਮੀਟਿੰਗ ਹੋ ਰਹੀ ਸੀ, ਉਹਦੇ 'ਚ ਇੱਕ ਵੀ ਔਰਤ ਨਹੀਂ ਸੀ, ਇੱਕ ਵੀ ਨੌਨ ਮੈਨ ਨਹੀਂ ਸੀ, ਤੇ ਜੈਂਡਰ ਡਾਈਵਰਸਿਟੀ ਤੇ ਮੀਟਿੰਗ ਹੋ ਰਹੀ ਸੀ। ਇਸ ਤਰ੍ਹਾਂ ਹੀ ਦੇਖਣ ਨੂੰ ਮਿਲਦਾ ਕਈ ਵਾਰ ਕਿ ਗੱਲ ਹੋ ਰਹੀ ਹੈ ਜ਼ਮੀਨ ਦੀ ਵੰਡ ਦੀ, ਪਰ ਕੋਈ ਵੀ ਦਲਿਤ ਨਹੀਂ ਬੈਠਾ ਉੱਥੇ, ਉਹਨਾਂ ਬਾਰੇ ਗੱਲ ਹੋ ਰਹੀ ਹੈ ਪਰ ਉਹ ਆਪ ਪ੍ਰੈਜ਼ੈਂਟ ਨਹੀਂ ਹੈ ਉਸ ਕਨਵਰਸੇਸ਼ਨ 'ਚ, ਉਸ ਟ੍ਰਾਂਜੈਕਸ਼ਨ 'ਚ, ਉਸ ਸਾਰੀ ਉਹਦੇ 'ਚ। ਇੱਕ ਤਾਂ ਮੈਨੂੰ ਇਹ ਸੋਚਣ ਦਾ ਮਤਲਬ ਹੈ, if you could talk about it. And the other thing that you mentioned was sexuality, ਜੋ ਮੇਰਾ ਆਪਣਾ ਵੀ ਰਿਸਰਚ ਇੰਟਰਸਟ ਹੈ, ਤੇ ਉਹਦੇ 'ਚ ਮੈਨੂੰ ਲੱਗਦਾ ਕਿ ਇਟ ਮੇਕਸ ਪੀਪਲ ਸੋ ਅਨਕੰਫਰਟੇਬਲ ਕਿ ਬਾਕੀ ਸਾਰਾ ਕੁਝ ਠੀਕ ਹੈ, ਤੁਸੀਂ ਥੋੜੀ ਜ਼ਮੀਨ ਵੀ ਦੇ ਸਕਦੇ ਹੋ, ਨਾਲ ਬਹਿ ਕੇ ਚਾਹ ਵੀ ਪੀ ਸਕਦੇ ਹੋ, ਸਾਂਝੀ ਮਾਲਕੀ ਵੀ ਕਰ ਸਕਦੇ ਹੋ, ਬਹੁਤ ਕੁਝ ਕਰ ਸਕਦੇ ਹੋ, ਪਰ ਇਹ ਨਹੀਂ, ਤੁਸੀਂ ਦੂਜੀ ਜਾਤ 'ਚ ਵਿਆਹ ਨਹੀਂ ਕਰਾ ਸਕਦੇ, ਤੁਸੀਂ ਆਪਣੀ ਸੈਕਸ਼ੂਅਲ ਉਹ ਕਦੇ ਇੰਜੋਏ ਕਰ ਸਕਦੇ ਹੋ। ਤੇ ਉਹ ਹੈ ਵੀ ਹੈ ਕਿ ਉੱਚ ਜਾਤੀ ਕੋਲ ਨੀਵੀਂ ਜਾਤੀਆਂ ਸੋ ਕਾਲਡ ਦਾ ਬਹੁਤ ਐਕਸੈਸ ਵੀ ਹੈ, ਸੈਕਸ਼ੂਅਲ ਐਕਸੈਸ ਕਿੰਨਾ ਹੈ, ਸੈਕਸ਼ੂਅਲ ਹੈਰਾਸਮੈਂਟ ਕਿੰਨੇ ਵੱਡੇ ਪੱਧਰ ਤੇ ਹੁੰਦੀ ਹੈ ਦਲਿਤ ਔਰਤਾਂ ਨਾਲ, ਪਰ ਕੋਈ ਐਸਟੈਬਲਿਸ਼ਡ ਰਿਲੇਸ਼ਨਸ਼ਿਪ ਬਣਨਾ ਹੋਵੇ ਉਹਦੀ ਪੋਸਿਬਿਲਿਟੀ ਬਹੁਤ ਘੱਟ ਹੈ, ਜਾਂ ਕਿਸੇ ਤਰ੍ਹਾਂ ਇੱਕ ਸੀਰੀਅਸ ਰਿਲੇਸ਼ਨਸ਼ਿਪ 'ਚ ਜਾਣਾ ਹੋਵੇ ਉਹਦੀ ਪੋਸਿਬਿਲਿਟੀ ਬਿਲਕੁਲ ਉੱਥੇ ਇੱਕ ਤਰ੍ਹਾਂ ਖਤਮ ਹੀ ਹੈ, ਚਾਹੇ ਉਹ ਪੰਜਾਬ ਦੇ ਕੇਸ 'ਚ ਵੀ ਦੇਖਣਾ ਹੋਵੇ। ਇਹ ਦੋ ਅਲੱਗ ਕੁਐਸਚਨ ਨੇ, ਆਈ ਮੀਨ ਯੂ ਕੈਨ ਐਡਰੈਸ them at different times, but ਇਹ ਮੇਰੇ ਦਿਮਾਗ 'ਚ ਆ ਰਿਹਾ ਹੈ। ਠੀਕ ਹੈ। ਆਈ ਥਿੰਕ ਜਿਹੜਾ ਸੈਕਿੰਡ ਵਾਲਾ ਉਹ ਛੋਟਾ, ਮੇਰੇ ਵਾਸਤੇ ਥੋੜਾ ਘੱਟ ਛੋਟਾ ਸਵਾਲ ਹੈ, ਮੈਂ ਉਹ ਪਹਿਲੇ ਜਲਦੀ ਆਨਸਰ ਕਰ ਦਿੰਦੀ ਹਾਂ। ਤਾਂ ਉਹ ਡੁਪਲਿਸਿਟੀ ਹੈ ਜਿਹੜੀ ਹੈ, ਦੋਹਰਾ ਬਣਾ, ਉਹ ਤਾਂ ਬਹੁਤ ਪੁਰਾਣੀ ਗੱਲ ਹੈ ਕਿ ਮਤਲਬ ਆਦਮੀਆਂ ਨੇ ਹਮੇਸ਼ਾ ਦਲਿਤ ਔਰਤਾਂ ਤੇ ਐਕਸੈਸ ਰੱਖਿਆ, ਹਮੇਸ਼ਾ ਰੱਖਿਆ, ਔਰ ਹੁਣ ਵੀ ਰੱਖਦੇ। ਸੋ ਇਹ ਉਹਨਾਂ ਨੂੰ ਇਹ ਨਹੀਂ ਹੈ ਕਿ ਉਹ ਰਿਸ਼ਤਾ ਨਹੀਂ ਕਾਇਮ ਕਰ ਸਕਦੇ, ਉਹਨਾਂ ਨੂੰ ਇਹ ਹੈ ਕਿ ਉਹ ਰਿਸ਼ਤੇ ਦਾ ਕੋਈ ਨਾਂ ਨਹੀਂ ਹੋਣਾ ਚਾਹੀਦਾ। ਰਿਸ਼ਤੇ ਦਾ ਨਾਂ ਦੇਣਾ, ਕਿਸੇ ਵੀ ਰਿਸ਼ਤੇ ਦਾ ਨਾਂ ਹੋਣਾ, ਨਾਮ ਦੇਣਾ, ਇਹ ਬੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਉਹਦੇ ਨਾਲ ਜੁੜੀਆਂ ਹੁੰਦੀਆਂ ਹੋਰ ਗੱਲਾਂ ਕਿ ਤੁਸੀਂ ਹੋਰ ਸੋਸ਼ਲ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਉਹ ਆਉਂਦੀਆਂ ਨਾਲ। ਜੇ ਕਿਸੇ ਦਾ ਰਿਸ਼ਤੇ ਦਾ ਨਾਮ ਨਹੀਂ ਹੈ ਨਾ, ਉਹ ਜ਼ਿੰਮੇਵਾਰੀ ਤੋਂ ਬਗੈਰ ਰਿਸ਼ਤਾ ਹੈ, ਉਹ ਸਿਰਫ ਤੁਹਾਡਾ ਜ਼ਾਇਤੀ ਰਿਸ਼ਤਾ ਹੈ, ਉਹ ਰੱਖ ਸਕਦੇ ਹੈ, ਏਦਾਂ ਨਹੀਂ ਹੈ ਕਿ ਔਰਤਾਂ ਵੀ ਰੱਖਦੀਆਂ, ਆਦਮੀ ਵੀ ਰੱਖਦੇ ਹੈ, ਤੁਹਾਡਾ ਇੱਕ ਦੂਸਰੇ ਵੱਲ ਕੋਈ ਉਹ ਨਹੀਂ ਹੈ ਕਿ ਤੁਹਾਡੀ ਜ਼ਿੰਮੇਵਾਰੀ ਹੈ।
ਲੇਕਿਨ ਜਿਹੜੇ ਰਿਸ਼ਤੇ ਨਾਲ ਜ਼ਿੰਮੇਵਾਰੀ ਨਾਮ ਰਿਸ਼ਤੇ ਦਾ ਨਾ ਹੋਣਾ ਔਰ ਉਹਦਾ ਜ਼ਿੰਮੇਵਾਰੀ ਨਾਲ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਉਹਦੀ ਫਿਰ ਹਿਸਟਰੀ ਬਣਦੀ ਹੈ, ਉਹਦੀ ਫਿਰ ਉਹਦਾ ਪਾਸਟ ਵੀ ਹੁੰਦਾ, ਉਹਦਾ ਫਿਊਚਰ ਵੀ ਹੁੰਦਾ। ਉੱਥੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦੇ ਰਿਸ਼ਤੇ ਬਣਨ ਲੱਗ ਜਾਣ ਤਾਂ ਜਿਹੜਾ ਉਹਨਾਂ ਦਾ ਐਗਜ਼ਿਸਟਿੰਗ ਢਾਂਚਾ ਹੈ, ਜਿਹਦਾ ਆਲਰੇਡੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਤੁਸੀਂ ਆਪਣਾ ਪੈਸਾ ਤੁਹਾਨੂੰ ਦੇਣਾ ਪਊਗਾ, ਸ਼ੇਅਰ ਕਰਨਾ ਪਊਗਾ, ਤੁਹਾਨੂੰ ਆਪਣਾ ਘਰ ਸ਼ੇਅਰ ਕਰਨਾ ਪਊਗਾ, ਤੁਹਾਡੇ ਜਿਹੜੇ ਰਿਸੋਰਸਿਸ ਜਦੋਂ ਤੁਹਾਨੂੰ ਮੁਸ਼ਕਲਾਂ ਆਉਣਗੀਆਂ ਤਾਂ ਤੁਹਾਨੂੰ ਉਸ ਇਨਸਾਨ ਨੂੰ ਆਪਣੀ ਲਾਈਫ ਦੇ ਵਿੱਚ ਲਿਆਉਣਾ ਪਊਗਾ। ਉਹ ਸਾਰੀਆਂ ਜ਼ਿੰਮੇਵਾਰੀਆਂ ਲੋਕੀ ਨਹੀਂ ਕਰਨਾ ਚਾਹੁੰਦੇ, ਬਿਕੋਜ਼ ਉਹਦੇ ਨਾਲ ਤੁਹਾਡੀਆਂ ਐਗਜ਼ਿਸਟਿੰਗ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਉਹ ਹਿਲ ਜਾਂਦੀਆਂ ਹੈ ਨਾ, ਤਾਂ ਉਹ ਲੋਕ ਨਹੀਂ ਕਰ ਸਕਦੇ ਬਰਦਾਸ਼ਤ, ਮੁਸ਼ਕਿਲ ਆਦਾ ਉਹਨਾਂ ਨੂੰ। ਤਾਂ ਇਹ ਐਕਸੈਪਟ ਰਿਸ਼ਤੇ ਨਾਲ ਜ਼ਿੰਮੇਵਾਰੀ ਦੀ ਗੱਲ ਜੇ ਆਪਾਂ ਖਿਆਲ ਰੱਖੀਏ ਤਾਂ that is what we need। ਔਰ ਅਗੇਨ ਮੈਂ ਇਹਨੂੰ ਇਸ ਟ੍ਰੈਡੀਸ਼ਨਲ ਤਰੀਕੇ ਨਾਲ ਨਹੀਂ ਸੋਚ ਰਹੀ, ਜ਼ਰੂਰੀ ਨਹੀਂ ਹੈ ਵਿਆਹ, ਇਹ ਵੀ ਕੋਈ ਜ਼ਰੂਰੀ ਨਹੀਂ ਹੈ, ਬਟ ਜ਼ਿੰਮੇਵਾਰੀ ਜ਼ਰੂਰੀ ਹੈ। ਓਕੇ, ਸੋ ਦਿਸ ਵਾਸ ਦ ਵਨ। ਜਿਹੜਾ ਦੂਜਾ ਸਵਾਲ ਹੈ ਤੁਹਾਡਾ, ਬਹੁਤ ਮੁਸ਼ਕਿਲ ਔਰ ਬਹੁਤ ਮੁਸ਼ਕਿਲ ਸਵਾਲ ਹੈ, ਬਿਕੋਜ਼ ਮੈਂ ਸੋਚਦੀ ਹਾਂ ਕਿ ਹਰ ਇੱਕ ਇਨਸਾਨ ਜਿਹੜੀ ਵੀ ਲੋਕੇਸ਼ਨ 'ਚ ਹੈ, ਪਹਿਲੀ ਤਾਂ ਉਹਨੂੰ ਸਮਝਣਾ ਚਾਹੀਦਾ ਕਿ ਮੇਰੀਆਂ ਆਪਸ਼ਨਸ, ਰੀਅਲ ਆਪਸ਼ਨਸ ਕੀ ਹੈ, ਮੈਂ ਕਿਸ ਪਾਸੇ, ਕਿਸ ਕੰਮ ਵਿੱਚ, ਕਿਹੜੀ ਪ੍ਰੋਬਲਮ ਵਿੱਚ, ਕਿਹੜੇ ਮਸਲੇ ਦਾ ਹੱਲ ਆਪਣੀ ਲਾਈਫ ਦੇ ਵਕਤ ਜੋ ਮੇਰੇ ਲਿਮਿਟਡ ਟਾਈਮ ਹੈ ਉਹ ਲਗਾ ਕੇ ਮੈਂ ਲੱਭ ਸਕਦੀ ਹਾਂ ਜਾਂ ਲੱਭ ਸਕਦਾ ਐਕਚੁਅਲੀ ਮੈਂ ਕੀ ਕਰ ਸਕਦਾ ਜੈਨੂਇਨਲੀ। ਠੀਕ ਹੈ, ਹੁਣ ਜੇ ਤੁਸੀਂ ਆਪਣੇ ਆਪ ਦੇਖ ਕੇ ਜੇ ਤੁਸੀਂ ਕਦੀ ਵੀ ਤੁਹਾਡੀ ਲਾਈਫ ਵਿੱਚ ਜਿਹੜੇ ਦਲਿਤ ਵਰਗੇ ਲੋਕਾਂ ਨਾਲ ਤੁਸੀਂ ਵਕਤ ਹੀ ਨਹੀਂ ਸਪੈਂਡ ਕੀਤਾ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਹ ਰਹਿੰਦੇ ਕਿੱਥੇ ਆ, ਤੁਸੀਂ ਉਹਨਾਂ ਦੇ ਕਦੀ ਘਰ ਨਹੀਂ ਗਏ, ਤੁਹਾਨੂੰ ਉਹਦੀਆਂ ਰੋਜ਼ਮर्रा ਦੀਆਂ ਜ਼ਿੰਦਗੀਆਂ ਵਿੱਚ ਜਿਹੜੀ ਮੁਸ਼ਕਲ ਹੈ ਤੁਹਾਨੂੰ ਪਤਾ ਹੀ ਨਹੀਂ ਹੈ, ਤੁਹਾਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਡਿਫਰੈਂਟ ਡਿਮਾਂਡਸ ਕਿਵੇਂ ਉਹ ਨੈਗੋਸ਼ੀਏਟ ਕਰਦੇ ਹਨ, ਨਹੀਂ ਪਤਾ ਤੁਹਾਨੂੰ। ਠੀਕ ਹੈ, ਸਿਰਫ ਇੱਕ ਮੌਕੇ ਤੇ ਆ ਕੇ ਤੁਸੀਂ ਹੋ ਸਕਦਾ ਉਹਨਾਂ ਦੇ ਲੀਡਰਾਂ ਨਾਲ ਗੱਲ ਕੀਤੀ ਹੋਵੇ, ਹੋ ਸਕਦਾ ਹੈ ਕਿ ਉਹ ਫਿਰ ਤੁਸੀਂ ਉਹਨਾਂ ਦੇ ਲੀਡਰਾਂ ਨਾਲ ਬੈਠ ਕੇ ਤੁਸੀਂ ਕੋਈ ਏਜੰਡਾ ਬਣਾਉਣਾ ਚਾਹੁੰਦੇ ਕਿ ਅਸੀਂ ਕੀ ਕਰੀਏ ਤੁਹਾਡੇ ਨਾਲ। ਤੇ ਇਹ ਜਦੋਂ ਇਸ ਤਰ੍ਹਾਂ ਲੈਵਲ ਤੇ ਤੁਹਾਡੀ ਉਹਨਾਂ ਨਾਲ ਸਾਂਝ ਹੋ ਰਹੀ ਹੈ ਤਾਂ ਇਹ ਬਿਲਕੁਲ ਅੰਡਰਸਟੈਂਡੇਬਲ ਹੈ ਕਿ ਕਿਸੇ ਟਾਈਮ ਤੇ ਉਹਨਾਂ ਦੇ ਲੀਡਰ ਕਹਿਣਗੇ ਬਈ ਤੈਨੂੰ ਮੈਂ ਕੀ ਸਮਝਾਵਾਂ, ਤੈਨੂੰ ਤਾਂ ਇਹ ਪਤਾ ਹੀ ਨਹੀਂ ਹੈ, ਬੈਕਗ੍ਰਾਉਂਡ ਨਹੀਂ ਪਤਾ। ਠੀਕ ਹੈ, ਤਾਂ ਕਿਉਂਕਿ ਤੁਸੀਂ ਆਪਣੀ ਲਾਈਫ ਤਾਂ ਦੁਬਾਰਾ ਲੀਡ ਨਹੀਂ ਕਰ ਸਕਦੇ, ਤੁਸੀਂ ਬਚਪਨ ਤੋਂ ਉਸ ਪੁਆਇੰਟ ਤੱਕ ਆ ਕੇ ਤੁਸੀਂ ਮੌਜਾਂ ਕੀਤੀਆਂ ਜਾਂ ਤੁਸੀਂ ਆਪਣੇ ਚੰਗੇ ਬੰਦੇ ਘਰ ਵਿੱਚ ਰਹੇ, ਕੋਈ ਤੁਹਾਨੂੰ ਮੁਸ਼ਕਲ ਨਹੀਂ ਆਈ, ਜੋ ਤੁਸੀਂ ਪੜ੍ਹਨਾ ਚਾਹੁੰਦਾ ਸੀ ਤੁਸੀਂ ਪੜ੍ਹੇ, ਜੋ ਤੁਸੀਂ ਖਾਣਾ ਚਾਹੁੰਦਾ ਸੀ ਤੁਸੀਂ ਖਾਦੇ। ਠੀਕ ਹੈ, ਇਹ ਸਾਰਾ ਕੁਝ ਤੁਸੀਂ ਕੀਤਾ, ਫਿਰ ਹੁਣ ਉਹ ਦੁਬਾਰਾ ਤਾਂ ਨਹੀਂ ਤੁਸੀਂ ਜੀ ਸਕਦੇ, ਹੁਣ ਤੁਸੀਂ ਉਹਨੂੰ ਡਿਸਟੈਂਸ ਤੋਂ ਹੀ ਦੇਖ ਸਕਦੇ। ਠੀਕ ਹੈ, ਤੁਸੀਂ ਜਦੋਂ ਤੁਸੀਂ ਲਾਲ ਸਿੰਘ ਦਿਲ ਦੀ ਕਵਿਤਾ ਪੜ੍ਹ ਕੇ ਤੁਸੀਂ ਦੇਖ ਸਕਦੇ ਹੋ ਕਿ ਉਹਦੀ ਕਿਸ ਤਰ੍ਹਾਂ ਦੀ ਲਾਈਫ ਉਹਨੇ ਲੀਡ ਕੀਤੀ। ਤੁਸੀਂ ਹੋ ਸਕਦਾ ਥੋੜਾ ਬਹੁਤ ਤੁਹਾਨੂੰ ਲਿਟਲ ਬਿਟ ਉਹਦੇ ਦਰਦ ਦਾ ਸਮਝ ਆਵੇ, ਜੋ ਕਿ ਉਹ ਇੱਕ ਟਾਈਮ ਤੇ ਨਕਸਲ ਸੀਗਾ ਤਾਂ ਉਹਦੀ ਟ੍ਰੀਟਮੈਂਟ ਉਹਨੂੰ ਨਹੀਂ ਠੀਕ ਲੱਗੀ, ਉਹ ਯੂਪੀ ਗਿਆ ਤਾਂ ਉਹਨੇ ਦੇਖਿਆ ਵੀ ਇਹ ਮੁਸਲਮਾਨ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ, ਬਾਅਦ ਚੋਂ ਮੁਸਲਮਾਨ ਹੀ ਬਣ ਗਿਆ। ਹੁਣ ਉਸ ਬੰਦੇ ਦੀ ਜਿਹੜੀ ਹੱਡ ਬੀਤੀ ਹੈ ਉਹ ਤੁਸੀਂ ਉਹਨੂੰ ਦੂਰੋਂ ਅਪਰੀਸ਼ੀਏਟ ਕਰ ਸਕਦੇ, ਦੇਖ ਸਕਦੇ ਹੋ ਸਕਦਾ ਤੁਹਾਨੂੰ ਲੱਗੇ ਵੀ ਕਿ ਹਾਂ ਮੈਂ ਮਾੜਾ ਕੀਤਾ ਸੀ ਜੇ ਤੁਸੀਂ ਉਹ ਦੋਸਤ ਸੀਗੇ ਕਿਸੇ ਟਾਈਮ ਤੇ, ਹੋ ਸਕਦਾ, ਪਰ ਇਹ ਤੁਸੀਂ ਸਟਰਕਚਰਲੀ ਦੇਖੋ ਤੁਸੀਂ ਕਿੰਨਾ ਕੁ ਕਰ ਸਕਦੇ ਸੀਗੇ। ਤੁਹਾਡੀ ਜਿਹੜੀ ਲੋਕੇਸ਼ਨ ਹੈ ਤੇ ਇਹ ਤਾਂ ਨਹੀਂ ਕਿ ਤੁਸੀਂ ਉਹਦੇ ਘਰ ਤੁਸੀਂ ਉਹਨੂੰ ਆਪਣੇ ਘਰ ਲਿਆ ਕੇ ਉਹਦੇ ਨਾਲ ਰੱਖੋਗੇ। ਇਹ ਜਿਹੜੀ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ ਰਿਸ਼ਤਿਆਂ ਦੀ, ਜਿਹੜੇ ਰਿਸ਼ਤੇ ਆ ਜਿਹੜੇ ਵਕਤ ਕੁਝ ਮੋਮੈਂਟਸ ਤੇ ਰਿਸ਼ਤੇ ਲੋਕੀ ਬਣਾਉਂਦੇ ਆ, ਪੂਰਾ ਰਿਸ਼ਤਾ ਕਦੀ ਨਹੀਂ ਬਣਾਉਂਦੇ। ਜੇ ਇਹ ਇਸ਼ੂ ਹੈ, ਜੇ ਅਸੀਂ ਕਿਸੇ ਇੱਕ ਪੂਰੀ ਲਾਈਫ ਹੈ ਉਹਦੀ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹਦਾ ਆਊਟਲੁੱਕ ਹੈ ਉਹ ਅਸੀਂ ਕਦੀ ਨਾ ਐਕਸਪੀਰੀਅੰਸ ਕੀਤਾ ਨਾ ਸ਼ੇਅਰ ਕੀਤਾ, ਠੀਕ ਹੈ, ਫਿਰ ਅਸੀਂ ਕਿਸ ਪੁਆਇੰਟ ਆਫ ਵਿਊ ਤੋਂ ਕਹਿ ਸਕਦੇ ਹਾਂ ਕਿ ਵੀ ਅਸੀਂ ਤੁਹਾਡਾ ਬਰਾਬਰ ਬੈਠ ਕੇ ਅਸੀਂ ਸਾਂਝੀ ਵਾਲਤਾ ਕਰ ਸਕਦੇ ਹਾਂ, ਬਰਾਬਰ ਨਹੀਂ ਬੈਠ ਸਕਦੇ ਅਸੀਂ, ਸਾਨੂੰ ਉਹਨਾਂ ਦੀ ਗੱਲ ਸੁਣਨੀ ਪਊਗੀ। ਉਹ ਆਪਣੀ ਗੱਲ ਆਪਣੀ ਐਕਸਪੀਰੀਅੰਸ ਤੇ ਬੇਸਿਸ ਤੇ ਜੋ ਉਹ ਗੱਲ ਕਹਿ ਰਹੇ ਆ ਸਾਨੂੰ ਸਮਝਣਾ ਪਊਗਾ, ਦੇਖਣਾ ਪਊਗਾ। ਉਹਨੂੰ ਪੈਰਲਲ ਤਰੀਕੇ ਨਾਲ ਦੇਖ ਸਕਦੇ ਆ। ਇੱਕ ਔਰਤ ਦੇਖ ਸਕਦੀ ਹੈ ਕਿ ਮੇਰੇ ਹਸਬੈਂਡ ਆ ਭਰਾ ਜਾਂ ਦੇ ਹੋਰ ਬੰਦਿਆਂ ਦੇ ਹਿਸਾਬ ਨਾਲ ਮੇਰਾ ਜਿਹੜਾ ਰਿਲੇਸ਼ਨ ਹੈ ਮੈਨੂੰ ਲੱਗ ਸਕਦਾ ਹੈ ਕਿ ਵੀ ਮੈਂ ਸਮਝਦੀ ਹਾਂ ਕਿ ਐਜ਼ ਅ ਔਰਤ ਮੈਂ ਕਿਸੇ ਟਾਈਮ ਤੇ ਕਿਹਾ ਹੋਈ ਸੀ women can think of themselves as Dalit, ਹਾਲਾਂਕਿ ਐਗਜ਼ੈਜਰੇਸ਼ਨ ਹੈ ਕਿਉਂਕਿ ਤੁਸੀਂ ਸੋਚ ਸਕਦੇ ਆ ਕਿ ਤੁਹਾਡੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕਿਸ ਤਰ੍ਹਾਂ ਉਹ ਵੀ ਨੀਵੀਂ ਹੈ, ਤਾਂ ਥੋੜਾ ਜਿਹਾ ਉਹ ਅਹਿਸਾਸ ਨੀਵੇਂ ਹੋਣ ਦਾ ਉਹ ਐਜ਼ ਅ ਔਰਤ ਤੁਸੀਂ ਸਮਝਦੇ ਆ, ਲੇਕਿਨ ਉਹ ਪੂਰਾ ਅਹਿਸਾਸ
ਇੱਕ ਦਲਿਤ ਹੁੰਦਾ ਤੁਸੀਂ ਨਹੀਂ ਸਮਝ ਸਕਦੇ ਜੇ ਤੁਸੀਂ ਆਪ ਨਹੀਂ ਹੈ, ਤੁਹਾਡੇ ਜੇ ਆਪ ਉਹ ਤੁਹਾਡੀ ਉਹ ਸਿਚੁਏਸ਼ਨ ਨਹੀਂ ਰਹੀ, ਠੀਕ ਹੈ। ਔਰ ਆਫ ਕੋਰਸ देयर आर कॉम्प्लिकेटेड थिंग्स ਕਿ ਬੜੇ ਸਾਰੇ ਦਲਿਤ have risen ਔਰ ਉਹਨਾਂ ਦੀ ਕਲਾਸ ਪੋਜੀਸ਼ਨ ਫਰਕ ਹੈ, ਮੇਬੀ ਤੁਹਾਡੀ ਉਹਨਾਂ ਨਾਲ ਜ਼ਿਆਦਾ ਅੰਡਰਸਟੈਂਡਿੰਗ ਹੋ ਸਕਦੀ ਹੈ ਬਿਕੋਜ਼ ਤੁਹਾਡਾ ਸੋਸ਼ਲ ਸਟਰਕਚਰ ਤੁਹਾਡਾ ਬਦਲ ਚੁੱਕਿਆ, ਉਹਨਾਂ ਦਾ ਬਦਲ ਚੁੱਕਿਆ, ਤੁਸੀਂ ਸ਼ੇਅਰ ਕਰਦੇ ਹੋ ਜ਼ਿਆਦਾ, ਇਹ ਹੋ ਸਕਦਾ ਹੈ। ਪਰ ਇਹ ਜਿਹੜੀ ਫੰਡਾਮੈਂਟਲ ਡਿਫਿਕਲਟੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਲਿਮਿਟਿਡ ਹੈ, ਉਹ ਜਿੱਥੇ ਤੁਸੀਂ ਪੈਦਾ ਹੋਏ, ਜੋ ਤੁਹਾਡੇ ਮਾਪਿਓ ਸੀ, ਜੋ ਤੁਹਾਡੀ ਐਜੂਕੇਸ਼ਨ ਸੀ, ਜੋ ਤੁਹਾਡੇ ਕੋਲ ਰਿਸੋਰਸਸ ਸੀ, ਉਹਦੇ ਨਾਲ ਬੰਨਿਆ ਹੋਇਆ ਹੈ, ਲਾਈਫ ਕੰਡੀਸ਼ਨ ਨਾਲ, ਹੈ ਨਾ। ਉਹ ਸਾਰੀਆਂ ਕੰਡੀਸ਼ਨ ਤੁਸੀਂ ਇੱਕਦਮ ਨਵੀਆਂ ਨਹੀਂ ਕਰ ਸਕਦੇ। ਸੋ ਇਸ ਕਰਕੇ ਥੋੜਾ ਜਿਹਾ ਹਿਊਮਿਲਿਟੀ ਨਾਲ, ਥੋੜਾ ਜਿਹਾ ਆਪਣੇ ਜਿਹੜਾ ਜੋਸ਼ ਹੈ ਨਾ ਉਹਨੂੰ ਥੋੜਾ ਕੰਟਰੋਲ ਕਰਕੇ ਆਫਰ ਕਰਨਾ ਚਾਹੀਦਾ ਹੈ। ਮਤਲਬ ਇਹ ਮੇਰੀ ਕਹਿ ਲੋ ਮੇਰੀ ਖੁਸ਼ਕਿਸਮਤੀ ਹੈ ਜੇ ਮੇਰੇ ਦਰਵਾਜ਼ੇ ਤੇ ਕਿਸੇ ਨੇ ਆ ਕੇ ਮੈਨੂੰ ਕਿਹਾ ਵੀ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਮੈਂ ਧੱਕੇ ਨਾਲ ਕਿਸੇ ਨਹੀਂ ਜਾ ਸਕਦੀ, ਏਦਾਂ ਇਹ ਗਲਤ ਗੱਲ ਹੈ। ਮੈਂ ਨਹੀਂ ਕਹਿ ਸਕਦੀ ਕਿ ਵੀ ਮੈਂ ਤਾਂ ਫੈਮਿਨਿਸਟ ਹਾਂ ਜੀ, ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ, ਤੁਸੀਂ ਏਦਾਂ ਨਹੀਂ ਮੈਂ ਕਹਿ ਸਕਦੀ, ਇਹ ਉਹ ਗਲਤ ਹੈ। Is that clear? Yeah, no, I understand, and बहुत ਜ਼ਰੂਰੀ ਹੈ ਕਹਿਣਾ, ਕਿਉਂਕਿ ਬਹੁਤ ਜਲਦੀ ਇੱਕ ਪ੍ਰਿਵਿਲੇਜ ਤੋਂ ਵੀ ਲੋਕ ਇੱਕ ਤਰ੍ਹਾਂ ਦਾ ਸੇਵੀਅਰ ਕੰਪਲੈਕਸ ਡਿਵੈਲਪ ਕਰ ਲੈਂਦੇ ਨੇ ਕਿ ਅਸੀਂ ਆ ਰਹੇ ਹਾਂ ਤੁਹਾਨੂੰ ਬਚਾਉਣ। ਇਹ ਬਹੁਤ ਵਾਰੀ ਦਲਿਤਾਂ ਨਾਲ ਵੀ ਹੁੰਦਾ, ਬਹੁਤ ਵਾਰੀ ਔਰਤਾਂ ਨਾਲ ਵੀ ਹੁੰਦਾ ਕਿ ਅਸੀਂ ਦੱਸਦੇ ਹਾਂ ਨਾਰੀਵਾਦ ਕੀ ਹੁੰਦਾ, ਅਸੀਂ ਦੱਸਦੇ ਹਾਂ ਦਲਿਤ ਚੇਤਨਾ ਕੀ ਹੁੰਦੀ ਹੈ। ਇੱਕ ਤਰ੍ਹਾਂ ਦੀ ਪੋਜੀਸ਼ਨ ਬਹੁਤ ਪ੍ਰਿਵਿਲੇਜ ਤੋਂ ਹੀ ਰੱਖੀ ਜਾ ਸਕਦੀ ਹੈ। ਬਿਲਕੁਲ ਬਿਲकुल। ਇਹ ਵੀ ਮੈਂ ਤੁਹਾਡੇ ਕਮੈਂਟਸ ਕੁਝ ਪੜ੍ਹੇ ਸੀ ਪਹਿਲੇ, ਕਿਸੇ ਬੰਦਿਆਂ ਨੇ ਕਿਹਾ ਸੀ ਕਿ ਵੀ ਔਰਤ ਤੇ ਮਰਦ ਨੂੰ ਕੰਧੇ ਤੇ ਕੰਧਾ ਲਾ ਕੇ ਹੋਣਾ ਚਾਹੀਦਾ ਹੈ, ਤੁਸੀਂ ਇੱਕ ਲੜਾਈ, ਅੱਛਾ ਤਾਂ ਮੇਰਾ ਦਿਮਾਗ ਕਹਿ ਰਿਹਾ ਸੀ ਵੀ ਤੁਸੀਂ ਤਾਂ ਕੰਧਾ ਹਮੇਸ਼ਾ ਆਪਣਾ ਉੱਪਰ ਹੀ ਰੱਖਦੇ ਆ, ਵੀ ਤੁਹਾਡੇ ਨਾਲ ਕਿੱਦਾਂ ਮਿਲਾਈਏ ਕੰਧਾ, ਤੁਸੀਂ ਥੋੜੇ ਥੱਲੇ ਹੋ ਤਾਂ ਫਿਰ ਅਸੀਂ ਕੰਧਾ ਮਿਲਾ ਸਕਦੇ। ਤੁਸੀਂ ਦੌੜੇ ਜਾ ਰਹੇ ਹੋ ਅੱਗੇ, ਥੋੜਾ ਰੁਕੋ ਤਾਂ ਹੋ ਸਕਦਾ ਹੈ, ਨਹੀਂ ਤਾਂ ਸਾਨੂੰ ਚੱਲਣ ਦਿਓ ਆਪਣੀ ਦਾਲ, ਠੀਕ ਹੈ। ਇਹ ਜਿਹੜੀ ਕਈ ਜਿਹੜੇ ਮੇਲ ਫੈਮਿਨਿਸਟ ਹੁੰਦੇ ਆ ਉਹਨਾਂ ਦੀ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਔਰਤਾਂ ਫੈਮਿਨਿਸਟ ਹੈਗੀਆਂ ਉਹਨਾਂ ਨਾਲੋਂ ਵੱਧ ਸਮਝਦੇ ਆ ਫੈਮਿਨਿਸਟ। ਤੇ ਮੈਨੂੰ ਲੱਗਦਾ ਇਹ ਥੋੜਾ ਇਹਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ ਲੋੜ ਹੈ। ਆਵਾਜ਼, ਜਿਸ ਇਨਸਾਨ ਦੀ ਆਵਾਜ਼ ਉਹਦੇ ਆਪਣੇ ਐਕਸਪੀਰੀਅੰਸ ਤੋਂ, ਮੈਂ ਦੁਬਾਰਾ ਹੀ ਰਿਪੀਟ ਕਰ ਰਹੀ ਗੱਲ ਹੈ, ਜਿਹੜੇ ਆਪਣੇ ਐਕਸਪੀਰੀਅੰਸ ਤੋਂ ਨਿਕਲਦੀ ਹੈ, ਉਸ ਆਵਾਜ਼ ਵਿੱਚ ਜ਼ਿਆਦਾ ਦਮ ਹੈ, ਉਹਨੂੰ ਸੁਣਨਾ ਚਾਹੀਦਾ। ਇਹ ਨਹੀਂ ਹੈ ਕਿ ਬਾਹਰ ਰਹਿ ਕੇ ਬੰਦਿਆਂ ਦੀ ਕੋਈ ਜਿਹੜੇ ਲੋਕ ਬਾਹਰ ਉਹਨਾਂ ਨਹੀਂ ਕਰਨੇ, ਇਹ ਨਹੀਂ ਹੈ ਟਰੂ, ਬਿਕੋਜ਼ ਉਹਦਾ ਹੋਰ ਕਾਰਨ ਹੈ, ਉਹ ਇਹ ਹੈ ਕਿ ਜਿਹੜਾ ਇਨਸਾਨ ਪ੍ਰਿਵਿਲੇਜਡ ਹੈ, ਹੁਣ ਮੈਂ ਪ੍ਰਿਵਿਲੇਜਡ ਹੈ, ਮੈਂ ਇੱਥੇ UK ਯੂਨੀਵਰਸਿਟੀ 'ਚ ਪ੍ਰੋਫੈਸਰ ਹੈ, ਮੈਂ ਪ੍ਰਿਵਿਲੇਜਡ ਹੈ, ਮੈਂ ਉਸ ਪ੍ਰਿਵਿਲੇਜ ਦਾ ਫਾਇਦਾ ਹੋਰਾਂ ਲੋਕਾਂ ਨਾਲ ਸ਼ੇਅਰ ਕਰ ਸਕਦੀ ਹਾਂ। ਜੇ ਮੈਨੂੰ ਕੋਈ ਯੰਗ ਦਲਿਤ ਸਕਾਲਰ ਲਿਖਦਾ ਹੈ ਇੰਡੀਆ ਤੋਂ ਵੀ ਮੈਂ ਪ੍ਰੋਫੈਸਰ ਨੰਦਾ ਮੈਂ ਆਰਟੀਕਲ ਲਿਖਿਆ, ਤੁਸੀਂ ਇਹ ਪੜ੍ਹ ਸਕਦੇ ਹੈ, ਕਮੈਂਟ ਦੇ ਸਕਦੇ ਹੈ, ਮੈਂ ਆਪਣਾ ਟਾਈਮ ਕੱਢ ਕੇ ਦੇ ਸਕਦੀ ਹਾਂ, ਮੈਂ ਦੱਸ ਸਕਦੀ ਹਾਂ ਤੁਸੀਂ ਬੇਟਾ ਤੁਸੀਂ ਇੱਥੇ 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 ਇਹ 4 5 6 ਜਰਨਲ ਇੱਥੇ ਤੁਸੀਂ ਭੇਜ ਸਕਦੇ ਹੋ, ਠੀਕ ਹੈ। ਇਹ ਸਾਰਾ ਮੇਰੀ ਜੌਬ ਤੋਂ ਬਾਹਰ ਦਾ ਕੰਮ ਹੈ, ਇਹ ਮੇਰੀ ਕੋਈ ਮੈਨੂੰ ਪ੍ਰੋਫੈਸ਼ਨਲ ਡਿਊਟੀ ਨਹੀਂ ਹੈ, ਇਹ ਮੇਰੀ ਹਿਊਮਨ ਡਿਊਟੀ ਹੈ। ਜੇ ਮੈਂ ਕਿਸੇ ਵੀ ਜੇ ਮੇਰੀ ਕਮਿਟਮੈਂਟ ਹੈ ਕਿ ਮੈਂ ਇਸ ਮਾਮਲੇ ਤੇ ਮੈਂ ਸੋਲੂਸ਼ਨ ਲੱਭਣੀ ਹੈ, ਤਾਂ ਇਹ ਮੈਨੂੰ ਆਪਣਾ ਵਕਤ, ਆਪਣੀ એનર્ਜੀ, ਆਪਣਾ ਥਾਟ ਇਹ ਦੇਣਾ ਪਊਗਾ। ਇਹ ਕਿਸੇ ਖਾਤੇ 'ਚ ਨਹੀਂ ਆਊਗਾ। ਇਹ ਨਹੀਂ ਕਿ ਵੀ ਮੈਂ ਲੈਕਚਰ ਦਵਾਂ ਇੱਥੇ ਜਾ ਕੇ ਤਾਂ ਮੇਰਾ ਨਾਮ ਆ ਗਿਆ, ਜਾਂ ਫਿਰ ਮੈਂ ਹੀ ਆਰਟੀਕਲ ਲਿਖਦਾ। ਏਦਾਂ ਹੁੰਦਾ, ਲੋਕੀ ਹੈਲਪ ਨਹੀਂ ਕਰਦੇ, ਆਪਣਾ ਨਾਂ ਲਿਖਾ ਦਿੰਦੇ ਹੈ ਏਦਾਂ। ਪਰ ਸੋ ਪ੍ਰਿਵਿਲੇਜ ਨੂੰ ਯੂਜ਼ ਕਰਨ ਦੇ ਬੜੇ ਤਰੀਕੇ ਹੈ, ਬਹੁਤ ਤਰੀਕੇ ਹੈ ਕਿ ਲੋਕੀ ਬੜੇ ਲੋਕ ਕੁਆਇਟਲੀ ਕਰਦੇ ਆ, ਬੜੇ ਲੋਕ ਫਾਈਨੈਂਸ਼ਲੀ ਕਰਦੇ ਆ, ਬੜੇ ਸਾਰੇ ਤਰੀਕੇ ਹੁੰਦੇ ਕਿ ਤੁਸੀਂ ਕਰ ਸਕਦੇ ਆ ਔਰ ਇਹ ਹੌਲੀ ਹੌਲੀ ਇਹ ਚੀਜ਼ਾਂ ਹੁੰਦੀਆਂ। ਇਸ ਕਰਕੇ ਰਿਸ਼ਤੇ ਬਣਾਉਣੇ ਬਹੁਤ ਜ਼ਰੂਰੀ ਹੈ, ਔਰ ਸਿਰਫ ਲੌਂਗ ਟਰਮ ਰਿਸ਼ਤਿਆਂ ਵਿੱਚ ਹੀ ਸਹੀ ਜਿਹੜੀ ਅੰਡਰਸਟੈਂਡਿੰਗ ਨਿਕਲਦੀ ਹੈ, 1 ਜਾਂ 2 ਜਾਂ 3 ਵਾਰ ਗੱਲ ਕਰਕੇ ਨਹੀਂ ਨਿਕਲਦੀ। ਪੋਲੀਟੀਕਲ ਐਕਟਿਵਿਜ਼ਮ ਦਾ ਵੀ ਇਹੀ ਹੈ, ਜੇ ਤੁਸੀਂ ਕੋਈ ਪੋਲੀਟੀਕਲ ਮਾਮਲਾ ਇਸ ਤਰ੍ਹਾਂ ਜਿਸ ਤੇ ਤੁਸੀਂ ਕਈ ਸਾਲ ਕੰਮ ਕਰਦੇ ਆ, ਇਕੱਠੇ ਕੰਮ ਕਰਦੇ ਆ, ਤੁਹਾਨੂੰ ਹੌਲੀ ਹੌਲੀ ਜ਼ਿਆਦਾ ਉਹਦੇ ਬਾਰੇ ਪਤਾ ਚੱਲਦਾ ਹੈ। ਹੁਣ UK 'ਚ ਮੈਂ
ਅਸੀਂ ਕਾਸਟ ਲੈਜਿਸਲੇਸ਼ਨ ਤੇ ਬੜੇ ਸਾਲਾਂ ਤੋਂ ਕੰਮ ਕਰ ਰਹੇ, ਉਹਦੇ ਦੌਰਾਨ ਮੈਨੂੰ ਜਿੰਨੇ ਇੱਥੇ ਦਲਿਤ ਕਮਿਊਨਿਟੀਜ਼ ਆ ਸਾਰੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਉਹ ਲੇਕਿਨ ਇਹ ਤਾਂ ਨਹੀਂ ਕਿ ਮੈਨੂੰ ਇੱਕ ਦਿਨ ਚ ਇਹਨਾਂ ਨੂੰ ਜਾਣਨ ਲੱਗੇ। ਮੈਂ ਉਹਨਾਂ ਨਾਲ ਕਈ ਵਾਰ ਕੋਈ ਵੀ ਬਗੈਰ ਮਤਲਬ ਤੋਂ ਮੈਂ ਫੋਨ ਕਰਦੀ ਹਾਂ, ਪੁੱਛਦੀ ਹਾਂ ਕੀ ਆ ਰਿਹਾ, ਕੀ ਹੋ ਰਿਹਾ, ਤੁਸੀਂ ਆਹ ਖਬਰ ਪੜ੍ਹੀ, ਇਹ ਸੁਣਿਆ, ਇਹ ਹੋਇਆ। ਉਹ ਜੋ ਮੈਨੂੰ ਕਦੀ ਬੁਲਾਉਂਦੇ ਮੈਂ ਚਲੀ ਜਾਂਦੀ ਹਾਂ, ਠੀਕ ਹੈ। ਤਾਂ ਇਸ ਕਰਕੇ ਮੇਰਾ ਉਹਨਾਂ ਨਾਲ ਟਰਸਟ ਦਾ ਰਿਸ਼ਤਾ ਹੈ। ਇਹ ਜ਼ਰੂਰੀ ਹੈ ਕਿ ਤੁਹਾਡਾ ਕੋਈ ਵੀ ਕੰਮ ਕਰਨ ਤੋਂ ਪਹਿਲੇ ਜਾਂ ਕੋਈ ਕੰਮ ਕਰਨ ਦੇ ਦੌਰਾਨ ਤੁਹਾਡਾ ਆਪਸ ਵਿੱਚ ਰਿਸ਼ਤਾ ਜਿਹੜਾ ਹੈਗਾ ਜ਼ਿੰਮੇਵਾਰੀ ਔਰ ਟਰਸਟ, ਭਰੋਸੇ ਦਾ ਹੋਣਾ ਚਾਹੀਦਾ। ਇਹ ਭਰੋਸੇ ਦਾ ਰਿਸ਼ਤਾ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਇੱਕ ਦਿਨ ਚ ਨਹੀਂ ਬਣਦਾ ਹੈ। ਜੇ ਤੁਹਾਡਾ ਭਰੋਸੇ ਦਾ ਰਿਸ਼ਤਾ ਹੈ, ਫਿਰ ਤੁਸੀਂ ਕਦੀ ਵੀ ਕਿਸੇ ਤੇ ਡਿਪੈਂਡ ਕਰਨਾ ਚਾਹੋ ਜਾਂ ਉਹ ਤੁਹਾਡੇ ਤੇ ਡਿਪੈਂਡ ਕਰਨਾ ਚਾਹਣ, ਉਹਦੇ ਵਿੱਚੋਂ ਸਕਸੈਸ ਹੋ ਸਕਦੀ ਹੈ। ਲੇਕਿਨ ਬਹੁਤ ਸਾਰੇ ਪੋਲੀਟੀਕਲ ਵਿੱਚ ਮਾਮਲਿਆਂ ਵਿੱਚ ਭਰੋਸੇ ਦਾ ਰਿਸ਼ਤਾ ਬਣਦਾ ਹੀ ਨਹੀਂ। ਹਮੇਸ਼ਾ ਇਹ ਹੁੰਦਾ ਕਿ ਲੋਕੀ ਆਪਣਾ ਏਜੰਡਾ ਆਪਣਾ ਰੱਖਦੇ, ਆਪਣੀ ਸੋਲੂਸ਼ਨ ਲੱਭਣਾ ਚਾਹੁੰਦੇ ਆ, ਲੋਕਾਂ ਨੂੰ ਯੂਜ਼ ਕਰਦੇ ਆ। ਮੈਂ ਤੁਹਾਨੂੰ ਮੈਂਸ਼ਨ ਕੀਤਾ ਸੀ ਦਰਸ਼ਨ ਰਤਨਾਵਨ ਨੂੰ ਆਪਣੀ ਕਿਤਾਬ ਵਿੱਚ ਇੱਕ ਐਗਜ਼ਾਮਪਲ ਇਦਾਂ ਦਿੰਦੇ ਆ ਕਿ ਐਜੀਟੇਸ਼ਨ ਹੋਈ ਸੀਗੀ ਹਰਿਆਣਾ ਵਿੱਚ, ਔਰ ਉੱਥੇ 7000 ਅਰੈਸਟ ਜਿਹੜੇ ਹੋਏ ਦਲਿਤ ਔਰਤ ਔਰ ਆਦਮੀ, ਜਦ ਮੋਸਟਲੀ ਸਾਰੇ ਬਾਲਮੀਕੀ ਸੀ। ਤਾਂ ਉਹਨਾਂ ਨੂੰ ਵੀ ਡਿਸਕ੍ਰਿਮੀਨੇਟਡ ਫੀਲਿੰਗ ਹੈਗੀ ਆ ਕਿ ਕੁਝ ਲੈਫਟ ਗਰੁੱਪਸ ਤੋਂ, ਕਿ ਜਦੋਂ ਲੋੜ ਪੈਂਦੀ ਤਾਂ ਸਾਨੂੰ ਲੈ ਜਾਂਦੇ ਹੈ ਨਾ। ਮਤਲਬ ਕਿ ਤੁਹਾਨੂੰ ਚਾਹੀਦੀ ਹੈ ਜਨਤਾ, ਔਰ ਜਦੋਂ ਤੁਹਾਨੂੰ ਜਨਤਾ ਚਾਹੀਦੀ ਹੈ ਤਾਂ ਤੁਸੀਂ ਇਕੱਠੀ ਕਰ ਲੈਂਦੇ ਹੋ ਜਨਤਾ, ਲੇਕਿਨ ਉਦਾਂ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਵੀ ਨਹੀਂ ਕਰਦੇ, ਹੈ ਨਾ। ਇਹ ਪ੍ਰੋਬਲਮ ਪੋਲੀਟੀਕਲ ਆਰਗੇਨਾਈਜੇਸ਼ਨ ਦੀ ਹੈ, ਔਰ ਇਹ ਲੀਡਰਸ਼ਿਪ ਤੇ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ। ਲੀਡਰਸ਼ਿਪ ਤੇ ਫਿਰ ਉਹਦਾ ਐਗਜ਼ਾਮਪਲ ਸਾਰੇ ਦਿੰਦੇ ਹੀ ਹੈ ਕਿ ਜਿਹੜੇ ਵੱਡੇ ਲੀਡਰਸ ਵੇਰੀਆਂ ਸਾਰੀਆਂ ਲੈਫਟ ਪਾਰਟੀਜ਼ ਦੇ ਔਰ ਪ੍ਰਕਾਸ਼ ਦੇ ਲੋਕ ਲੀਡਰਸ ਹੁੰਦੇ ਆ, ਉਹ ਹੈ ਟਰੂਥ ਹੀ ਹੈ ਨਾ। ਤਾਂ ਫਿਰ ਲੋਕੀ ਹੋਰ ਕੀ ਕਰਨ, ਫਿਰ ਉਹ ਆਪਣੀ ਬਣਾਉਣਗੇ ਨਾ ਆਪਣੀ ਗਰੁੱਪ। ਜੇ ਤੁਸੀਂ ਸ਼ੇਅਰ ਨਹੀਂ ਕਰੋਗੇ ਜਾਂ ਤੁਸੀਂ ਰੈਗੂਲਰ ਲੈਵਲ ਤੇ ਸ਼ੇਅਰ ਨਹੀਂ ਕਰੋਗੇ ਤਾਂ ਫਿਰ ਉਹ ਆਪਣੀ ਆਰਗੇਨਾਈਜੇਸ਼ਨ ਬਣਾਉਣਗੇ, ਹੋਰ ਕੀ ਕਰਨਗੇ। ਉਹਨਾਂ ਨੇ ਤਾਂ ਆਪਣੀ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਹੱਲ ਤਾਂ ਲੱਭਣੇ ਹੀ ਹੈ ਨਾ। ਤੁਹਾਡੇ ਵਾਸਤੇ ਅੱਜ ਹੈ ਜ਼ਰੂਰੀ, ਕੱਲ ਨਹੀਂ ਹੈ ਜ਼ਰੂਰੀ, ਪਰ ਜਿਨ੍ਹਾਂ ਦੀ ਰੋਜ਼ ਦੀ ਜ਼ਿੰਦਗੀ ਦਾ ਮਾਮਲਾ ਉਹਨਾਂ ਨੇ ਤਾਂ ਲੱਭਣੇ ਹੀ ਹੈ। ਤੇ ਉਹਦੇ ਤਰੀਕੇ ਵੀ ਅਲੱਗ ਹੋ ਸਕਦੇ ਨੇ, ਉਹਦੇ ਫਾਰਮਸ ਮੈਟਰ ਕਰ ਸਕਦੇ ਨੇ, ਤੇ ਉਹਦੀ ਸਿਰਫ ਉਹਦੇ ਆਧਾਰ ਤੇ ਜਥੇਬੰਦੀ ਬਣਨਾ, ਆਰਗੇਨਾਈਜ਼ ਹੋਣਾ ਦੀ ਆਪਣੀ ਇੰਪੋਰਟੈਂਸ ਹੈ। ਤੇ ਆਈ ਮੀਨ ਇਹਦੇ ਬਾਰੇ ਆਪਾਂ ਗੱਲ ਅੱਗੇ ਵੀ ਕਰਦੇ ਰਵਾਂਗੇ ਹੋਪਫੁਲੀ। ਹੁਣ ਕਿਉਂਕਿ ਸਮਾਂ ਘੱਟ ਰਿਹਾ, ਤੇ ਇੱਕ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਮੈਂਸ਼ਨ ਕੀਤੀ ਸੀ ਉਹ ਸੀ ਕਾਸਟ ਲੈਜਿਸਲੇਸ਼ਨ ਇਨ ਯੂਕੇ, ਜਿਹਦੇ ਤੇ ਆਈ ਰੀਅਲੀ ਵਾਂਟਡ ਕਿ ਯੂ ਆਲਸੋ ਵਾਂਟਡ ਟੂ ਸਪੀਕ ਤੁਹਾਡੇ ਆਪਣੇ ਕੰਮ ਬਾਰੇ। ਹਾਂ I'll just mention ਕਿ ਇਹ 2000 ਇਹ ਰਿਪੋਰਟਸ ਹੈਗੀਆਂ। ਸੋ 2013 ਵਿੱਚ ਯੂਕੇ ਦੀ ਇਕੁਐਲਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ ਨੇ ਪ੍ਰੋਜੈਕਟ ਦਿੱਤਾ ਸੀਗਾ ਕਾਸਟ ਇਨ ਬ੍ਰਿਟਨ, ਜਿਹੜਾ ਮੈਂ ਲੀਡ ਕੀਤਾ ਸੀ 5 ਹੋਰ ਯੂਨੀਵਰਸਿਟੀਆਂ ਨਾਲ, ਔਰ ਅਸੀਂ ਇਹ ਰਿਪੋਰਟ ਲਿਖੀ ਸੀ। ਔਰ ਇਹ ਇਸ ਲਈ ਸੀ ਕਿ ਬੜੇ ਦੇਰ ਤੋਂ ਜਦੋਂ ਇਕੁਐਲਿਟੀ ਐਕਟ ਯੂਕੇ ਵਿੱਚ ਆਇਆ ਤਾਂ ਜਿਹੜੇ ਦਲਿਤ ਕਮਿਊਨਿਟੀ ਸੀਗੀਆਂ ਉਹ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਲਾਅ ਹੈਗਾ ਰੇਸ ਡਿਸਕ੍ਰਿਮੀਨੇਸ਼ਨ ਦੇ ਖਿਲਾਫ, ਉਦਾਂ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਵੀ ਹੋਣਾ ਚਾਹੀਦਾ, ਕਿਉਂਕਿ ਸਾਡੇ ਨਾਲ ਜੇ ਐਕਸਪੀਰੀਅੰਸ ਹੁੰਦਾ ਲੋਕੀ ਸਮਝਦੇ ਨਹੀਂ ਆ ਔਰ ਸਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਹੈ। ਤਾਂ ਇਹ ਹੋਣਾ ਸੀਗਾ। ਔਰ ਜਦੋਂ ਅਸੀਂ ਰਿਪੋਰਟ ਲਿਖੀ ਇਹ ਗਵਰਨਮੈਂਟ ਨੂੰ ਐਡਵਾਈਸ ਕਰਨ ਵਾਸਤੇ ਸੀਗੀ, ਲੇਕਿਨ ਫਿਰ 2 ਵਾਰ ਸਰਕਾਰ ਬਦਲੀ ਔਰ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਆ ਇਹਨਾਂ ਨੇ ਕਾਫੀ ਟਾਈਮ ਵੇਟ ਕਰਦੇ ਰਹੇ। ਕੰਜ਼ਰਵੇਟਿਵ ਗਵਰਨਮੈਂਟ ਨੇ ਬਹੁਤੀ ਦੇਰ ਕੁਝ ਨਹੀਂ ਕੀਤਾ, ਤੇ ਇਹਨਾਂ ਨੇ ਪਬਲਿਕ ਕੰਸਲਟੇਸ਼ਨ ਕਰਨੀ ਸੀ, ਤੇ ਇਹਨਾਂ ਨੇ ਪਬਲਿਕ ਕੰਸਲਟੇਸ਼ਨ ਕੀਤੀ। ਉਹਦੇ ਵਿੱਚ ਇਹਨਾਂ ਨੇ ਸਿੱਧਾ ਇਹ ਨਹੀਂ ਪੁੱਛਿਆ ਵੀ ਕਿਸ ਤਰ੍ਹਾਂ ਕਾਸਟ ਐਡ ਹੋਵੇ ਇਕੁਐਲਿਟੀ ਐਕਟ ਵਿੱਚ, ਜਿਹੜਾ ਕਿ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ। ਉਹਨਾਂ ਨੇ ਇੱਕ ਹੋਰ ਆਪਸ਼ਨ ਵੀ ਦੇਤੀ ਕਿ ਐਗਜ਼ਿਸਟਿੰਗ ਜਿਹੜਾ ਲਾਅ ਹੈ ਉਹ ਹੀ ਕਾਫੀ ਹੈ ਤੇ ਨਵਾਂ ਕੁਝ ਕਰਨ ਦੀ ਲੋੜ ਨਹੀਂ ਹੈ। ਔਰ ਫਿਰ ਜਦੋਂ ਲੋਕਾਂ ਨੇ ਚੂਜ਼ ਕੀਤਾ, ਬੜੇ ਕੁਝ ਕਨਫਿਊਜ਼ ਲੋਕੀ ਸੀਗੇ, ਕਈਆਂ ਨੇ ਕਾਫੀ ਲੋਕਾਂ ਨੇ ਚੂਜ਼ ਕੀਤਾ ਕਿ ਨਵਾਂ ਲਾਅ ਹੋਣਾ ਚਾਹੀਦਾ, ਪਰ 4000 ਤੋਂ ਉੱਪਰ ਲੋਕਾਂ ਨੇ ਕਹਿਤਾ ਕਿ ਸਾਨੂੰ ਅਨਸਰਟਨ ਹੈ, ਸਾਨੂੰ ਨਹੀਂ ਪਤਾ। ਤਾਂ ਸਰਕਾਰ ਨੇ ਉਹਨਾਂ ਨਾਲ ਫੋਲੋ ਕੀਤਾ, ਉਹਨਾਂ ਨੇ ਕਿਹਾ ਕਿ ਐਗਜ਼ਿਸਟਿੰਗ ਲਾਅ ਹੀ ਕਾਫੀ ਹੈ, ਔਰ ਇਸ ਕਰਕੇ ਇਹ ਗੱਲ ਉੱਥੇ ਰੁਕ ਗਈ। ਪਰ ਉਹਨਾਂ ਥੋੜੀ ਜਿਹੀ ਫਾਇਦਾ ਇਹ ਹੋਇਆ ਕਿ ਗਵਰਨਮੈਂਟ ਨੇ ਕੰਸੀਡ ਕਰਤਾ ਕਿ ਹਾਂ ਗਾਈਡੈਂਸ ਦੇਣ ਦੀ ਲੋੜ ਹੈ,
ਕਿ ਹਰ ਇੱਕ ਪਬਲਿਕ ਆਰਗੇਨਾਈਜੇਸ਼ਨ, ਚਾਹੇ ਉਹ ਯੂਨੀਵਰਸਿਟੀਆਂ ਨੇ, ਚਾਹੇ ਉਹ ਹਸਪਤਾਲ ਨੇ, ਸਭ ਜਗ੍ਹਾ ਜਾਂ ਪੁਲਿਸ ਹੈ, ਉੱਥੇ ਗਾਈਡੈਂਸ ਦੇਣ ਦੀ ਲੋੜ ਹੈ ਕਿ ਜੇ ਕਾਸਟ ਦਾ ਮਾਮਲਾ ਹੋਏ ਤਾਂ ਉਹਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਹੈ। ਇਹ ਥੋੜੀ ਪੋਜ਼ਿਟਿਵ ਗੱਲ ਹੈ, ਹੋ ਚੁੱਕੀ ਹੈ, ਔਰ ਇਹ ਪਹਿਲੀ ਇੱਕ ਗਾਈਡੈਂਸ ਆ ਵੀ ਚੁੱਕੀ ਹੈ, ਪਰ ਹੁਣ ਜਿਹੜੀ ਟੋਟਲ ਗਵਰਨਮੈਂਟ ਦੀ ਹਾਲੇ ਵੀ ਗਵਰਨਮੈਂਟ ਦੀ ਕੁਆਲਿਟੀਜ਼ ਆਫਿਸ ਨੇ ਇਹ ਰਿਪੋਰਟ ਹਾਲੇ ਨਹੀਂ ਦਿੱਤੀ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਹ ਕਾਫੀ ਸਾਲਾਂ ਤੋਂ ਇਹਦਾ ਜਿਹੜਾ ਕੰਮ ਕੀਤਾ ਥੋੜਾ ਜਿਹਾ ਹੋਇਆ, ਪਰ ਜਿਹੜੀ ਲਾਅ ਹੈਗਾ ਹਾਲੇ ਵੀ ਇਨਕੰਪਲੀਟ ਪਿਆ। ਹਾਲੇ ਵੀ ਪੋਸਿਬਿਲਿਟੀ ਹੈ ਕਿ ਜੇ ਸਰਕਾਰ ਇਹ ਬਦਲ ਜਾਵੇ ਤਾਂ ਵਾਪਸ ਲੇਬਰ ਸਰਕਾਰ ਦੀ ਸਪੋਰਟ ਹੈਗੀ ਸੀ ਤਾਂ ਫਿਰ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਲਾਅ ਹਾਲੇ ਵੀ ਹੋ ਸਕਦਾ ਹੈ, ਪਰ ਇਸ ਵਕਤ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਰਿਮੂਵ ਕਰ ਦੇਣੀ ਹੈ ਕਾਸਟ ਦਾ ਮੈਂਸ਼ਨ, ਬਿਕੋਜ਼ ਬਹੁਤ ਆਪੋਜੀਸ਼ਨ ਹੋਈ। ਜਿਹੜੇ ਇੱਥੇ ਅਪਰ ਕਾਸਟ ਹਿੰਦੂ ਔਰ ਸਿੱਖ ਗਰੁੱਪ ਹੈਗੇ ਆ ਉਹਨਾਂ ਨੇ ਬੜੇ ਅਪੋਜ਼ ਕੀਤਾ, ਉਹ ਕਹਿੰਦੇ ਕਾਸਟ ਦਾ ਤੁਸੀਂ ਗੱਲ ਹੀ ਨਾ ਕਰੋ ਜੀ, ਇਹ ਸਾਡੇ ਖਿਲਾਫ ਹੈਗੀ ਹੈ। ਸੋ ਦੈਟਸ ਇਜ਼ ਸਮਥਿੰਗ ਦੈਟ was unfortunate, ਔਰ ਸਾਡੀਆਂ ਕਾਫੀ ਬਹਿਸ ਵੀ ਹੁੰਦਾ, ਝਗੜੇ ਵੀ ਹੁੰਦੇ ਰਹੇ ਉਹਨਾਂ ਲੋਕਾਂ ਨਾਲ, ਪਰ in the end ਦੇਖੋ ਹਾਲੇ ਚੱਲ ਰਹੀ ਹੈ ਗੱਲ, ਹਾਲੇ ਖੁੱਲੀ ਹੈ, ਹੋ ਸਕਦਾ ਹੈ ਕਿ ਇਹਦਾ ਕੋਈ ਪੋਜ਼ਿਟਿਵ ਆਊਟਕਮ ਵੀ ਨਿਕਲੇ। ਕਿਸੇ ਹੋਰ ਟਾਈਮ ਤੇ ਇਹਦੇ ਬਾਰੇ ਹੋਰ ਗੱਲ ਕੀਤੀ ਜਾ ਸਕਦੀ ਹੈ। ਮਤਲਬ ਕਾਸਟ ਜਿਵੇਂ ਇੰਡੀਆ 'ਚ ਆਪਰੇਟ ਕਰਦੀ ਹੈ, ਮੈਂ ਵੀ ਹੁਣ 1.5 ਸਾਲ ਤੋਂ ਯੂਕੇ ਰਹਿ ਰਹੀ ਹਾਂ ਤੇ ਮੈਂ ਵੀ ਐਕਸਪੀਰੀਅੰਸ ਕੀਤਾ, ਇੱਥੇ ਵੀ ਬਹੁਤ ਜ਼ਿਆਦਾ ਆਪਰੇਟ ਕਰਦੀ ਹੈ। ਖਾਸ ਕਰ ਜਦੋਂ ਅਸੀਂ ਸੀਏ ਐਨਆਰਸੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ, ਉਹਦੇ ਵਿੱਚ ਕੁਝ ਮੈਨੂੰ ਵੀ, ਮੇਰੇ ਦੋਸਤ ਵੀ ਬਣੇ, ਮੈਨੂੰ ਲੋਕ ਮਿਲੇ ਵੀ ਦਲਿਤ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋਏ, ਐਂਡ ਆਈ ਲਿਸਨ ਟੂ देयर ਐਕਸਪੀਰੀਐਂਸਸ, ਸੁਣਿਆ, ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਨੂੰ ਆਪ ਵੀ ਰਿਅਲਾਈਜ਼ ਹੋਇਆ ਕਿ ਅਸੀਂ ਇੱਕ ਤਰ੍ਹਾਂ ਲੀਡ ਕਰਨ ਦੀ ਖਾਹਿਸ਼ 'ਚ, ਜੋਸ਼ 'ਚ ਬਿਲਕੁਲ ਹੀ ਭੁੱਲ ਜਾਂਦੇ ਹਾਂ ਸਾਡੀ ਆਪਣੀ ਪੋਜੀਸ਼ਨ ਕੀ ਹੈ, ਸਾਡੀ ਆਪਣੀ ਲੋਕੇਸ਼ਨ ਤੋਂ ਸਾਡਾ ਐਕਸ਼ਨ ਕੀ ਹੋਣਾ ਚਾਹੀਦਾ। ਸੋ ਇੱਕ ਤਰ੍ਹਾਂ ਯੂਕੇ 'ਚ ਵੀ ਆਪਰੇਟ ਕਰ ਰਹੀ ਹੈ, ਐਂਡ ਆਈ ਐਮ ਸੋ ਗਲੈਡ ਐਂਡ ਸੋ ਹੈਪੀ ਕਿ ਇਹਦੇ 'ਤੇ ਐਕਚੁਅਲੀ ਕੁਝ ਕੰਮ ਹੋ ਰਿਹਾ ਹੈ, ਇਹਦੇ 'ਚ ਚੇਂਜ ਹੋ ਰਿਹਾ ਹੈ। ਇੱਕ ਲਾਸਟ ਚੀਜ਼ that I really wanted to touch ਜੋ ਆਪਾਂ ਮਿਸ ਕਰ ਰਹੇ ਹਾਂ, ਉਹ ਜਿਵੇਂ ਤੁਸੀਂ ਹੁਣੇ ਆਪਣੀ ਗੱਲ 'ਚ ਮੈਂਸ਼ਨ ਕੀਤਾ ਕਿ ਅਪਰ ਕਾਸਟ ਲੋਕ ਨੇ, ਹਿੰਦੂ ਤੇ ਸਿੱਖ ਕਮਿਊਨਿਟੀਜ਼ ਚੋਂ ਵੀ ਨੇ, ਤੇ ਉੱਥੋਂ ਮੈਨੂੰ ਮਤਲਬ ਇੱਕ ਤਰ੍ਹਾਂ ਯਾਦ ਆਇਆ ਕਿ ਆਪਾਂ ਪੰਜਾਬ ਦੇ ਕੰਟੈਕਸਟ ਰਿਲੀਜਨ ਦੇ ਬਾਰੇ ਉਸ ਤਰ੍ਹਾਂ ਗੱਲ ਨਹੀਂ ਕਰ ਪਾਏ ਕਿ ਰਿਲੀਜਨ ਕਿਸ ਤਰ੍ਹਾਂ ਇੱਕ ਰੋਲ ਪਲੇ ਕਰਦਾ ਹੈ ਇਸ ਆਵਾਜ਼ ਨੂੰ ਬੰਦ ਕਰਾਉਣ 'ਚ, ਚੁੱਪ ਕਰਾਉਣ 'ਚ, ਚਾਹੇ ਉਹ ਬਹੁਤ ਜ਼ਰੂਰੀ ਸਵਾਲ ਹੈ ਪੰਜਾਬ ਵਿੱਚ ਖਾਸ ਕਰਕੇ। ਸੋ ਪੰਜਾਬ ਵਿੱਚ ਸਿੱਖੀ ਦਾ ਜ਼ੋਰ ਹੋਣ ਕਰਕੇ ਬੜੇ ਸਾਰੇ ਲੋਕਾਂ ਨੂੰ ਮੇਰੇ ਹਿਸਾਬ ਨਾਲ ਬਹੁਤ ਵੱਡਾ ਭੁਲੇਖਾ ਹੈ ਕਿ ਕਾਸਟ ਦੀ ਕੋਈ ਪ੍ਰੋਬਲਮ ਨਹੀਂ ਹੈ। ਉਹ ਇੱਕ ਤਾਂ ਆਪਾਂ ਪਹਿਲੇ ਹੀ ਛੇੜ ਚੁੱਕੇ ਗੱਲ ਕਿ ਉਹ ਆਪਣੇ ਛੋਟੇ ਛੋਟੇ ਐਕਸਪੀਰੀਐਂਸਸ ਦੇਖ ਕੇ ਕਹਿਣ ਲੱਗ ਜਾਂਦੇ ਕਿ ਜੀ ਤਾਂ ਕੋਈ ਇਸ਼ੂ ਨਹੀਂ ਹੈ ਜੀ, ਅਸੀਂ ਤਾਂ ਇਦਾਂ ਕਰਦੇ ਹਾਂ, ਅਸੀਂ ਤਾਂ ਸ਼ੇਅਰ ਕਰਦੇ ਹਾਂ, ਅਸੀਂ ਇਹ ਕਰਦੇ ਹਾਂ। ਸੋ ਮੇ ਬੀ ਇਹ ਸਹੀ ਗੱਲ ਹੈ ਕਿ ਅਨਟੱਚੇਬਿਲਿਟੀ ਘਟੀ ਹੈ ਪੰਜਾਬ ਵਿੱਚ, ਹੈ ਨਾ, ਇਹ ਹੈ ਠੀਕ ਗੱਲ ਹੈ, ਲੇਕਿਨ ਇਹ ਐਗਜ਼ਾਮਪਲਸ ਲੈ ਕੇ ਦੋ ਪ੍ਰੋਬਲਮਸ ਆ ਜਾਂਦੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਜਗ੍ਹਾ ਤਾਂ ਬਹੁਤ ਓਪਨਲੀ ਕਾਸਟ ਹੈਗੀ ਆ ਉੱਥੇ ਉਹਦੇ ਖਿਲਾਫ ਬੋਲਣਾ ਵੀ ਸੌਖਾ ਹੈ, ਕਿਉਂਕਿ ਤੁਸੀਂ ਕਲੀਅਰਲੀ ਕਹਿੰਦੇ, ਤੁਹਾਨੂੰ ਦਿਖ ਰਹੀ ਹੈ, ਸਾਰਿਆਂ ਨੂੰ ਦਿਖ ਰਹੀ ਹੈ, ਤੁਸੀਂ ਕਹਿ ਸਕਦੇ ਆ ਕਿ ਦੇਖੋ ਜੀ ਆਹ ਕਾਸੀ ਪ੍ਰੋਬਲਮ ਹੈ, ਫਲਾਣੇ ਬੰਦੇ ਨੇ ਕੀਤਾ, ਉਹਦੇ ਨਾਲ ਇਹ ਹੋਇਆ, ਉਹਦੇ ਨਾਲ ਇਹ ਹੋਇਆ, ਤੁਸੀਂ ਕਹਿ ਸਕਦੇ ਆ, ਠੀਕ ਹੈ। ਲੇਕਿਨ ਜਿੱਥੇ ਓਪਨ ਨਹੀਂ ਹੈਗੀ, ਜਿੱਥੇ ਲੋਅਰ ਲੈਵਲ ਤੇ ਚੱਲਦੀ ਹੈ ਔਰ ਸਟਰਕਚਰਲ ਲੈਵਲ ਤੇ ਜਿਹੜੀ ਕੰਟੀਨਿਊਸਲੀ ਚੱਲਦੀ ਹੈ, ਜਿਹੜੇ ਜਿੱਦਾਂ ਜ਼ਮੀਨ ਦੇ ਮਾਮਲੇ ਵਿੱਚ ਜਾਂ ਫਿਰ ਈਵਨ ਮੈਰਿਜ ਦੇ ਮਾਮਲੇ ਵਿੱਚ ਜਿੱਥੇ ਚੱਲਦੀ ਹੈ, ਉੱਥੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਹਿਣਾ, ਕਿਉਂਕਿ ਲੋਕੀ ਆਈਡੀਓਲੋਜਿਕਲੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਤਾਂ ਕਮਿਟਡ ਹੈ ਇਕੁਆਲਿਟੀ ਦੇ, ਅਸੀਂ ਤਾਂ ਮੰਨਦੇ ਹਾਂ ਕਿ ਬਰਾਬਰਤਾ ਹੋਣੀ ਚਾਹੀਦੀ ਹੈ। ਉਹ ਜਿਹੜਾ ਉਹਦਾ ਰਿਸਪੌਂਸਿਬਿਲਿਟੀ ਹੈ, ਉਹਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਕਿਤੇ ਹੋਰ ਪਾ ਦਿੰਦੇ ਆ, ਆਪਣੇ ਤੇ ਨਹੀਂ ਲੈਂਦੇ ਜ਼ਿੰਮੇਵਾਰੀ। ਤੇ ਇਹ ਇਸ ਕਰਕੇ ਪੰਜਾਬ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਗੱਲ ਹੈ ਕਿ ਹਰ ਇੱਕ ਸਿੱਖ ਫੋਰ ਐਗਜ਼ਾਮਪਲ ਜਿਹੜਾ ਕਿ ਮੰਨਦਾ ਹੈ ਕਿ ਇਕੁਆਲਿਟੀ ਹੋਣੀ ਚਾਹੀਦੀ, ਉਹਨੂੰ ਹਰ ਇੱਕ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਕੀ ਕੀਤਾ ਕਾਸਟ ਨੂੰ ਰਿਮੂਵ ਕਰਨ ਵਾਸਤੇ, ਠੀਕ ਹੈ। ਇਹ ਨਹੀਂ ਕਿ ਮੇਰੇ ਧਰਮ ਇਹ ਕਹਿੰਦਾ ਹੈ, ਆਪਣੇ ਨੂੰ ਪੁੱਛੋ ਮੈਂ ਕੀ ਕੀਤਾ, ਮੈਂ ਆਪਣੀ ਲਾਈਫ 'ਚ ਐਸਾ ਕਿਹੜਾ ਕੰਮ ਕੀਤਾ ਜਿਹਨੂੰ ਮੈਂ ਕਹਿ ਸਕਦੀ ਹਾਂ ਜਾਂ ਕਹਿ ਸਕਦਾ ਕਿ ਇਹ ਕਾਸਟ ਦੀ ਵਿਵਸਥਾ ਦੇ ਖਿਲਾਫ ਸੀਗਾ ਔਰ ਹੈ, ਔਰ ਇਹਦੇ ਨਾਲ ਇਹ ਸੱਟ ਪਹੁੰਚਾਈ ਕਾਸਟ ਨੂੰ ਮੈਂ, ਇਹ ਤੁਸੀਂ ਦੱਸੋ। ਇਹ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਜੇ ਆਪਣੇ ਆਪ ਨੂੰ ਇਹ ਪੁੱਛੇ ਨਾ ਤਾਂ ਉਹ ਇਹ ਜਿਹੜੀ ਹੈ ਅਦਰਿੰਗ ਹੈ, ਕਹਿੰਦੇ ਕਿ ਜ਼ਿੰਮੇਵਾਰੀ ਕਿਸੇ ਹੋਰ ਕਰਕੇ ਜੇ ਸਾਡੇ ਕਰਕੇ ਨਹੀਂ, ਅਸੀਂ ਤਾਂ ਨਹੀਂ ਮੰਨਦੇ, ਪਰ ਤੁਸੀਂ ਪੋਜ਼ਿਟਿਵਲੀ ਦੱਸੋ, ਕੰਕਰੀਟਲੀ ਦੱਸੋ ਕਿ ਕਿਹੜੇ ਕੰਮਾਂ ਨਾਲ ਤੁਸੀਂ ਜਿਹੜੀ ਕਾਸਟ ਦੀ ਵਿਵਸਥਾ ਹੈ ਉਸ ਨੂੰ ਸੱਟ ਪਹੁੰਚਾਈ। ਇਹ ਮੈਂ ਤਾਂ ਸਵਾਲ ਹਰ ਇੱਕ ਬੰਦੇ ਨੂੰ ਪੁੱਛਣਾ ਚਾਹੁੰਦੀ ਹਾਂ, ਜਿਹੜੇ ਜਿਨ੍ਹਾਂ ਨੂੰ, ਜੇ ਤੁਸੀਂ ਇਹ ਤਾਂ ਈਜ਼ੀਲੀ ਬਲੇਮ ਕਰ ਸਕਦੇ ਕਿ ਤਾਂ ਹਿੰਦੂ ਸਿਸਟਮ ਹੈ ਜੀ, ਹਿੰਦੂਆਂ 'ਚ ਹੁੰਦਾ ਔਰ ਉੱਥੇ ਵੀ ਜਿਹੜੇ ਆਰਿਆ ਸਮਾਜੀ ਹਿੰਦੂਜ਼ ਹੈ ਉਹ ਕਹਿੰਦੇ ਅਸੀਂ ਤਾਂ ਨਹੀਂ ਮੰਨਦੇ,
ਕਿਉਂਕਿ ਆਰਿਆ ਸਮਾਜ ਦਾ ਰੋਲ ਰਿਹਾ, ਫਿਰ ਜਿਹੜੇ ਹੋਰ ਹੈਗੇ ਆ। ਪਰ ਇਹ ਰਿਲੀਜਨ ਦਾ ਬੜਾ ਸੀਰੀਅਸ, ਬਹੁਤ ਸੀਰੀਅਸ ਮਾਮਲਾ ਕਿ ਰਿਲੀਜਨ ਜ਼ਰੂਰੀ ਹੈ ਲੋਕਾਂ ਦੀ ਲਾਈਫ ਵਿੱਚ। ਇਸ ਤੋਂ ਤੁਸੀਂ ਬਿਲਕੁਲ ਪਾਸੇ ਨਹੀਂ ਹਟ ਸਕਦੇ। ਇਹ ਬਹੁਤ ਜ਼ਿਆਦਾ ਔਰ ਸਪੈਸ਼ਲੀ ਬੜੇ ਸਾਰੇ ਦਲਿਤ ਗਰੁੱਪਸ ਹਨ ਜਿਹੜੇ ਕਿ ਉਹਨੂੰ ਪੋਜ਼ਿਟਿਵਲੀ ਅੰਬਰੇਸ ਕਰਦੇ ਆ। ਮੈਂ ਅਗੇਨ ਦਰਸ਼ਨ ਰਤਨਾਵਨ ਦੀ ਮੈਂਸ਼ਨ ਕਰ ਰਹੀ ਹਾਂ, ਇਹਨਾਂ ਨੇ ਪੋਜ਼ਿਟਿਵਲੀ ਅੰਬਰੇਸ ਕੀਤਾ ਹੈ। ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਆਦਰਸ਼, ਔਰ ਇਹ ਹਰ 31 ਦਸੰਬਰ ਨੂੰ ਅੰਮ੍ਰਿਤਸਰ ਚ ਮਿਲਦੇ ਆ। ਇਹਨਾਂ ਦਾ ਬੜਾ ਵੱਡਾ ਸਮਾਗਮ ਹੁੰਦਾ ਹੈ, ਵਾਲਮੀਕੀ ਤੀਰਥ ਤੇ ਸਮਾਗਮ ਹੁੰਦਾ ਹੈ। 1931 ਦਾ ਐਕਚੁਅਲੀ ਵਾਲਮੀਕੀ ਤੀਰਥ ਉਸ ਜਗ੍ਹਾ ਨੂੰ ਬਣਾਇਆ ਗਿਆ, ਹਾਲ ਕਰ ਰਹੇ। ਔਰ ਉੱਥੇ ਜਿੱਦਾਂ ਇਹ ਛੋਟੀਆਂ ਛੋਟੀਆਂ ਗੱਲਾਂ ਚੇਂਜ ਇਹਨਾਂ ਨੇ ਕੀਤੀਆਂ। ਫੋਰ ਐਗਜ਼ਾਮਪਲ ਉੱਥੇ ਜਿਹੜੀ ਪ੍ਰੀਸਟ ਹੈ ਉਹ ਕੁੜੀ ਹੈ, ਬਿਠਾਉਂਦੇ ਆ, ਜਿਹੜੀ ਪ੍ਰਸ਼ਾਦ ਬਣਦੀ ਹੈ ਜਾਂ ਜਿਹੜਾ ਰੋਲ ਕਰਦੀ ਹੈ ਕੁੜੀ ਹੈ। ਹੁਣ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਰਿਲੀਜੀਅਸ ਇਨੋਵੇਸ਼ਨ, ਰਿਚੁਅਲ ਇਨੋਵੇਸ਼ਨ, ਕਿ ਜਿਹੜੀ ਰਿਚੁਅਲ ਇੱਕ ਤਰ੍ਹਾਂ ਚੱਲ ਰਿਹਾ ਸੀ ਉਸ ਰਿਚੁਅਲ ਨੂੰ ਡਿਫਰੈਂਟ ਤਰੀਕੇ ਨਾਲ ਕਰਨਾ। ਠੀਕ ਹੈ, ਇਹ ਤੁਸੀਂ ਦੱਸੋ ਕਿ ਸਿੱਖੀ ਵਿੱਚ ਰਹਿ ਕੇ ਗੁਰਦੁਆਰਿਆਂ ਵਿੱਚ ਕਿਹੜੀ ਨਵੀਂ ਰਿਚੁਅਲ ਇਨਵੈਂਸ਼ਨ ਹੋਈ ਜਿਹਦੇ ਨਾਲ ਤੁਸੀਂ ਕਹਿ ਸਕਦੇ ਆ ਕਿ ਕਾਸਟ ਦੇ ਖਿਲਾਫ ਹੈ। ਹਿਸਟੋਰੀਕਲੀ ਇਹ ਨਹੀਂ ਕਹਿਣਾ, ਇੱਕ ਕਹਿਣਾ ਕਿ ਖਾਲਸਾ ਚ ਹੋਇਆ, ਠੀਕ ਹੈ, ਦੈਟਸ ਟਰੂ, ਪਰ ਰੋਜ਼ਮਰਰਾ ਦੀ ਐਵਰੀਡੇ ਲਾਈਫ ਵਿੱਚ, ਹਰ ਰੋਜ਼ ਦੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਤੁਸੀਂ ਵੱਖਰੀ ਕੀਤੀ ਜਿਹਦੇ ਨਾਲ ਕਾਸਟ ਦੇ ਢਾਂਚੇ ਨੂੰ ਸੱਟ ਵੱਜੀ, ਇਹ ਦੱਸਣਾ ਚਾਹੀਦਾ ਹਰ ਇੱਕ ਨੂੰ, ਆਰਗੇਨਾਈਜੇਸ਼ਨ ਨੂੰ ਔਰ ਇੰਡੀਵਿਜੂਅਲਸ ਨੂੰ। ਠੀਕ ਹੈ, ਬਹੁਤ ਪਾਵਰਫੁਲ ਤੇ ਮੈਨੂੰ ਲੱਗਦਾ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੇਗੀ ਜਿਹੜੀ ਗੱਲ ਤੁਸੀਂ ਇਹ ਹੁਣ ਪੁੱਟ ਕੀਤੀ ਹੈ ਕਿ ਆਪਣੇ ਆਪ ਨੂੰ ਆਪਣੇ ਸਟਰਕਚਰਸ ਚ, ਆਰਗੇਨਾਈਜੇਸ਼ਨਸ ਚ, ਫੈਮਿਲੀਜ਼ ਚ, ਹਰ ਜਗ੍ਹਾ ਇਹ ਸਵਾਲ ਪੁੱਛਣਾ ਬਹੁਤ ਇੰਪੋਰਟੈਂਟ ਹੈ। ਮੈਂ ਇਸ ਡਿਸਕਸ਼ਨ ਨੂੰ ਵਾਪਸ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੇ ਲੈ ਕੇ ਆ ਰਹੀ ਹਾਂ ਹੁਣ ਦੋ ਫਿਨੋਮੇਨਾਸ ਨਾਲ, ਖਾਸ ਕਰਕੇ ਰਿਲੀਜਨ ਦੇ ਕੰਟੈਕਸਟ ਚ ਜੋੜਦੇ ਹੋਏ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਰਿਲੀਜਨ ਦੇ ਵਿੱਚ ਕੋਈ ਇਨੋਵੇਸ਼ਨ ਤੱਕ ਮਤਲਬ ਕਿਸ ਲੈਵਲ ਦੀ ਕੀ ਹੋਣੀ, ਚਾਹੇ ਉਹ ਆਪਾਂ ਮਹਾਵਾਰੀ ਦੇ ਟੈਬੂ ਚ ਰੂਪ ਚ ਦੇਖ ਲਈਏ। ਉਹ ਵੀ ਪਿਛਲੇ ਸਾਲ ਹੀ ਅਕਾਲ ਯੂਨੀਵਰਸਿਟੀ ਵਿੱਚ ਕਿਸ ਤਰ੍ਹਾਂ ਕੁੜੀਆਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੀ ਫਿਜ਼ੀਕਲ ਬੋਡੀਜ਼ ਦੀ, ਇਸ ਕਰਕੇ ਕਿਉਂਕਿ ਉਹ ਮੈਂਸਟਰੂਏਟ ਕਰ ਰਹੀਆਂ ਸੀ। ਉਸ ਤੋਂ ਬਾਅਦ ਗੁਰਦੁਆਰਿਆਂ ਦੇ ਬਾਹਰ ਨੋਟਿਸ ਲਗਾਏ ਗਏ ਕਿ ਜੇ ਤੁਹਾਨੂੰ ਮਾਹਵਾਰੀ ਆ ਰਹੀ ਤੁਸੀਂ ਅੰਦਰ ਨਹੀਂ ਆ ਸਕਦੇ। ਇਸੇ ਤਰ੍ਹਾਂ ਮਤਲਬ ਗੁਰਦੁਆਰਿਆਂ 'ਚ ਹੁਣ ਅਨਾਉਂਸਮੈਂਟ ਹੋ ਰਹੀ ਹੈ ਕਿ ਕਈ ਪਿੰਡਾਂ 'ਚ ਜਦੋਂ ਪ੍ਰਵਾਸੀ ਮਜ਼ਦੂਰ ਲਾਕਡਾਊਨ ਦੇ ਡਿਊਰਿੰਗ ਚਲੇ ਗਏ ਸੀ ਆਪਣੇ ਆਪਣੇ ਪਿੰਡ, ਉਸ ਤੋਂ ਬਾਅਦ ਕਿ ਅਸੀਂ ਮਜ਼ਦੂਰਾਂ ਨੂੰ ਇੰਨੀ ਹੀ ਦਿਹਾੜੀ ਦੇਵਾਂਗੇ, ਜੇ ਨਹੀਂ ਦੇਣੀ ਤਾਂ ਸਾਡੇ ਵੱਲੋਂ ਸੋਸ਼ਲ ਬਾਈਕਾਟ ਹੈ। ਉੱਥੋਂ ਮਤਲਬ ਜਾਤੀ ਸੂਚਕ ਸ਼ਬਦ ਵੀ ਬੋਲੇ ਜਾ ਰਹੇ ਨੇ, ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ। ਗੁਰਦੁਆਰਿਆਂ ਦੇ ਅੰਦਰੋਂ ਮਤਲਬ ਇੱਕ ਤਰ੍ਹਾਂ ਦਾ ਇਹ ਹੋ ਰਿਹਾ। ਤੇ ਦੂਸਰਾ ਜਿਹੜਾ ਦਲਿਤ ਔਰਤਾਂ ਦਾ ਜ਼ਮੀਨ ਦਾ ਸੰਘਰਸ਼ ਪੰਜਾਬ 'ਚ ਤਿੱਖਾ ਹੋਇਆ ਕਿ ਔਰਤਾਂ ਨੇ ਪੰਚਾਇਤੀ ਜ਼ਮੀਨ ਤੇ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਵੀ ਗੁਰਦੁਆਰਿਆਂ ਤੋਂ ਹੀ ਇੱਕ ਤਰ੍ਹਾਂ ਵਿਰੋਧ ਤੇ ਅਨਾਉਂਸਮੈਂਟ ਤੇ ਸਾਰਾ ਕੁਝ ਕੀਤਾ ਗਿਆ। ਤੇ ਰਿਲੀਜਨ ਦੀ ਕੰਪਲੈਕਸਿਟੀ ਤਾਂ ਵਿੱਚ ਪਈ ਹੀ ਹੈ, ਉਹਦੇ ਥਰੂ ਹੀ ਗੱਲ ਹੋ ਰਹੀ ਹੈ। ਤੇ I was just trying to bring this together again, gender and caste, ਲਿੰਗ ਤੇ ਜਾਤ ਬਿਲਕੁਲ ਨਾਲ ਨਾਲ ਚੱਲਦੀ ਹੈ, ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਜਾਤ ਕਦੇ ਵੀ ਸਿਰਫ ਜਾਤ ਤਾਂ ਹੈ ਹੀ ਨਹੀਂ, ਉਹ ਤਾਂ ਲਿੰਗਕ ਜਾਤ ਹੀ ਹੈ। ਜਾਤ ਹੀ ਤੈਅ ਕਰ ਰਹੀ ਹੈ ਤੁਸੀਂ ਕਿੱਥੇ ਵਿਆਹ ਕਰਨਾ ਹੈ, ਕਿੱਥੇ ਤੁਹਾਡੀ ਜ਼ਮੀਨ ਜਾਣੀ ਹੈ, ਕਿਸੇ ਦਾ ਤੁਸੀਂ ਬਹਿ ਕੇ ਖਾਣਾ ਨਹੀਂ ਖਾਣਾ, ਤੁਹਾਡੀ ਮੋਬਿਲਿਟੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵਮੈਂਟ ਜਾਤ ਡਿਸਾਈਡ ਕਰਦੀ ਹੈ। ਜੈਂਡਰ ਤੁਹਾਡਾ ਲਿੰਗ ਦਾ ਕੰਟਰੋਲ ਡਿਸਾਈਡ ਕਰ ਰਿਹਾ ਕਿ ਤੁਸੀਂ ਕਿਹੜੀ ਜਾਤ ਨਾਲ ਰਿਸ਼ਤਾ ਰੱਖ ਸਕਦੇ ਹੋ, ਕਿਹੜੀ ਜਮਾਤ ਨਾਲ ਰਿਸ਼ਤਾ ਰੱਖ ਸਕਦੇ ਹੋ, ਬਾਹਰ ਜਾ ਸਕਦੇ ਹੋ, ਨਹੀਂ ਜਾ ਸਕਦੇ। I was just thinking ਕੋਈ concluding remarks that you want. ਮੈਂ ਬਸ ਇਹ ਕਹਿਣਾ ਚਾਹਾਂਗੀ ਕਿ ਅਗੇਨ ਇਹ ਥੋੜਾ ਲਾਸਟ ਕਮੈਂਟ ਹੈ, ਵੀ ਸੋਰਟ ਆਫ ਥਿਓਰੇਟੀਕਲ ਹੈ, ਪਰ ਮੈਂ ਕਹਿਣਾ ਚਾਹਲੀ ਕਿ ਇੱਕ ਮੇਰੀ ਇਹ ਬੜੀ ਅਨਯੂਜੂਅਲ ਜੀ ਗੱਲ ਮੈਂ ਕਹਿਣਾ ਚਾਹ ਰਹੀ ਹਾਂ, ਤੁਸੀਂ ਧਿਆਨ ਨਾਲ ਸੁਣੋ। ਸੋ ਮੈਂ ਸੋਚਦੀ ਹਾਂ ਕਿ ਜਿਹੜੀ ਜਾਤ ਕਾਸਟਿਜ਼ਮ ਜਿਹੜੀ ਰਿਸ਼ਤਿਆਂ ਵਿੱਚ ਹੁੰਦੀ ਹੈ, ਹਿਊਮਨ ਰਿਸ਼ਤਿਆਂ 'ਚ ਹੁੰਦੀ ਹੈ ਕਿ ਇਹ ਕਾਸਟ ਇਹਦੇ ਨਾਲ ਨਹੀਂ ਜੁੜਨਾ, ਇਹ ਨਾਲ, ਮੈਨੂੰ ਲੱਗਦਾ ਇਸ ਤਰ੍ਹਾਂ ਦੀ ਕਾਸਟਿਜ਼ਮ ਥਿਊਰੀ ਵਿੱਚ ਵੀ ਹੁੰਦੀ ਹੈ। ਲੋਕੀ ਉਹ ਪਿਓਰਿਟੀ ਜਿਹੜੀ ਤੁਸੀਂ ਕਹਿੰਦੇ ਕਿ ਇਹ ਮਾਰਕਸਿਜ਼ਮ ਹੈ ਕਿ ਇਹ ਫੈਮਿਨਿਜ਼ਮ ਹੈ ਕਿ ਇਹ ਫਲਾਨੀ ਹੈ ਜਾਂ ਫਲਾਨੀ ਹੈ, ਲੈ ਉੱਥੇ ਵੀ ਇੱਕ ਤਰ੍ਹਾਂ ਦੀ ਕਾਸਟਿਜ਼ਮ ਹੈ ਕਿ ਇਹ ਸਭ ਤੋਂ ਸੁਪੀਰੀਅਰ ਥਿਊਰੀ ਹੈ, ਇਸ ਥਿਊਰੀ ਦਾ ਮੇਲ ਇਹਦੇ ਨਾਲ ਹੁੰਦਾ ਹੈ, ਇਸ ਥਿਊਰੀ ਦਾ ਇਹਦੇ ਨਾਲ ਨਹੀਂ ਹੁੰਦਾ। ਔਰ ਮੈਂ ਤਾਂ ਉਹ ਹੀ ਛੱਡਣਾ ਚਾਹੁੰਦੀ ਹਾਂ। ਜੇ ਤੁਸੀਂ ਕਾਸਟਿਜ਼ਮ ਛੱਡਣਾ ਚਾਹੁੰਦੇ ਹੋ ਤਾਂ ਆਪਣੀ ਲਾਈਫ ਆਫ ਮਾਈਂਡ ਵਿੱਚ ਵੀ ਉਹ ਛੱਡਣੀ ਚਾਹੀਦੀ ਗੱਲ। ਸੋ ਜੇ ਤੁਸੀਂ ਇੱਕ ਤਰ੍ਹਾਂ ਦੇ ਜਿਪਸੀ ਬਣ ਸਕਦੇ ਨਾ, ਉਹੀ ਚੰਗਾ ਹੈ ਕਿ ਤੁਸੀਂ ਇਹਦੇ ਬਾਰੇ ਨਾ ਸੋਚੋ ਕਿ ਕਿਹੜੇ ਇਹ ਖਿਆਲ ਕਿਹਦੇ ਘਰ 'ਚ ਜਾਣੇ ਆ, ਇਹ ਵਿਚਾਰ ਕਿਹਦੇ ਘਰੋਂ ਆਉਂਦੇ ਆ, ਹਾਂ ਇਹ ਵਿਚਾਰ ਕਿਹਦੇ ਨਾਲ ਵਿਆਹ ਹੋ ਸਕਦਾ, ਇਹਦਾ ਨਹੀਂ ਹੋ ਸਕਦਾ, ਨਾ ਸੋਚੋ। ਹਰ ਇੱਕ ਵਿਚਾਰ ਨੂੰ ਆਪਣੇ ਉਹਦੀ ਆਫਕੋਰਸ ਉਹਦੀ ਇੰਪੋਰਟੈਂਸ ਦੇਖੋ, ਉਹਦੇ ਰਿਸ਼ਤੇ ਬਣਾਓ, ਕਨੈਕਸ਼ਨ ਕਰੋ,
ਠੀਕ ਹੈ। ਸੋ ਇਹ ਤੁਸੀਂ ਜਿਹੜਾ ਬਣਾਉਣਾ ਚਾਹੁੰਦੇ ਆ ਕਾਸਟ ਔਰ ਲਿੰਗ ਦਾ, ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਪਰ ਹੋਰ ਵੀ ਹੋ ਸਕਦੇ ਹੈ, ਸਿਰਫ ਇਹੀ ਨਹੀਂ ਹੈ ਨਾ, ਹੋਰ ਵੀ ਹੋ ਸਕਦੇ ਹੈ। ਸੋ ਇਸ ਕਰਕੇ ਕਾਸਟਿਜ਼ਮ ਆਪਣੀ ਜਿਹੜੀ ਮੈਂਟਲ ਲੈਂਡਸਕੇਪ ਹੈ ਨਾ, ਜਿਹੜੀ ਤੁਹਾਡੀ ਬਹੁਤ ਰੂਹਾਨੀ ਜ਼ਿੰਦਗੀ ਹੈ ਔਰ ਜੋ ਤੁਹਾਡੀ ਸੋਚ ਦੀ ਜ਼ਿੰਦਗੀ ਆ, ਉਹਦੇ ਵਿੱਚ ਵੀ ਕਾਸਟਿਜ਼ਮ, ਪਿਓਰਿਜ਼ਮ ਛੱਡ ਦੇਣੀ ਚਾਹੀਦੀ ਹੈ। ਠੀਕ ਹੈ, ਫਿਰ ਅਸੀਂ ਪ੍ਰੋਪਰਲੀ ਵਿਚਾਰ ਕਰ ਸਕਦੇ ਹਾਂ ਐਜ਼ ਹਿਊਮਨ ਬੀਇੰਗ। ਠੀਕ ਹੈ, ਓਕੇ। ਸਹਿਮਤ ਹੈ ਇਸ ਗੱਲ ਨਾਲ, ਤੇ ਹੋਰ ਸੋਚਦੇ ਰਵਾਂਗੇ, ਹੋਰ ਕੋਸ਼ਿਸ਼ ਕਰਦੇ ਰਵਾਂਗੇ ਇਸ ਪਿਓਰਿਜ਼ਮ ਤੋਂ, ਕੱਟੜਵਾਦ ਤੋਂ ਇੱਕ ਤਰ੍ਹਾਂ ਦੂਰੀ ਬਣਾਏ ਰੱਖੀਏ ਵਾਈਲ ਵੀ ਆਰ ਥਿੰਕਿੰਗ ਅਬਾਊਟ ਇਹਨਾਂ ਸਾਰੇ ਮਸਲਿਆਂ ਬਾਰੇ ਸੋਚਦੇ ਹੋਏ। ਬਹੁਤ ਸ਼ੁਕਰੀਆ ਡਾਕਟਰ ਟਾਂਡਾ ਸਾਡੇ ਨਾਲ ਜੁੜਨ ਲਈ। ਇਸ ਡਿਸਕਸ਼ਨ ਨਾਲ ਮੈਨੂੰ ਲੱਗਦਾ ਹੈ ਵੀ ਐਟਲੀਸਟ ਇਹ ਰੈਕੋਗਨਾਈਜ਼ ਕਰ ਪਾਏ, ਐਕਨੋਲੇਜ ਕਰ ਪਾਏ ਕਿ ਲਿੰਗ ਤੇ ਜਾਤ ਦੀ ਸਮੱਸਿਆ ਜਿਹੜੀ ਪੰਜਾਬ 'ਚ ਐਗਜ਼ਿਸਟ ਕਰਦੀ ਹੈ, ਇਹ ਐਕਨੋਲੇਜਮੈਂਟ ਹੀ ਆਪਣੇ ਆਪ 'ਚ ਇੱਕ ਸਟੈਪ ਹੈ। ਇਹਨੂੰ ਮੰਨ ਲੈਣਾ, ਇਹਨੂੰ ਪ੍ਰਮਾਣਿਤ ਕਰ ਦੇਣਾ ਕਿ ਹੈ, ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਸੀ। ਤੇ ਅੱਗੇ ਇਹਦੇ ਬਾਰੇ ਡਿਸਕਸ਼ਨ ਕਰਦੇ ਰਵਾਂਗੇ ਤੇ ਕੋਸ਼ਿਸ਼ ਕਰਦੇ ਰਵਾਂਗੇ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਦਾ। ਥੈਂਕ ਯੂ ਸੋ ਮਚ। ਓਕੇ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।